ਜਿਸ ਘਟਨਾ ਨੂੰ ਲੈ ਕੇ ਸਾਰਾ ਦੋਸ਼ ਕਿਸਾਨਾਂ ਸਿਰ ਮੜਿਆ ਜਾ ਰਿਹਾ ਸੀ ਕਿ ਦਿੱਲੀ ਬੰਦ ਕੀਤੀ ਪਈ ਹੈ, ਦਿੱਲੀ ਦਾ ਸਾਹ ਘੁੱਟਿਆ ਪਿਆ, ਤੇ ਕਿਸਾਨ ਤੇ ਉੱਥੇ ਬੈਠੇ ਨੇ ਹਾਲੇ ਵੀ। ਹੁਣ ਸਰਕਾਰ ਆਪਣੇ ਆਪ ਦਿੱਲੀ ਪੁਲਿਸ ਜਿਹੜੀ ਹੈ ਉਹ ਬੈਰੀਕੇਡ ਖੋਲਦੀ ਪਈ ਹੈ। ਅੱਛਾ, ਹੋਇਆ ਇਹ ਕਿ ਚਾਹੇ ਸਿੰਘੂ ਆ, ਚਾਹੇ ਟਿਕਰੀ ਆ, ਚਾਹੇ ਗਾਜੀਪੁਰ ਆ, ਉਹ ਹੋਰ ਅਲਟਰਨੇਟ ਰੂਟ ਥਾਣੀ ਜਾਣ ਲੱਗੇ। ਲੋਕਾਂ ਨੇ ਕੰਪਲੇਂਟ ਨਹੀਂ ਕੀਤੀ ਇਸ ਐਜੀਟੇਸ਼ਨ, ਬਿਲਕੁਲ ਜਿਹੜੀ ਕਿ ਸਰਕਾਰ ਦੇ ਉਲਟ ਗਈ। ਹੁਣ ਸੁਪਰੀਮ ਕੋਰਟ ਦੇ ਵਿੱਚ ਇਹ ਮਾਮਲਾ ਚੱਲ ਰਿਹਾ। ਸੁਪਰੀਮ ਕੋਰਟ ਬਾਰ-ਬਾਰ ਕਹਿੰਦੀ ਹੈ ਕਿ ਤੁਸੀਂ ਅਣਮਿੱਥੇ ਸਮੇਂ ਲਈ ਸੜਕਾਂ ਕਿਵੇਂ ਰੋਕ ਸਕਦੇ ਹੋ। ਸਰਕਾਰ ਉਸ ਮਾਮਲੇ ਤੇ ਫਸਦੀ ਹੈ। ਪਹਿਚਾਣ ਹੋ ਰਹੀ ਹੈ ਗੱਡੀ ਦੀ, ਤਾਂ ਮੇਰੀ ਜਾਚੇ SIT ਕੁਛ ਨਾ ਕੁਛ ਲੱਭ ਲੂਗੀ, ਕਿਉਂਕਿ ਅਮਨ ਸਿੰਘ ਦੀ ਗ੍ਰਿਫਤਾਰੀ ਕਿਸੇ ਵੇਲੇ ਵੀ ਹੋ ਜਾਣੀ ਹੈ ਜੀ। ਉਹ 2 ਮਾਮਲਿਆਂ ਦੇ ਵਿੱਚ ਤਾਂ ਇੱਥੇ ਪੰਜਾਬ ਦੇ ਵਿੱਚ ਹੀ ਲੋੜੀਂਦਾ। ਜਿਹੜਾ ਕਤਲ ਹੋਇਆ ਲਖਬੀਰ ਸਿੰਘ ਦਾ, ਉਹ ਉਸ ਕੇਸ ਦੇ ਵਿੱਚ ਵੀ ਉਹਦਾ ਨਾਮ ਹੈ। ਕਿ ਸਾਡੇ ਕੋਲੇ ਲਖਬੀਰ ਸਿੰਘ ਦੀ ਘਰਵਾਲੀ ਤੇ ਬੇਟੀ ਮੁਜ਼ੱਫਰਨਗਰ ਆਏ ਆ। ਬੜੀ ਅਜੀਬ ਗੱਲ ਹੈ ਕਿ ਪੰਜਾਬ ਦੀਆਂ ਜਥੇਬੰਦੀਆਂ ਨੂੰ ਛੱਡ ਕੇ ਉਹ ਲੋਕੀ ਉੱਥੇ ਗਏ ਆ। ਉਹਨਾਂ ਨੂੰ ਉਸ ਕਮੇਟੀ ਦਾ ਕਿਵੇਂ ਪਤਾ ਲੱਗਿਆ? ਏਡੀ ਦੂਰ ਕਿਵੇਂ ਗਏ? ਪੰਜਾਬ ਦੇ ਵਿੱਚ ਕਿਸੇ ਨੇ ਉਹਨਾਂ ਦੀ ਮਦਦ ਨਹੀਂ ਕੀਤੀ। ਜਿਹੜੀ ਇਨਵੈਸਟੀਗੇਸ਼ਨ ਪੁਲਿਸ ਕਰ ਰਹੀ ਹੈ, ਸਿੱਟ ਕਰ ਰਹੀ ਹੈ, ਉਹਨਾਂ ਦੀ ਰਿਪੋਰਟ ਆ ਲੈਣ ਦਿਓ, ਔਰ ਉਦੋਂ ਬਾਅਦ ਵੀ ਰਿਪੋਰਟ ਆਉਣ ਤੋਂ ਬਾਅਦ ਵੀ ਅਦਾਲਤ ਜਿਹੜੀ ਇਹਦਾ ਫੈਸਲਾ ਕਰੂਗੀ। ਅਸੀਂ ਅਦਾਲਤਾਂ ਨਾ ਆਪਣੀਆਂ ਲਾਈਏ, ਜਿਹੋ ਜੀ ਉਹ ਨਿਹੰਗਾਂ ਨੇ ਅਦਾਲਤ ਲਾ ਲਈ, ਉਹੋ ਜਿਹੀ ਅਦਾਲਤ ਨਾ ਲਾਈਏ ਕਿ ਅਸੀਂ ਉਹਦਾ ਜਿਹੜਾ ਫੈਸਲਾ ਕਰਨਾ। ਜੇ ਤੁਸੀਂ ਕਹਿੰਦੇ ਹੋ ਕਿ ਅਕਾਲ ਤਖਤ ਦੇ ਜਥੇਦਾਰ ਜਿਹੜੇ ਉਹ ਸਾਡੀ ਉੱਪਰ ਵਾਲੀ ਸੀਟ ਆ, ਉਹ ਇਹਦੇ ਵਿੱਚ ਹੁਣ ਇੰਟਰਵੀਨ ਕਿਉਂ ਨਹੀਂ ਕਰਦੇ? ਉਹ ਇਹਦੇ ਵਿੱਚ ਦਖਲ ਕਿਉਂ ਨਹੀਂ ਦੇ ਰਹੇ? ਠੀਕ ਹੈ ਨਾ। ਇਹ ਤਾਂ ਆਪੋ ਧਾਪੀ ਪੈ ਜਾਊਗੀ ਵੜੈਤਾ। ਫਿਰ ਜਿਹੜਾ ਕੋਈ ਚਾਹੂਗਾ ਉਹ ਆਪਣੇ ਤਰੀਕੇ ਨਾਲ ਖਿੱਚੀ ਚੱਲੂਗਾ। ਅਕਾਲ ਤਖਤ ਵਾਲੇ ਜਦ ਉਹ ਕਹਿਣਗੇ ਅਸੀਂ ਇੱਦਾਂ ਚਲਾਵਾਂਗੇ, ਦਮਦਮੀ ਟਕਸਾਲ ਵਾਲੇ ਕਹਿਣਗੇ ਅਸੀਂ ਇੱਦਾਂ ਚਲਾਵਾਂਗੇ, ਰਣਜੀਤ ਸਿੰਘ ਢੱਡਰੀਆਂ ਵਾਲਾ ਕਹੂਗਾ ਮੈਂ ਇਸ ਤਰੀਕੇ ਨਾਲ ਜਿਹੜਾ ਉਹ ਚਲਾਊਂਗਾ। ਇਹ ਤਾਂ ਆਪੋ ਧਾਪੀ ਵਾਲੀ ਸਾਰਾ ਕੁਝ ਜਿਹੜਾ ਉਹ ਚੱਲ ਪੂਗਾ। ਕਿੰਨੀਆਂ ਪਾਰਟੀਆਂ ਬਣ ਗਈਆਂ ਨੇ, ਮੈਨੂੰ ਲੱਗਦਾ ਹੋਰ ਵੀ ਪਾਰਟੀਆਂ ਬਣ ਰਹੀਆਂ ਹੋਣੀਆਂ ਨੇ। ਪੰਨੂ ਸਾਹਿਬ, ਸ਼ਾਇਦ ਤੁਹਾਨੂੰ ਜਾਣਕਾਰੀ ਹੋਵੇ, ਜਿਵੇਂ ਤੁਸੀਂ ਜ਼ਿਕਰ ਕਰ ਰਹੇ ਸੀ ਪਹਿਲਾਂ ਪ੍ਰੋਗਰਾਮ ਤੋਂ। ਤੇ ਇਹ 22 ਦਾ ਜਿਹੜਾ ਘਮਾਸਾਨ ਸ਼ੁਰੂ ਹੋ ਰਿਹਾ, ਇਹਦੇ ਵਿੱਚੋਂ ਲੋਕੀ ਵਿਚਾਰੇ ਕਿੱਥੇ ਜਾਣਗੇ? ਇਹ 117 ਇਹਨਾਂ ਦੀਆਂ ਸੀਟਾਂ, 117 BJP ਦੀਆਂ ਕੈਪਟਨ ਦੀਆਂ, ਫਿਰ 117 ਸੀਟਾਂ ਕਾਂਗਰਸ ਆਉਣਗੇ, 117 ਸੀਟਾਂ ਤੇ ਅਕਾਲੀ ਆਉਣਗੇ। ਖਾਸ ਤੌਰ ਦੇ ਉੱਤੇ ਕਪਤਾਨ ਸਾਹਿਬ ਨੇ ਜਿਵੇਂ BSF ਵਾਲੇ ਮੁੱਦੇ ਦੇ ਉੱਤੇ ਬੋਲਿਆ ਜਾਂ ਇਹ ਕਿਹਾ, ਇਉਂ ਲੱਗਦਾ ਸੀਗਾ ਕਿ ਭਾਰਤੀ ਜਨਤਾ ਪਾਰਟੀ ਦਾ ਕੋਈ ਸਪੋਕਸਮੈਨ ਗੱਲ ਕਰ ਰਿਹਾ। ਉਹਨੇ ਫਾਇਰ ਬੈਕ ਕੀਤਾ ਉਹਨਾਂ ਨੂੰ। ਤੁਸੀਂ ਕੋਈ ਉਹਨਾਂ ਦਾ ਸੋਸ਼ਲ ਪੇਜ ਲੈ ਲਓ ਜਾਂ ਜਿਨ੍ਹਾਂ ਨੇ ਲਾਈਵ ਕੀਤਾ ਉਹਨਾਂ ਦਾ ਲੈ ਲਓ, ਹੇਠਾਂ ਪੜ੍ਹ ਲੈਣਾ। ਜੇ 1% ਵੀ ਤੁਸੀਂ ਕੋਈ ਉਹਨਾਂ ਦੇ ਹੱਕ ਦੇ ਵਿੱਚ ਦਿਖਾ ਦਿਓ ਵੀ ਪੁੱਛਣ ਵਾਲਾ ਹੋਵੇ ਵੀ ਅਮਿਤ ਸ਼ਾਹ ਹੋਰੀ ਕੌਣ ਨੇ, ਨਰਿੰਦਰ ਮੋਦੀ ਹੋਰੀ ਕੌਣ ਨੇ, ਅਜੀਤ ਡੋਵਾਲ ਕੌਣ ਨੇ, ਜੀ ਉਹ ਭਾਜਪਾ ਚੋਂ ਨਹੀਂ ਗਏ, ਜਿਨ੍ਹਾਂ ਨੂੰ ਮਿਲ ਚੁੱਕੇ ਹੋ। ਅੱਛਾ, ਉਹਨਾਂ ਨੂੰ ਟਾਈਮ ਦੇ ਕੇ ਅਮਿਤ ਸ਼ਾਹ ਹੋਰੀ ਗੁਜਰਾਤ ਜਾ ਵੜੇ, ਹੁਣ ਉਹ ਉੱਤਰ ਪ੍ਰਦੇਸ਼ ਚਲੇ ਗਏ ਕਿਉਂਕਿ ਉਹਨਾਂ ਨੇ ਚੋਣ ਕਮਾਂਡ ਸੰਭਾਲ ਲਈ ਉੱਥੇ ਜਾ ਕੇ। ਕੀ ਉਹ ਕੈਪਟਨ ਸਾਹਿਬ ਨੂੰ ਉਚੇਚਾ ਟਾਈਮ ਦੇਣ ਦੇ ਵਾਸਤੇ ਦਿੱਲੀ ਆਉਣਗੇ? ਜਿਹੜੀ BJP ਨੇ ਪ੍ਰੈਸ ਕਾਨਫਰੰਸ ਕੀਤੀ, ਉਹਦੇ ਵਿੱਚ ਕਿਤੇ ਨਹੀਂ ਇਹ ਦੱਸਿਆ। ਉਹਨਾਂ ਨੂੰ ਪੁੱਛਿਆ ਵੀ ਕਪਤਾਨ ਸਾਹਿਬ ਕਹਿੰਦੇ ਮੇਰਾ ਟਾਈ ਅਪ ਹੋਣਾ ਉਹਨਾਂ ਦੇ ਨਾਲ, ਅਸੀਂ ਸੀਟਾਂ ਦੀ ਵੰਡ ਕਰਨੀ ਆ। ਉਹ ਕਹਿੰਦੇ ਸਾਨੂੰ ਨਹੀਂ ਇਹਦੇ ਬਾਰੇ ਕੁਝ ਵੀ ਪਤਾ, ਅਸੀਂ 117 ਤੇ ਲੜਨਾ, ਅਸੀਂ 117 ਤੇ ਲੜਨਾ। ਪ੍ਰੋਗਰਾਮ ਵਾਰ ਸਤਵਾਰ ਲੈ ਕੇ ਅਸੀਂ ਹਾਜ਼ਰ ਹਾਂ, ਭਾਵ ਕਿ ਮੇਰੇ ਨਾਲ ਬਲਤੇਜ ਪੰਨੂ ਸਾਹਿਬ, ਅਸੀਂ ਤੁਹਾਨੂੰ ਜੀ ਆਇਆਂ ਵੀ ਕਹਿੰਦੇ ਹਾਂ। ਵੈਸੇ ਤਾਂ ਤੁਸੀਂ ਸਾਡੀ ਟੀਮ ਦਾ ਹਿੱਸਾ ਹੀ ਹੋ। ਥੈਂਕ ਯੂ। ਸੋ ਅੱਜ ਗੱਲਾਂ ਕਰਾਂਗੇ ਅਸੀਂ ਕੁਝ ਵਿਸਥਾਰ ਦੇ ਵਿੱਚ ਖਾਸ ਜੋ ਘਟਨਾਵਾਂ ਪਿਛਲੇ ਸਮੇਂ ਵਿੱਚ ਵਾਪਰੀਆਂ। ਜਿਵੇਂ ਤੁਸੀਂ ਜਾਣਦੇ ਹੋ ਕਿ ਅਸੀਂ ਪੂਰੇ ਹਫਤੇ ਦਾ ਲੇਖਾ ਜੋਖਾ ਕਰਦੇ ਹਾਂ ਤੇ ਪੰਨੂ ਸਾਹਿਬ ਉਹਦੀ ਚੀੜ-ਫਾੜ ਜਿਹੜੀ ਆ ਉਹ ਕਰਦੇ ਆ। ਸੋ ਇਸ ਵਾਰ ਕਿਸਾਨ ਮੁੱਦਾ ਬੜਾ ਵੱਡੇ ਪੱਧਰ ਦੇ ਉੱਤੇ ਇਸ ਹਫਤੇ ਦੇ ਵਿੱਚ ਚਰਚਾ ਦੇ ਵਿੱਚ ਰਿਹਾ। ਇਹਦੇ ਨਾਲ ਪੰਜਾਬ ਦੇ ਵਿੱਚ ਚੋਣਾਂ ਨੇ, ਕੈਪਟਨ ਅਮਰਿੰਦਰ ਸਿੰਘ ਦੀ ਪ੍ਰੈਸ ਕਾਨਫਰੰਸ ਹੈ, ਭਾਜਪਾ ਨੇ ਤੁਹਾਨੂੰ ਨਵਾਂ ਪੰਜਾਬ ਦੇਣ ਦੀ ਗੱਲ ਜਿਹੜੀ ਆ ਉਹ ਕੀਤੀ ਹੈ। ਇਹਦੇ ਨਾਲ ਦੀ ਨਾਲ ਕੈਬਨਿਟ ਮੀਟਿੰਗ ਹੋਈ ਹੈ, ਸਰਬ ਪਾਰਟੀ ਮੀਟਿੰਗ ਹੋਈ ਹੈ, ਜਿਹਦੇ ਵਿੱਚ BSF ਦੇ ਮੁੱਦੇ ਨੂੰ ਲੈ ਕੇ ਤੇ ਖੇਤੀ ਕਾਨੂੰਨਾਂ ਨੂੰ ਲੈ ਕੇ ਗੱਲ ਜਿਹੜੀ ਚੱਲ ਰਹੀ ਹੈ। ਇਹਦੇ ਨਾਲ ਛੋਟੇ ਕੁਝ ਇਹੋ ਜਿਹੇ ਮੁੱਦੇ ਨੇ ਜਿਨ੍ਹਾਂ ਦੀ ਗੱਲ ਜੇ ਅਸੀਂ ਨਾ ਕਰੀ ਤੇ ਉਹ ਇਸ ਹਫਤੇ ਦੀਆਂ ਜਿਹੜੀਆਂ ਕੁਝ ਡਿਵੈਲਪਮੈਂਟਸ ਹੋਈਆਂ ਨੇ ਉਹ ਅਧੂਰੀਆਂ ਰਹਿ ਜਾਣਗੀਆਂ। ਉਹਨਾਂ ਵਿੱਚ ਵਿਸਤਾਰ 'ਚ ਗੱਲ ਕਰਾਂਗੇ, ਔਰ ਜਿਹਦੇ ਵਿੱਚ ਇਹ ਵੀ ਹੈ ਕਿ ਸਾਡੇ ਪੰਜਾਬੀ ਜਿਹੜੇ ਪਿਛਲੇ ਲੰਮੇ ਸਮੇਂ ਤੋਂ ਕਿਸਾਨ ਅੰਦੋਲਨ ਦੀ ਮਦਦ ਕਰਦੇ ਪਏ ਆ, ਉਹ ਬਾਹਰੋਂ ਆਉਂਦੇ ਨੇ, ਬਾਹਰੋਂ ਉਹ ਮਾਇਕ ਤੌਰ 'ਤੇ ਨੈਤਿਕ ਤੌਰ 'ਤੇ ਮਦਦ ਕਰਦੇ ਆ। ਉਹਨਾਂ ਨੂੰ ਕਿਵੇਂ ਜ਼ਲੀਲ ਕੀਤਾ ਜਾ ਰਿਹਾ ਹੈ, ਉਹਨਾਂ ਨੂੰ ਇਹ ਅਹਿਸਾਸ ਕਰਾਇਆ ਜਾ ਰਿਹਾ ਕਿ ਉਹ ਸ਼ਾਇਦ ਭਾਰਤ ਦੇ ਵਸਨੀਕ ਨਹੀਂ ਹੈਗੇ, ਇੱਥੋਂ ਦੇ ਮਿੱਟੀ ਦੇ ਜੰਮਪਲ ਨਹੀਂ। ਬਹੁਤ ਸਾਰੀਆਂ ਘਟਨਾਵਾਂ ਨੇ। ਅਰੂਸਾ ਆਲਮ ਦਾ ਵੀ ਜ਼ਿਕਰ ਕਰਾਂਗੇ,
ਔਰ ਖੇਡਾਂ ਦੇ ਵਿੱਚ ਸਿਆਸਤ ਕਿਵੇਂ ਆ ਰਹੀ ਹੈ, ਕਿਵੇਂ ਧਮਕੀਆਂ ਮਿਲ ਰਹੀਆਂ ਨੇ, ਇਹਦੇ ਵਿੱਚ ਗੱਲ ਕਰਾਂਗੇ। ਪਰ ਪਹਿਲਾਂ ਸਭ ਤੋਂ ਗੱਲ ਆਪਾਂ ਕਰਨੀ ਹੈ ਪਨੂ ਸਾਹਿਬ, ਕਿਸਾਨ ਅੰਦੋਲਨ ਦੀ ਵੱਡੀ ਦੁਰਘਟਨਾ ਲਖੀਮਪੁਰ ਵਰਗੀ ਵਾਪਰ ਗਈ ਟਿਕਰੀ ਬਾਰਡਰ ਤੇ ਬਹਾਦਰਗੜ੍ਹ ਦੇ ਨੇੜੇ, ਕਿ ਜਿੱਥੇ ਸਾਡੀਆਂ ਕਿਸਾਨ ਬੀਬੀਆਂ ਦੇ ਉੱਤੇ ਟਰੱਕ ਚੜਾ ਦਿੱਤਾ। ਔਰ ਨਿਹੰਗ ਕਤਲकांड ਜਿਹੜਾ ਹੈ ਉਹ ਚਰਚਾ ਦਾ ਵਿਸ਼ਾ ਹੈ। ਔਰ ਇਹ ਪਤਾ ਲੱਗਿਆ ਕਿ ਜਿਹੜੇ ਉਹਦੇ ਪਿੰਡ ਦੇ ਵਿੱਚ ਟੀਮ ਗਈ ਸੀ ਉਹ ਇਸ ਨਤੀਜੇ ਤੇ ਨਹੀਂ ਪਹੁੰਚ ਸਕੀ ਕਿ ਲਖਬੀਰ ਨੂੰ ਲੈ ਕੇ ਕੌਣ ਗਿਆ। ਹਾਲਾਂਕਿ ਹੋ ਸਕਦਾ ਇਹਦੇ ਪਿੱਛੇ ਕੋਈ ਹੋਰ ਗੱਲ ਹੋਵੇ, ਪਰ ਇਹ ਬਹੁਤ ਵੱਡਾ ਸਵਾਲ ਹੈ ਕਿ ਲਖਬੀਰ ਨੂੰ ਲੈ ਕੇ ਕੌਣ ਗਿਆ, ਜਿਹਦੇ ਬਾਰੇ ਸਾਰੇ ਕਹਿ ਰਹੇ ਆ ਕਿ ਉਹ ਇਕੱਲਾ ਤੇ ਕਿਤੇ ਜਾ ਵੀ ਨਹੀਂ ਸਕਦਾ। ਔਰ ਇਹਦੇ ਨਾਲ ਇੱਕ 27 ਤਾਰੀਖ ਨੂੰ ਤੁਸੀਂ ਸਾਰਿਆਂ ਨੇ ਵੇਖਿਆ ਹੋਣਾ ਕਿ ਉੱਥੇ ਇੱਕ ਹਿੰਦ ਮਜ਼ਦੂਰ ਕਿਸਾਨ ਕਮੇਟੀ ਦੇ ਕੁਝ ਲੋਕ ਉੱਥੇ ਆਏ ਔਰ ਉਹਨਾਂ ਨੇ ਦਾਅਵਾ ਕੀਤਾ, ਪਨੂ ਸਾਹਿਬ ਬੜੀ ਹੈਰਾਨੀ ਦੀ ਗੱਲ ਹੈ, ਕਿ ਲਖਬੀਰ ਦੀ ਘਰਵਾਲੀ ਤੇ ਉਹਦੀ ਬੇਟੀ ਮੁਜ਼ੱਫਰਨਗਰ ਪਹੁੰਚੇ ਉਹਨਾਂ ਕੋਲੇ, ਤੇ ਉੱਥੇ ਜਾ ਕੇ ਉਹਨਾਂ ਨੇ ਕਿਹਾ ਕਿ ਸਾਨੂੰ ਇਨਸਾਫ ਦਿਵਾਓ। ਵੀ ਸਾਰਾ ਪੰਜਾਬ ਛੱਡ ਕੇ ਉਹ ਉੱਥੇ ਪਹੁੰਚੇ ਤੇ ਉਹਨਾਂ ਨੇ ਕਿਹਾ ਕਿ ਉਹ ਹੁਣ ਉੱਥੇ ਜਾ ਕੇ ਹਵਨ ਕਰਨਾ ਚਾਹੁੰਦੇ ਆ ਜਿੱਥੇ ਉਹਦਾ ਕਤਲ ਕੀਤਾ ਗਿਆ, ਤੇ ਫਿਰ ਉਹ ਇੱਥੋਂ ਤੱਕ ਮੰਨੇ ਕਿ ਸਾਨੂੰ ਉਹ ਸਾਹਮਣੇ ਦਿਸਦਾ ਹੋ ਜੇ ਅਸੀਂ ਉੱਥੇ ਬੈਠ ਕੇ ਕਰ ਲਵਾਂਗੇ। ਇਹ ਸਾਰੀਆਂ ਘਟਨਾਵਾਂ ਨੂੰ ਜੇ ਅਸੀਂ ਵੇਖੀਏ ਇਹ ਇੱਥੇ ਆ ਕੇ ਨਿਬੜ ਰਹੀਆਂ ਨੇ। ਮਤਲਬ ਸਰਕਾਰ ਨੇ ਜਾਂ ਤਾਂ ਕੋਈ ਢੰਗ ਲੱਭਿਆ ਕਿ ਬੈਰੀਕੋਡ ਖੋਲ੍ਹ ਦਿਓ ਹੁਣ, ਤਾਂ ਕਿ ਜਿਹੜੀ ਅਟੈਂਸ਼ਨ ਡਾਇਵਰਟ ਕਰ ਦਿੱਤੀ ਜਾਵੇ ਇਸ਼ੂ ਦੇ ਉੱਤੋਂ। ਤੇ ਇਹ ਮੈਂ ਸਮਝਦਾ ਕਿਸਾਨਾਂ ਦੀ ਇੱਕ ਵਾਰੀ ਫੇਰ ਜਿੱਤ ਹੋਈ ਆ ਕਿ ਜਿਸ ਘਟਨਾ ਨੂੰ ਲੈ ਕੇ ਸਾਰਾ ਦੋਸ਼ ਕਿਸਾਨਾਂ ਸਿਰ ਮੜਿਆ ਜਾ ਰਿਹਾ ਸੀ ਕਿ ਦਿੱਲੀ ਬੰਦ ਕੀਤੀ ਪਈ ਹੈ, ਦਿੱਲੀ ਦਾ ਸਾਹ ਘੁੱਟਿਆ ਪਿਆ, ਤੇ ਕਿਸਾਨ ਤੇ ਉੱਥੇ ਬੈਠੇ ਨੇ ਹਾਲੇ ਵੀ। ਹੁਣ ਸਰਕਾਰ ਆਪਣੇ ਆਪ ਦਿੱਲੀ ਪੁਲਿਸ ਜਿਹੜੀ ਹੈ ਉਹ ਬੈਰੀਕੇਡ ਖੋਲ੍ਹਦੀ ਪਈ ਹੈ। ਬਿਲਕੁਲ, ਐਕਚੁਅਲੀ ਰਾਤ ਜਿਹੜਾ ਸੀ ਉਹ ਟਿਕਰੀ ਦੇ ਉੱਤੇ ਥੋੜਾ ਟੈਂਸ ਵਾਲਾ ਮਾਹੌਲ ਵੀ ਬਣਿਆ ਇੱਕ ਵਾਰੀ ਫੇਰ। ਹਾਲਾਂਕਿ ਉਹ ਠੀਕ ਆ ਉੱਥੇ। ਹੁਣ ਗਾਜੀਪੁਰ ਦੇ ਉੱਤੇ ਵੀ ਜਿਹੜੇ ਉਹ ਉਹਨਾਂ ਨੇ ਬੈਰੀਕੇਡ ਜਿਹੜੇ ਉਹ ਚੁੱਕੇ ਨੇ। ਐਕਚੁਅਲੀ ਕੀ ਆ ਇਹ ਵੜੈਚ ਸਾਹਿਬ, ਜਦੋਂ ਇਹ ਬੈਰੀਕੇਡ ਲਾਏ ਸੀਗੇ 26 ਜਨਵਰੀ ਤੋਂ ਬਾਅਦ, ਬਹੁਤ ਵੱਡੇ ਜਾਂ ਜਿਹੜੀਆਂ ਸੀਮੈਂਟਡ ਦੀਆਂ ਕੰਧਾਂ ਬਣਾਈਆਂ ਸੀਗੀਆਂ, ਮਕਸਦ ਇਹਨਾਂ ਦਾ ਇਹ ਸੀਗਾ ਕਿ ਨੇੜੇ ਤੇੜੇ ਵਾਲੇ ਲੋਕ ਪਰੇਸ਼ਾਨ ਕਰ ਦਿਓ ਜੀ। ਕਿਉਂਕਿ ਗਾਜੀਪੁਰ ਵਾਲੀ ਜੇ ਸਰਹੱਦ, ਮੈਂ ਉੱਥੇ ਗਿਆ ਹੋਇਆ 2 ਵਾਰੀ ਕਵਰੇਜ ਦੇ ਵਾਸਤੇ ਵੀ, ਉਹ 16 ਲੇਨ ਨੇ, ਮਤਲਬ ਕਿ ਉਹ ਤਾਂ ਬੈਠੇ 2 ਲੇਨਸ ਦੇ ਵਿੱਚ, ਬਾਕੀ ਸਾਰੀਆਂ ਵੀ ਬੰਦ ਕਰ ਦਿੱਤੀਆਂ, ਬਾਕੀ ਸਾਰੀਆਂ ਵੀ ਪਰੇਸ਼ਾਨ ਕਰੋ। ਅੱਛਾ, ਹੋਇਆ ਇਹ ਕਿ ਚਾਹੇ ਸਿੰਘੂ ਆ, ਚਾਹੇ ਟਿਕਰੀ ਆ, ਚਾਹੇ ਗਾਜੀਪੁਰ ਆ, ਉਹ ਹੋਰ ਅਲਟਰਨੇਟ ਰੂਟ ਥਾਣੀ ਜਾਣ ਲੱਗੇ। ਲੋਕਾਂ ਨੇ ਕੰਪਲੇਂਟ ਨਹੀਂ ਕੀਤੀ ਇਸ ਐਜੀਟੇਸ਼ਨ, ਬਿਲਕੁਲ, ਜਿਹੜੀ ਕਿ ਸਰਕਾਰ ਦੇ ਉਲਟ ਗਈ। ਹੁਣ ਸੁਪਰੀਮ ਕੋਰਟ ਦੇ ਵਿੱਚ ਇਹ ਮਾਮਲਾ ਚੱਲ ਰਿਹਾ। ਸੁਪਰੀਮ ਕੋਰਟ ਬਾਰ-ਬਾਰ ਕਹਿੰਦੀ ਹੈ ਕਿ ਤੁਸੀਂ ਅਣਮਿੱਥੇ ਸਮੇਂ ਲਈ ਸੜਕਾਂ ਕਿਵੇਂ ਰੋਕ ਸਕਦੇ ਹੋ। ਸਰਕਾਰ ਉਸ ਮਾਮਲੇ ਤੇ ਫਸਦੀ ਹੈ। ਕਿਸਾਨ ਕਹਿੰਦੇ ਅਸੀਂ ਤਾਂ ਸੜਕ ਰੋਕੀ ਕੋਈ ਨਹੀਂ, ਸੜਕ ਤਾਂ ਤੁਸੀਂ ਰੋਕੀ ਹੈ। ਇਹ ਸੁਪਰੀਮ ਕੋਰਟ ਤੋਂ ਵੀ ਸੱਚੇ ਹੋਣ ਦੇ ਮਾਰੇ ਦੇ ਵਿੱਚ ਇਹ ਸਾਰਾ ਕੁਝ ਜਿਹੜਾ ਉਹ ਕੀਤਾ ਜਾ ਰਿਹਾ, ਉਹਦੇ ਕਰਕੇ ਹੀ ਇਹ ਰੋਕਾਂ ਲਾਈਆਂ ਜਾ ਰਹੀਆਂ ਨੇ। ਜਿਹੜੀ ਗੱਲ ਤੁਸੀਂ ਜਿੱਥੋਂ ਛੋਹੀ ਸੀਗੀ, ਜੇ ਉਹਨੂੰ ਵੀ ਨਾਲ ਹੀ ਮੈਂ ਲੈ ਲਵਾਂ, ਔਰਤਾਂ ਦੀ ਜਿਨ੍ਹਾਂ ਦੀ ਮੌਤ ਹੋਈ ਆ, ਤਿੰਨਾਂ ਦੀ, ਕੱਲ ਜਦੋਂ ਇਹਨਾਂ ਦਾ ਅੰਤਮ ਸੰਸਕਾਰ ਕੀਤਾ ਗਿਆ, ਬਹੁਤ ਗਮਗੀਨ ਮਾਹੌਲ ਸੀ ਉਸ ਪਿੰਡ ਦੇ ਵਿੱਚ। ਐਡੀ ਵੱਡੀ ਗਿਣਤੀ ਦੇ ਵਿੱਚ ਇਲਾਕਾ ਢੁੱਕਿਆ ਉੱਥੇ। ਜਿੱਦਣ ਇਹਨਾਂ ਦੀ ਮੌਤ ਹੁੰਦੀ ਆ ਉਸ ਦਿਨ ਕੋਈ ਚੁੱਲ੍ਹਾ ਨਹੀਂ ਬਲਿਆ ਇਹਨਾਂ ਪਿੰਡਾਂ ਦੇ ਵਿੱਚ। ਮਾਨਸਾ ਡਿਸਟ੍ਰਿਕਟ ਦੇ ਵਿੱਚ ਜਦੋਂ ਇਹਨਾਂ ਔਰਤਾਂ ਦੀਆਂ ਮ੍ਰਿਤਕ ਦੇਹਾਂ ਜਿਹਦੇ ਉੱਤੇ ਕਿਸਾਨੀ ਝੰਡੇ ਚੜਾਏ ਹੋਏ ਸੀਗੇ ਉਹ ਜਾ ਰਹੀਆਂ ਸੀਗੀਆਂ, ਲੋਕ ਕੋਠਿਆਂ ਦੇ ਉੱਤੇ ਚੜ੍ਹ ਕੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਦੇ ਵਾਸਤੇ ਆਏ ਸੀ। ਔਰ ਉਹ ਕਹਿ ਰਹੇ ਸੀਗੇ ਕਿ ਬੀਬੀਓ ਤੁਹਾਡੀ ਸੋਚ ਅਧੂਰੀ, ਜਾਨ ਦੇ ਕੇ ਕਰਾਂਗੇ ਪੂਰੀ, ਇੱਦਾਂ ਦੇ ਜਿਹੜੇ ਉਹ ਨਾਅਰੇ ਸੀ। ਬੜਾ ਗਮਗੀਨ ਪਰ ਜੋਸ਼ੀਲਾ ਇੱਕ ਮਾਹੌਲ ਵੀ ਸੀਗਾ। ਔਰ ਇਹ ਸ਼ਾਇਦ ਪੰਜਾਬ ਦੇ ਹਿੱਸੇ ਆਇਆ, ਜਿਹੜੀ ਗੱਲ ਤੁਸੀਂ ਛੂਹਣੀ ਚਾਹੁੰਦੇ ਸੀ ਪਹਿਲਾਂ ਵੀ ਪੰਜਾਬੀਆਂ ਨੂੰ ਕੀਤਾ ਜਾ ਰਿਹਾ, ਇਹ ਪੰਜਾਬ ਦੇ ਹਿੱਸੇ ਆਇਆ ਕਿ ਜਿੱਥੇ ਜਦੋਂ ਕੋਈ ਸ਼ਹੀਦੀ ਵੀ ਹੁੰਦੀ ਆ ਤੇ ਉਹਨੂੰ ਵੀ ਇੱਕ ਕਿਸਮ ਦੇ ਨਾਲ ਜੋਸ਼ ਦੇ ਵਿੱਚ ਭਰ ਕੇ ਉਹਨੂੰ ਤੋਰਿਆ ਜਾਂਦਾ। ਇਸ ਕਰਕੇ ਕਿ ਠੀਕ ਹੈ ਤੁਹਾਡੀ, ਕਿਉਂਕਿ ਕੰਟਰੀਬਿਊਸ਼ਨ ਬਹੁਤ ਵੱਡੀ ਆ ਉਹਨਾਂ ਔਰਤਾਂ ਦੀ। ਜਾਂ 700 ਜਿਹੜਾ ਸ਼ਹੀਦ ਹੋ ਗਿਆ ਕਿਸਾਨ, ਇੱਕ ਉਹ ਕਹੀ ਜਾਂਦਾ ਸੀ ਵੀਡੀਓ ਦੇ ਉੱਤੇ ਕੁਝ ਸਮਾਂ ਪਹਿਲਾਂ ਵੀ ਇਹ ਸ਼ਰਾਬ ਪੀ ਕੇ ਮਰੇ ਆ, ਜਾਂ ਇਹਨਾਂ ਨੇ ਘਰ ਵੀ ਮਰ ਜਾਣਾ ਸੀ। ਉਸ ਬੰਦੇ ਨੂੰ ਜੋ ਸ਼ਰਮ ਹੋਵੇ ਅੱਜ, ਤਾਂ ਉਹ ਇਹ ਦੇਖੇ ਕਿ ਕੈਸਾ ਜਜ਼ਬਾ ਇਹਨਾਂ ਲੋਕਾਂ ਦੇ ਵਿੱਚ ਅੱਜ ਵੀ ਹੈ। ਜਿਹੜੀ ਗੱਲ ਤੁਸੀਂ ਲਖਬੀਰ ਸਿੰਘ ਵਾਲੀ ਕਰਦੇ ਹੋ, ਹਾਂਜੀ, ਉਹਦਾ ਇਸ ਤਰ੍ਹਾਂ ਹੈ ਵੜੈਚ ਸਾਹਿਬ ਕਿ ਜਿਹੜੀ ਸਿੱਟ ਹੈ ਉਹ ਅਜੇ ਕਹਿੰਦੀ ਹੈ ਕਿ ਸਾਨੂੰ ਪਤਾ ਨਹੀਂ। ਮੇਰੇ ਚਾਚੇ ਬਹੁਤ ਸਾਰੇ ਸਵਾਲਾਂ ਦਾ ਜਵਾਬ ਅਮਨ ਸਿੰਘ ਕੋਲੇ ਆ। ਮੈਨੂੰ ਯਾਦ ਆ ਤੁਸੀਂ ਆਪਾਂ ਜ਼ਿਕਰ ਵੀ ਕੀਤਾ ਸੀ ਇੱਕ ਵਾਰੀ ਇਹਦੇ ਪ੍ਰੋਗਰਾਮ ਦੇ ਵਿੱਚ ਵੀ ਕਿ ਉਹ ਕਿਸੇ ਬਲੈਰੋ ਗੱਡੀ ਦੇ ਉੱਤੇ ਉਹਨੂੰ ਚੜਾ ਕੇ ਲੈ ਕੇ ਗਏ ਆ। ਇਹ ਮੀਡੀਆ 'ਚ ਵੀ ਆ ਚੁੱਕਿਆ ਹੋਇਆ। ਉਹ ਗੱਡੀ ਨੂੰ ਕਿਉਂ ਕੌਣ ਨਹੀਂ ਪਹਿਚਾਣ ਸਕਦਾ? ਉਹ
ਪਹਿਚਾਣ ਹੋ ਰਹੀ ਹੈ ਗੱਡੀ ਦੀ ਤਾਂ ਮੇਰੀ ਜਾਚੇ SIT ਕੁਛ ਨਾ ਕੁਛ ਲੱਭ ਲੂਗੀ, ਕਿਉਂਕਿ ਅਮਨ ਸਿੰਘ ਦੀ ਗ੍ਰਿਫਤਾਰੀ ਕਿਸੇ ਵੇਲੇ ਵੀ ਹੋ ਜਾਣੀ ਹੈ ਜੀ। ਉਹ 2 ਮਾਮਲਿਆਂ ਦੇ ਵਿੱਚ ਤਾਂ ਇੱਥੇ ਪੰਜਾਬ ਦੇ ਵਿੱਚ ਹੀ ਲੋੜੀਂਦਾ। ਜਿਹੜਾ ਕਤਲ ਹੋਇਆ ਲਖਬੀਰ ਸਿੰਘ ਦਾ, ਉਹ ਉਸ ਕੇਸ ਦੇ ਵਿੱਚ ਵੀ ਉਹਦਾ ਨਾਮ ਹੈ ਜੀ। ਉਹਨੂੰ ਫੜਨ ਦੇ ਵਾਸਤੇ ਪੁਲਿਸ ਜਿਹੜੀ ਉਹ ਗਈ ਆ 2 ਵਾਰੀ, ਪਰ ਇਹ ਆ ਕਿ ਸ਼ਾਇਦ ਇਸ ਕਰਕੇ ਕਿਉਂਕਿ ਨਿਹੰਗ ਸਿੰਘ ਹੋਰ ਵੀ ਜਥੇਬੰਦੀਆਂ ਦੇ ਉੱਤੇ ਬੈਠੇ ਨੇ, ਉਹਨਾਂ ਕਰਕੇ ਉਹਦੀ ਅਜੇ ਗ੍ਰਿਫਤਾਰੀ ਜਿਹੜੀ ਉਹ ਨਹੀਂ ਹੋਈ। ਵੜੈਚ ਸਾਹਿਬ, ਕਈ ਵਾਰੀ ਇਉਂ ਹੁੰਦਾ ਕਿ ਕੁਛ ਜਿਹੜੀਆਂ ਆਪ ਹੀ ਗਲਤੀਆਂ ਕਰ ਲਈਆਂ ਜਾਂਦੀਆਂ ਨੇ। ਮੇਰੀ ਜਾਚੇ ਸਤਕਾਰ ਕਮੇਟੀ ਨੂੰ ਉਹਦਾ ਉਸ ਦਿਨ ਉੱਥੇ ਅੰਤਮ ਰਸਮਾਂ ਦੇ ਮੌਕੇ ਦੇ ਉੱਤੇ ਰੋਕਣ ਲਈ ਨਹੀਂ ਜਾਣਾ ਚਾਹੀਦਾ ਸੀ। ਉਸ ਚੀਜ਼ ਨੇ ਟੈਂਸ ਕ੍ਰੀਏਟ ਕੀਤੀ ਆ। ਜਿਹੜੀ ਗੱਲ ਤੁਸੀਂ ਇਹ ਕਹਿ ਰਹੇ ਹੋ ਕਿ ਉਹ ਜਿਹੜੀ ਉੱਥੇ ਜਥੇਬੰਦੀ ਗਈ ਆ, ਜਿਹਨੇ ਕਹਿੰਦੇ ਕਿ ਅਸੀਂ ਇੱਥੇ ਹਵਨ ਕਰਨਾ, ਹਿੰਦ ਮਜ਼ਦੂਰ ਕਿਸਾਨ ਕਮੇਟੀ, ਉਹ ਪਰਿਵਾਰ, ਤੁਸੀਂ ਈਵਨ ਉਹਦਾ ਜਿਹੜਾ ਸਹੁਰਾ ਜਾਂ ਉਹਦਾ ਫਾਦਰ ਦੇਖੋ, ਗੁਰਸਿੱਖ ਨੇ ਸਾਰੇ। ਮਤਲਬ ਕਿ ਦੂਜੀ ਗੱਲ ਆ, ਜਿੰਨੀ ਦੇਰ ਤੱਕ ਕੋਈ ਪ੍ਰੂਵਨ ਗਿਲਟੀ ਨਹੀਂਗਾ, ਤੁਸੀਂ ਉਹਨੂੰ ਦੋਸ਼ੀ ਨਹੀਂ ਕਹਿ ਸਕਦੇ। ਠੀਕ ਹੈ ਨਾ ਜੀ। ਉਹਦੀ ਤਾਂ ਅਜੇ ਛਾਣਬੀਣ ਹੋ ਰਹੀ ਆ, ਅਜੇ ਤੱਕ ਉਹਨਾਂ ਨੇ ਕੋਈ ਵੀਡੀਓ ਨਹੀਂ ਜਾਰੀ ਕੀਤੀ। ਔਰ ਕਿਹਾ ਜਾ ਰਿਹਾ ਕਿ ਉਹ ਤੇ ਬੰਦਾ ਵਿਚਾਰਾ ਜਿਹੜਾ ਉਹ ਅਨਪੜ੍ਹ ਸੀ, ਉਹਨੂੰ ਜਾਣ ਪਛਾਣ ਨਹੀਂ ਸੀ, ਉਹ ਤੇ ਜਾ ਹੀ ਨਹੀਂ ਸੀ ਸਕਦਾ ਉੱਥੇ। ਇਸ ਗੱਲ ਨੂੰ ਵੀ ਧਿਆਨ 'ਚ ਰੱਖਣਾ ਚਾਹੀਦਾ ਸੀ ਜਦੋਂ ਇਸ ਕਿਸਮ ਦੀ ਪਾਬੰਦੀ ਲਾਈ ਗਈ ਉਹਨਾਂ ਤੇ। ਔਰ ਜਿਹੜੀ ਜਥੇਬੰਦੀ ਉੱਥੇ ਉਸ ਦਿਨ ਨਾਅਰੇ ਮਾਰ ਰਹੀ ਸੀਗੀ ਜਾਂ ਅੱਗੇ ਜਾਣ ਦੀ ਕੋਸ਼ਿਸ਼ ਕਰ ਰਹੀ ਸੀ, ਉਸ ਜਥੇਬੰਦੀ ਦੀ ਜਿਹੜੀ ਅਗਵਾਈ ਕਰ ਰਿਹਾ ਸੀ, ਹੁਣ ਤਾਂ ਉਹਦੀ ਵੀ ਸਾਹਮਣੇ ਆ ਗਈ ਵੀ ਉਹ ਕੌਣ ਹੈ, ਕਿਹਦੇ ਨਾਲ ਜੁੜਿਆ ਹੋਇਆ ਉਹ ਬੰਦਾ। ਉਹ ਸ਼ਰਾਰਤ ਕੀਤੀ ਜਾ ਰਹੀ ਹੈ। ਆਈ ਥਿੰਕ ਲਖਬੀਰ ਸਿੰਘ ਦਾ ਪਰਿਵਾਰ ਵੀ ਜਿਹੜਾ ਉਹ ਪੜ੍ਹਿਆ ਲਿਖਿਆ ਨਹੀਂਗਾ ਵੜੈਚ ਸਾਹਿਬ। ਫਿਰ ਵੀ ਜੇ ਕੋਈ ਪ੍ਰੋਗਰਾਮ ਨੂੰ ਨੇੜੇ ਤੇੜੇ ਵਾਲੇ ਦੇਖਦੇ ਆ ਤਾਂ ਉਹਨਾਂ ਤੱਕ ਇਹ ਗੱਲ ਜ਼ਰੂਰ ਪਹੁੰਚਾਉਣ ਕਿ ਉਹ ਅਜਿਹੇ ਹੱਥਾਂ ਦੇ ਵਿੱਚ ਨਾ ਖੇਡਣ। ਪੰਨੂ ਸਾਹਿਬ, ਇੱਥੇ ਤੁਸੀਂ ਥੋੜਾ ਜਿਹਾ ਮੈਂ ਚਾਹਾਂਗਾ ਟਿੱਪਣੀ ਕਰੋ ਕਿ ਉਹਨਾਂ ਨੇ ਜਿਹੜੇ ਉਹ ਕਮੇਟੀ ਵਾਲੇ ਬੰਦੇ ਸੀ, ਉਹਨਾਂ ਨੇ ਮੀਡੀਆ ਨੂੰ ਕਿਹਾ ਕਿ ਸਾਡੇ ਕੋਲੇ ਲਖਬੀਰ ਸਿੰਘ ਦੀ ਘਰਵਾਲੀ ਤੇ ਬੇਟੀ ਮੁਜ਼ੱਫਰਨਗਰ ਆਏ ਆ। ਬੜੀ ਅਜੀਬ ਗੱਲ ਹੈ ਕਿ ਪੰਜਾਬ ਦੀਆਂ ਜਥੇਬੰਦੀਆਂ ਨੂੰ ਛੱਡ ਕੇ ਉਹ ਲੋਕੀ ਉੱਥੇ ਗਏ ਆ। ਉਹਨਾਂ ਨੂੰ ਉਸ ਕਮੇਟੀ ਦਾ ਕਿਵੇਂ ਪਤਾ ਲੱਗਿਆ? ਏਡੀ ਦੂਰ ਕਿਵੇਂ ਗਏ? ਪੰਜਾਬ ਦੇ ਵਿੱਚ ਕਿਸੇ ਨੇ ਉਹਨਾਂ ਦੀ ਮਦਦ ਨਹੀਂ ਕੀਤੀ ਤੇ ਉੱਥੋਂ ਫਿਰ ਉਹ ਕਮੇਟੀ ਬਣਾ ਕੇ ਇੱਕ ਵੱਡਾ ਜੱਥਾ ਲੈ ਕੇ 200-300 ਲੋਕਾਂ ਦਾ ਇੱਥੇ ਪਹੁੰਚਿਆ। ਇਹ ਬੜਾ ਸਵਾਲ ਖੜਾ ਕਰਦਾ ਕਿ ਕੌਣ ਕਰ ਰਿਹਾ ਸਾਰਾ ਕੁਝ? ਨਹੀਂ, ਉਹ ਪਤਾ ਸਭ ਨੂੰ ਕੌਣ ਜਿਹੜਾ ਕਰ ਰਿਹਾ। ਉਹ ਆਪ ਹੀ ਕਹਿੰਦੇ ਆ ਕਿ ਲਖਬੀਰ ਸਿੰਘ ਉੱਥੋਂ ਨਾਲ ਦੇ ਪਿੰਡ ਵੀ ਨਹੀਂ ਸੀ ਜਾ ਸਕਦਾ। ਜੇ ਉਹ ਨਹੀਂ ਸੀ ਜਾ ਸਕਦਾ ਤੇ ਜਾ ਵੀ ਨਹੀਂ ਸਕਦੇ, ਜਾ ਤੇ ਵੀ ਨਹੀਂ ਸਕਦੇ। ਹੁਣ ਉਸੇ ਪਰਿਵਾਰ ਦੇ ਮੈਂਬਰ ਨੇ ਨਾ, ਐਡੀ ਦੂਰ ਉਹ ਕਿਵੇਂ ਲੱਭਣ ਜਾ ਸਕਦੇ ਆ? ਆਈ ਥਿੰਕ ਕਿਤੇ ਨਾ ਕਿਤੇ ਕੁਝ ਮਿਸਟੇਕਸ ਹੋਈਆਂ ਨੇ। ਇੱਕ ਤਾਂ ਜਿਹੜੇ ਸਾਡੇ ਮੰਤਰੀ ਜਾਂ ਮੁੱਖ ਮੰਤਰੀ ਸੀ, ਉਹਨਾਂ ਨੂੰ ਵੀ ਉਹਦੇ ਘਰੇ ਜਾਣਾ ਚਾਹੀਦਾ ਸੀਗਾ, ਚਾਹੇ ਕੁਝ ਵੀ ਆ। ਦੇਖੋ, ਮੈਂ ਫਿਰ ਇਹ ਕਹੂੰਗਾ ਕਿ ਇਹ ਜਿਹੜੀ ਇਨਵੈਸਟੀਗੇਸ਼ਨ ਪੁਲਿਸ ਕਰ ਰਹੀ ਹੈ, ਸਿੱਟ ਕਰ ਰਹੀ ਹੈ, ਉਹਨਾਂ ਦੀ ਰਿਪੋਰਟ ਆ ਲੈਣ ਦਿਓ। ਔਰ ਉਦੋਂ ਬਾਅਦ ਵੀ ਰਿਪੋਰਟ ਆਉਣ ਤੋਂ ਬਾਅਦ ਵੀ ਅਦਾਲਤ ਜਿਹੜੀ ਇਹਦਾ ਫੈਸਲਾ ਕਰੂਗੀ। ਅਸੀਂ ਅਦਾਲਤਾਂ ਨਾ ਆਪਣੀਆਂ ਲਾਈਏ, ਜਿਹੋ ਜੀ ਉਹ ਨਿਹੰਗਾਂ ਨੇ ਅਦਾਲਤ ਲਾ ਲਈ, ਉਹੋ ਜਿਹੀ ਅਦਾਲਤ ਨਾ ਲਾਈਏ ਕਿ ਅਸੀਂ ਉਹਦਾ ਜਿਹੜਾ ਫੈਸਲਾ ਕਰਨਾ। ਉਦੋਂ ਤੱਕ ਸਰਕਾਰ ਦੀ ਇਹ ਡਿਊਟੀ ਬਣਦੀ ਕਿ ਉਹਦੇ ਉਸ ਪਰਿਵਾਰ ਦੀ ਪ੍ਰੋਟੈਕਸ਼ਨ, ਉਹਦੇ ਵਾਸਤੇ ਜਿਸ ਦਿਨ, ਔਰ ਘੱਟੋ ਘੱਟ ਜਥੇਦਾਰ ਅਕਾਲ ਤਖਤ ਨੂੰ ਇਹਦੇ ਵਿੱਚ ਉਸ ਦਿਨ ਇੰਟਰਵੀਨ ਕਰਨਾ ਚਾਹੀਦਾ ਸੀਗਾ ਜਦੋਂ ਸਤਕਾਰ ਕਮੇਟੀ ਵਾਲੇ ਉੱਥੇ ਗਏ ਆ। ਮੈਂ ਇੱਕ ਪੱਤਰਕਾਰ, ਉਹਨਾਂ ਨਾਲ ਮੇਰੀ ਗੱਲ ਹੋਈ ਸੀ, ਉਹਨਾਂ ਨੇ ਜਥੇਦਾਰ ਸਾਹਿਬ ਨੂੰ ਫੋਨ ਵੀ ਕੀਤਾ ਸੀਗਾ। ਮੇਰੀ ਨਹੀਂ ਗੱਲ ਹੋਈ, ਉਹਨਾਂ ਦੀ ਗੱਲ ਹੋਈ ਸੀ। ਉਹ ਕਹਿੰਦੇ, ਜਥੇਦਾਰ ਸਾਹਿਬ ਕਹਿੰਦੇ ਸੀ ਸਤਕਾਰ ਕਮੇਟੀ ਦੇ ਵਾਸਤੇ ਤਾਂ ਸਾਡੇ ਅਸੀਂ ਪਹਿਲਾਂ ਹੀ ਸਪਸ਼ਟ ਹਾਂ ਕਿ ਇਹਨਾਂ ਨੂੰ ਕਿਹਨਾਂ ਨੇ ਅਥਾਰਟੀ ਦਿੱਤੀ ਹੈ। ਮਤਲਬ ਕਿ ਤੁਸੀਂ ਕਿਉਂ ਇੱਦਾਂ ਦੀਆਂ ਵੰਡੀਆਂ ਪਾਉਣ ਦੇ ਵਾਸਤੇ ਲੱਗੇ ਹੋਏ ਹੋ? ਕੁਝ ਅਦਾਲਤਾਂ, ਕਾਨੂੰਨ, ਲਾਅ, ਉਹਨਾਂ ਨੂੰ ਆਪਣਾ ਕੰਮ ਕਰ ਲੈਣ ਦਿਓ। ਜਿਹੜਾ ਗ੍ਰਹਿ ਮੰਤਰਾਲਾ ਉਹ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਦੇ ਕੋਲੇ ਆ, ਉਹਨਾਂ ਦੀ ਜਵਾਬਦੇਹੀ ਆ। ਅਸੀਂ ਉਹਨਾਂ ਨੂੰ ਜਵਾਬ ਪੁੱਛਾਂਗੇ ਜੇ ਕੱਲ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਲ ਜਿਹੜੀ ਉਹ ਪੇਸ਼ ਆਉਂਦੀ ਆ। ਜਦੋਂ ਤੁਸੀਂ ਰਾਹ ਦੇ ਰਹੇ ਹੋ ਇਹੋ ਜਿਹੀਆਂ ਜਥੇਬੰਦੀਆਂ ਨੂੰ ਉਹਦੇ ਵਿੱਚ ਸ਼ਾਮਲ ਹੋਣ ਦਾ, ਜਿਹੜੀਆਂ ਕਹਿੰਦੇ ਕਿ ਅਸੀਂ ਮੁਜ਼ੱਫਰਨਗਰ ਤੋਂ ਆਏ, ਉਹਨਾਂ ਦੀ ਬੋਲ ਬਾਣੀ, ਉਹਨਾਂ ਦੀ ਬਾਡੀ ਲੈਂਗੁਏਜ ਦੱਸ ਰਹੀ ਹੈ ਕਿ ਉਹ ਕਿਉਂ ਆਏ ਨੇ। ਇਹ ਤਾਂ ਪੁਲਿਸ ਨੇ ਕੰਟਰੋਲ ਕਰ ਲਿਆ। ਜੇ ਨਹੀਂ ਤਾਂ ਜਿਸ ਕਿਸਮ ਦਾ ਉਹ ਹਜੂਮ ਸੀਗਾ, ਜੇ ਅੱਗੋਂ ਕਿਸਾਨ ਪੈ ਨਿਕਲਦੇ। ਦੂਸਰੀ ਗੱਲ ਪੰਨੂ ਸਾਹਿਬ, ਮਾਫ ਕਰਨਾ, ਇਹ ਵੀ ਆ ਕਿ ਉਹ ਇੱਕ ਸਿੱਖ ਪਰਿਵਾਰ ਨਾਲ ਸੰਬੰਧਿਤ ਹੈ ਜਿਹੜਾ ਲਖਬੀਰ ਹੈ, ਤਾਂ ਉਹ ਪਾਠ ਕਰਾਉਂਦੇ, ਸੁਖਮਨੀ ਸਾਹਿਬ ਦਾ ਪਾਠ ਕਰਾਉਂਦੇ ਜਾਂ ਅਰਦਾਸ ਕਰਾਉਂਦੇ, ਉਹ ਹਵਨ ਲਈ ਕਿਉਂ ਕਹਿਣਗੇ? ਪਰ ਉਹ ਇਹ ਹੈ ਨਾ ਕਿ ਉਹਨਾਂ ਨੂੰ ਨਾ ਕੀਤੀ ਨਾ, ਅਰਦਾਸ ਕਰਾਉਣ ਤੋਂ ਨਾ ਕੀਤੀ ਲਖਬੀਰ ਸਿੰਘ ਦੀ। ਮੈਂ ਉਹੀ ਕਹਿ ਰਿਹਾ, ਉਹ ਤਾਂ ਇੱਥੇ ਕੀਤੀ ਇਹਨਾਂ ਨੇ। ਉਹ ਇਹ ਵੀ ਕਹਿ ਰਹੇ ਆ ਕਿ ਇਹਨਾਂ ਨੂੰ ਅਸੀਂ ਉੱਥੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਨਹੀਂ ਲੈਣ ਦੇਣੀ। ਉਹ ਇਹ ਕਹਿ ਰਹੇ ਆ ਨਾ ਜੀ, ਤੁਸੀਂ ਕਿਉਂ ਤੋੜ ਰਹੇ ਹੋ ਇਸ ਚੀਜ਼ ਦੇ ਉੱਤੇ? ਜਿਸ ਬੰਦੇ ਦਾ ਫੇਥ ਹੈ, ਜਿਸ ਉਹ ਫੇਥ ਹੈ, ਹਾਂ, ਜੇ ਉਹਨੂੰ ਪ੍ਰੋਪਰ ਤਰੀਕੇ ਨਾਲ ਨਹੀਂ ਲੈ ਕੇ ਜਾਂਦੇ, ਉਹਦੀ ਕਿਸੇ ਜਗ੍ਹਾ ਤੇ ਮਰਿਆਦਾ ਨਹੀਂ ਰੱਖਦੇ, ਫਿਰ ਸਵਾਲ ਜਿਹੜਾ ਉਹ ਕੀਤਾ ਜਾ ਸਕਦਾ ਹੈ। ਤੁਸੀਂ ਆਈ ਥਿੰਕ ਇਹ ਤੋੜਨ ਦਾ ਜਿਹੜਾ ਸਮਾਂ ਹੈ ਕਿ ਅਸੀਂ ਜਿੱਥੇ ਜਿੱਥੇ ਸਾਨੂੰ ਲੱਗੂਗਾ ਕਿ ਸੁਰੱਖਿਆ ਨਹੀਂ ਹੈਗੀ, ਅਸੀਂ ਉੱਥੋਂ ਜਾ ਕੇ ਬੀੜਾਂ ਚੁੱਕ ਲਾਂਗੇ। ਸਤਕਾਰ ਕਮੇਟੀ ਚੁੱਕਦੀ ਫਿਰਦੀ ਆ ਬੀੜਾਂ,
ਕਿੰਨੇ ਪਰਿਵਾਰ ਨੇ, ਮੈਂ ਇੱਕ ਵਾਰੀ ਉਹ ਡਿਟੇਲ ਉਹਦੇ ਉੱਤੇ ਗੱਲ ਕੀਤੀ ਸੀ, ਜਲੰਧਰ ਦੇ ਏਰੀਏ ਦੇ ਵਿੱਚ ਹੀ ਰਿਟਾਇਰਡ ਆਫੀਸਰ ਵੀ ਨੇ ਕੁਝ, ਉਹਨਾਂ ਦੇ ਕੋਲੇ ਕੁਝ ਪੁਰਾਤਨ ਬੀੜਾਂ ਸੀ ਜੀ ਜੀ 3-3 ਸਾਲ ਤੋਂ ਉਹ ਪੁੱਛ ਰਹੇ ਆ ਕਿ ਉਹ ਜਿਹੜੀ ਬੀੜ ਤੁਸੀਂ ਘਰੋਂ ਚੁੱਕ ਕੇ ਲੈ ਗਏ ਸੀ ਉਹੀ ਦੇ ਦਿਓ, ਉਹ ਉਹਨਾਂ ਨੇ ਨਹੀਂ ਦਿੱਤੀ। ਕੀ ਉਹ ਪਰਿਵਾਰ ਤੁਸੀਂ ਮੁੜ ਕੇ ਨਾਲ ਜੋੜ ਲਓਗੇ? ਉਹ ਕੌਣ ਇਹ ਤੈਅ ਕਰੂਗਾ? ਇਹ ਜੇ ਤੁਸੀਂ ਕਹਿੰਦੇ ਹੋ ਕਿ ਅਕਾਲ ਤਖਤ ਦੇ ਜਥੇਦਾਰ ਜਿਹੜੇ ਉਹ ਸਾਡੀ ਉੱਪਰ ਵਾਲੀ ਸੀਟ ਆ, ਉਹ ਇਹਦੇ ਵਿੱਚ ਹੁਣ ਇੰਟਰਵੀਨ ਕਿਉਂ ਨਹੀਂ ਕਰਦੇ? ਉਹ ਇਹਦੇ ਵਿੱਚ ਦਖਲ ਕਿਉਂ ਨਹੀਂ ਦੇ ਰਹੇ? ਬਿਲਕੁਲ, ਠੀਕ ਹੈ ਨਾ। ਇਹ ਤਾਂ ਆਪੋ ਧਾਪੀ ਪੈ ਜਾਊਗੀ ਵੜੈਚਾ। ਫਿਰ ਜਿਹੜਾ ਕੋਈ ਚਾਹੂਗਾ ਉਹ ਆਪਣੇ ਤਰੀਕੇ ਨਾਲ ਖਿੱਚੀ ਚੱਲੂਗਾ। ਅਕਾਲ ਤਖਤ ਵਾਲੇ ਜਦ ਉਹ ਕਹਿਣਗੇ ਅਸੀਂ ਇਦਾਂ ਚਲਾਵਾਂਗੇ, ਦਮਦਮੀ ਟਕਸਾਲ ਵਾਲੇ ਕਹਿਣਗੇ ਅਸੀਂ ਇਦਾਂ ਚਲਾਵਾਂਗੇ, ਰਣਜੀਤ ਸਿੰਘ ਢੱਡਰੀਆਂ ਵਾਲਾ ਕਹੂਗਾ ਮੈਂ ਇਸ ਤਰੀਕੇ ਨਾਲ ਜਿਹੜਾ ਉਹ ਚਲਾਊਂਗਾ। ਇਹ ਤਾਂ ਆਪੋ ਧਾਪੀ ਵਾਲੀ ਸਾਰਾ ਕੁਝ ਜਿਹੜਾ ਉਹ ਚੱਲ ਪੂਗਾ। ਕਿਤੇ ਨਾ ਕਿਤੇ ਤਾਂ ਕੁਝ ਜਿਹੜੀਆਂ ਚੀਜ਼ਾਂ ਦੇ ਉੱਤੇ ਤੁਹਾਨੂੰ ਜਿੰਦਾ ਕੁੰਡਾ ਲਾਉਣਾ ਹੀ ਪੈਣਾ। ਔਰ ਇਸ ਵਕਤ ਜਿਹੜੀ ਹੈ ਉਹ ਲੋੜ ਇਹ ਮਹਿਸੂਸ ਕੀਤੀ ਜਾ ਰਹੀ ਹੈ, ਆਮ ਲੋਕੀ ਮਹਿਸੂਸ ਕਰਦੇ ਆ ਕਿ ਜਿੰਨੀਆਂ ਵੀ ਘਟਨਾਵਾਂ ਜਾਂ ਜਿਹੜੀਆਂ ਵੀ ਜਥੇਬੰਦੀਆਂ ਇਸ ਅੰਦੋਲਨ ਨਾਲ ਜੁੜੀਆਂ ਨੇ, ਉਹਨਾਂ ਨੂੰ ਇੱਕ ਗੱਲ ਦਾ ਧਿਆਨ ਰੱਖਣਾ ਚਾਹੀਦਾ ਕਿ ਉਹਨਾਂ ਦੀ ਕੋਈ ਵੀ ਕਾਰਵਾਈ ਇਸ ਅੰਦੋਲਨ ਨੂੰ ਬਹੁਤ ਮਹਿੰਗੀ ਪੈ ਸਕਦੀ ਆ, ਜਿਹਦੇ ਵਿੱਚ 700 ਤੋਂ ਵੱਧ ਲੋਕੀ ਜਿਹੜੇ ਆ ਉਹ ਸ਼ਹੀਦ ਹੋ ਚੁੱਕੇ ਹੋਏ ਆ, ਘਰਾਂ ਤੋਂ ਬਾਹਰ ਬੈਠੇ ਹੋਏ ਆ ਲੋਕ, 12ਵਾਂ ਮਹੀਨਾ ਸ਼ੁਰੂ ਹੋ ਚੁੱਕਿਆ। ਸਰਕਾਰ ਇਸ ਟਾਈਮ ਪ੍ਰੈਸ਼ਰ ਥੱਲੇ ਵੀ ਆ। ਇਸ ਵਕਤ ਕੋਈ ਛੋਟੀ ਜਿਹੀ ਵੀ ਗਲਤੀ ਕਿਸੇ ਵੱਲੋਂ ਕੀਤੀ, ਇਹ ਸਾਰੇ ਅੰਦੋਲਨ ਦਾ ਜਿਹੜਾ ਨਾ ਇਸ ਟਾਈਮ ਉਹਨਾਂ ਨੇ ਇੱਕ ਖੜਾ ਕੀਤਾ, ਉਹਦੇ ਲਈ ਬੜਾ ਵੱਡਾ ਖਤਰਨਾਕ ਸਿੱਧ ਹੋ ਸਕਦਾ। ਸੋ ਸਾਰਿਆਂ ਦਾ ਫਰਜ਼ ਬਣਦਾ ਕਿ ਇਸ ਅੰਦੋਲਨ ਦੀ ਅਸੀਂ, ਕਿਉਂਕਿ ਖੁਦ ਪੰਜਾਬ ਨਾਲ ਆ, ਤੇ ਤੁਹਾਨੂੰ ਲੱਗੇਗਾ ਕਿ ਸ਼ਾਇਦ ਅਸੀਂ ਹਮਾਇਤ ਕਰਦੇ, ਹਮਾਇਤ ਤੇ ਅਸੀਂ ਕਰਾਂਗੇ ਹੀ, ਕਿਉਂਕਿ ਅੰਦੋਲਨ ਜਿਹੜਾ ਉਹ ਕਿਸਾਨਾਂ ਲਈ ਆ, ਕਿਸੇ ਇੱਕ ਫਿਰਕੇ ਲਈ ਨਹੀਂ ਹੈਗਾ, ਕਿਸੇ ਇੱਕ ਖਿੱਤੇ ਲਈ ਨਹੀਂ ਹੈਗਾ। ਸੋ ਇਸ ਅੰਦੋਲਨ ਦੀ ਹਮਾਇਤ ਕਰਨ ਦੀ ਲੋੜ ਹੈ ਤਾਂ ਕਿ ਕਿਸੇ ਕਿਸਮ ਦੀ ਕੋਈ ਘਟਨਾ ਨਾ ਵਾਪਰੇ, ਕਿ ਇਸ ਅੰਦੋਲਨ ਨੂੰ ਜਿਹੜੀ ਵੱਡੀ ਢਾਹ ਲੱਗੇ। ਆਪਾਂ ਗੱਲ ਕੀਤੀ ਸੀਗੀ ਰੰਧਾਵਾ ਦੀ, ਤੁਸੀਂ ਜ਼ਿਕਰ ਕੀਤਾ ਕਿ ਗ੍ਰਹਿ ਵਿਭਾਗ ਉਹਨਾਂ ਕੋਲ ਆ, ਤੇ ਆਪਾਂ ਇਹਨੂੰ ਗੱਲ ਜੋੜ ਕੇ ਕਰਦੇ ਹਾਂ ਇਸ ਨਾਲ ਕਿ ਪਿਛਲੇ ਦਿਨਾਂ 'ਚ ਕੈਬਨਿਟ ਜਿਹੜੀ ਮੀਟਿੰਗ ਹੋਈ ਲੁਧਿਆਣੇ, ਪਹਿਲੀ ਵਾਰੀ ਹੋਈ ਆ ਕਿ ਚੰਡੀਗੜ੍ਹ 'ਚੋਂ ਨਿਕਲ ਕੇ ਕਿਸੇ ਨੇ ਲੁਧਿਆਣੇ ਕੀਤੀ। ਔਰ ਮੈਨੂੰ ਲੱਗਦਾ ਕਿ ਉਹਦੇ ਕਾਰਨ ਵੀ ਦੋ ਸੀ, ਵੀ ਇੱਕ ਤਾਂ ਇੰਡਸਟਰੀਲਿਸਟਾਂ ਨੂੰ ਉਹਨਾਂ ਨੇ ਖੁਸ਼ ਕਰਨਾ ਸੀ, ਦੂਸਰਾ ਇਹ ਵੀ ਸੀ ਕਿ ਉਸੇ ਦਿਨ ਹੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਪੀਸੀ ਜਿਹੜੀ ਆ ਰੱਖੀ ਹੋਈ ਸੀ, ਤਾਂ ਉਹਨੂੰ ਲੱਗਿਆ ਵੀ ਅਸੀਂ ਜਿਹੜਾ ਉਹ ਥਾਂ ਬਦਲ ਲਈਏ ਤੇ ਪ੍ਰੈਸ ਕਵਰੇਜ ਵੀ ਥੋੜ੍ਹੀ ਜਿਹੀ ਜ਼ਿਆਦਾ ਹੋ ਸਕਦੀ ਹੈ ਉਹਦੇ ਨਾਲ। ਖੈਰ ਉਹ ਗੱਲ ਵੱਖਰੀ ਹੈ। ਬੜੇ ਸਾਰੇ ਲਾਲਚ ਜਿਹੜੇ ਆ ਉਹ ਸਰਕਾਰ ਨੇ ਦੇ ਦਿੱਤੇ ਆ ਇੰਡਸਟਰੀਲਿਸਟਾਂ ਨੂੰ, ਦੇਣੇ ਵੀ ਚਾਹੀਦੇ ਆ, ਕਿਉਂਕਿ ਪਿਛਲੇ ਸਮੇਂ 'ਚ ਇੰਡਸਟਰੀ ਨੂੰ ਬਹੁਤ ਵੱਡੀ ਸੱਟ ਜਿਹੜੀ ਆ ਉਹ ਸਾਡੇ ਇੱਥੇ ਲੱਗੀ ਹੈ। ਪਰ ਨਾਲ ਦੀ ਨਾਲ ਗੱਲ ਇਹ ਆ ਕਿ ਜਿਵੇਂ ਰੰਧਾਵਾ ਸਾਹਿਬ ਦੀ ਗੱਲ ਹੋਈ ਆ ਕਿ ਉਹਨਾਂ ਨੇ ਫਲੋਰ ਵਿੱਚ 3 ਸਿਪਾਹੀਆਂ ਨੂੰ ਜਿਹੜਾ ਉਹ ਸਸਪੈਂਡ ਕਰਤਾ ਕਿ ਉਹ ਕੰਮ ਨਹੀਂ ਸੀ ਕਰ ਰਹੇ। ਪਰ ਸਾਹਿਬ ਇਹਨੂੰ ਆਪਾਂ ਉਸ ਢੰਗ ਨਾਲ ਵੇਖਣਾ ਕਿ ਸਰਕਾਰ ਨੇ ਵੀ 4.5 ਸਾਲ ਕੰਮ ਨਹੀਂ ਕੀਤਾ। ਹਾਂ, ਔਰ ਜਿਹੜੀ ਕਰਪਸ਼ਨ ਜਿੱਥੋਂ ਜਦੋਂ ਸਰਕਾਰ ਬਣੀ ਆ, ਇੱਕ 100 ਰੁਪਈਆ ਲੈਂਦਾ ਫੜਿਆ ਗਿਆ ਸੀ ਸਿਪਾਹੀ ਇੱਕ ਵੀਡੀਓ ਜਿਹਦੀ ਆਈ ਸੀਗੀ। ਤੇ ਅੱਜ ਜਿਹੜੀ ਉਹ ਗੱਲ ਹੈ, ਇਸ ਚੀਜ਼ ਦੀ ਬਹੁਤੀ ਚਰਚਾ ਹੈ ਕਿ ਜੋ ਟੈਕਸ ਕੀ ਹੈ, ਜੋ ਟੈਕਸ ਕੀ ਹੈ ਨਾ। ਇਹ ਮੈਂ ਉਹਦੇ ਨਾਲ ਵੀ ਉਹਨੂੰ ਕੰਪੇਅਰ ਕਰਦਾ। ਜਿਹੜਾ ਗ੍ਰਹਿ ਮੰਤਰੀ ਹੈ ਉਹਦੇ ਅੰਡਰ ਸਾਰਾ ਕੁਝ ਹੀ ਹੈ, ਵੜੈਚਾ ਸਭ ਕੁਝ ਉਹਦੇ ਅੰਡਰ ਹੈ। ਆਈ ਥਿੰਕ ਉਹ SSPs ਜਾਂ IG ਜਾਂ ਐਡੀਸ਼ਨਲ ਜਿਹੜੇ DGP ਨੇ ਜਾਂ DGP ਆ, ਉਹ ਵੀ ਉਹਦੇ ਉੱਥੋਂ ਤੱਕ ਉਹਦੇ ਅੰਡਰ ਆ। ਉਹ ਉਹਨਾਂ ਨੂੰ ਕਹਿ ਕੇ ਇਹ ਨਾਕੇ ਜਿਹੜੇ ਆ ਉਹਨਾਂ ਨੂੰ ਦਰੁਸਤ ਕਰਾਵੇ ਜਾਂ ਨਾਕੇ ਦੇ ਉੱਤੇ ਜਾ ਕੇ ਸਿਪਾਹੀਆਂ ਨੂੰ ਸਸਪੈਂਡ ਕਰੇ। ਮੇਰੀ ਜਾਚੇ ਇਹ ਪ੍ਰੋਟੋਕਾਲ ਦੇ ਮੁਤਾਬਕ ਗਲਤ ਹੈ। ਬਿਲਕੁਲ ਬਾਈਪਾਸ ਕਰ ਰਹੇ ਨੇ ਆਪਣੇ ਸਿਸਟਮ ਨੂੰ। ਉਹ ਸਿਰਫ ਸਰਕਾਰ ਦੇ ਜਿਹੜੇ ਮੰਤਰੀ ਨੇ ਨਾ ਵੜੈਚ ਸਾਹਿਬ, ਉਹ ਇਸ ਚੱਕਰ ਦੇ ਵਿੱਚ ਪੈ ਗਏ ਜਿੱਧਰ ਚਰਨਜੀਤ ਸਿੰਘ ਚੰਨੀ ਹੁਰੀ ਪੈ ਗਏ ਬੋਰਡਾਂ 'ਚ। ਵੀ ਚਾਹ ਪੀਓ ਹੋਟਲ ਤੇ ਬੈਠ ਕੇ, ਸ਼ਗਨ ਦਿਓ ਕਿਸੇ ਗਰੀਬ ਦੀ ਬਰਾਤ ਨੂੰ ਜਾਂਦਿਆਂ ਹੋਇਆ, ਤੇ ਕਿਸੇ ਬਾਈ ਨਾਲ ਬੈਠ ਕੇ ਉਹਦਾ ਗੱਲਬਾਤ ਸੁਣ ਲਓ ਉਹਦੀ, ਤੇ ਲੋਕਾਂ ਦੇ ਵਿੱਚ ਵਿਚਰੋ। ਇੰਜ ਮਹਾਰਾਜਾ ਰਣਜੀਤ ਸਿੰਘ ਨਹੀਂ ਬਣਿਆ ਜਾ ਸਕਦਾ, ਨਹੀਂ ਬਣਿਆ ਜਾ ਸਕਦਾ। ਪਰ ਉਹ ਤਾਂ ਖੈਰ ਇੱਕੋ ਹੀ ਸੀ ਨਾ। ਦੇਖੋ ਹੁਣ ਉਹਦੀ ਵੀਡੀਓਗ੍ਰਾਫੀ ਕੌਣ ਕਰ ਰਿਹਾ ਸੀ? ਉਹਦੀ ਵੀਡੀਓ ਪਹਿਲਾਂ ਕਿਉਂ ਸ਼ੁਰੂ ਕੀਤੀ ਗਈ? ਆਪ ਹੀ ਬਣਾਇਆ, ਪਲਾਨਡ, ਮਤਲਬ ਜਿਵੇਂ ਕਹਿੰਦੇ ਸਟੇਜ ਮੈਨੇਜਡ ਸੀਗਾ, ਡਰਾਮਾ ਹੁੰਦਾ। ਇਹ ਠੀਕ ਹੈ ਕਿ ਇਹ ਜਿਹੜੀਆਂ ਗੈਜਟ ਜਿਹੜੇ ਆ ਗਏ ਆ, ਇਹਦੇ ਨਾਲ ਵੜੈਚਾ ਬਹੁਤ ਕੁਝ ਆਪਾਂ ਬਣਾ ਸਕਦੇ ਆ। ਪਰ ਇਹ ਵੀ ਆ, ਅੱਗੋਂ ਵੇਖਣ ਵਾਲੇ ਵੀ ਉਹੋ ਜਿਹੇ ਸ਼ਾਤਰ ਨੇ, ਅਗਲੇ ਵੀ ਤਾਂ ਮਿੰਟ ਦੇ ਵਿੱਚ ਸਮਝ ਲੈਂਦੇ ਆ ਨਾ ਕਿ ਤੁਸੀਂ ਕਿੱਥੋਂ ਬੋਲ ਰਹੇ ਹੋ, ਤੁਸੀਂ ਕਿੱਥੋਂ, ਤੁਹਾਡਾ ਮਤਲਬ ਕੀ ਆ। ਅੱਜ ਮਨਪ੍ਰੀਤ ਸਿੰਘ ਬਾਦਲ ਹੋਰੀ ਇਸ ਗੱਲ ਦਾ ਜਵਾਬ ਦੇਣਗੇ ਕਿ ਉਹ 100 ਰੁਪਈਆ ਜਿਹੜਾ ਲੈਂਦਾ ਉਹਨਾਂ ਨੇ ਇੱਕ ਫੜ ਲਿਆ ਸੀਗਾ, ਉਸ ਤੋਂ ਬਾਅਦ ਕੀ ਕਰਪਸ਼ਨ ਖਤਮ ਹੋ ਗਈ? ਦਫ਼ਤਰਾਂ ਦੇ ਵਿੱਚ ਕਰਪਸ਼ਨ ਮੁੱਕ ਗਈ। ਅੱਜ ਜਿਹੜਾ ਉਹ ਮੈਨੂੰ ਨਹੀਂ ਪਤਾ ਕਿ ਉਹਦੇ ਵਿੱਚ ਕਿੰਨੀ ਸੱਚਾਈ ਹੈ ਕਿੰਨੀ ਨਹੀਂ, ਬਠਿੰਡੇ ਵਾਲੇ ਜਾਣਦੇ ਨੇ। ਜੇ ਚਰਚਾ ਵੀ ਹੋ ਰਿਹਾ ਤਾਂ ਮੈਂ ਉਹਨੂੰ ਹਿੰਦਸਿਆਂ ਦੇ ਰੂਪ ਦੇ ਵਿੱਚ ਦੇਖਦਾ। ਮੈਂ ਸਵੇਰ ਵਾਲੇ ਸ਼ੋਅ 'ਚ ਵੀ ਗੱਲ ਕੀਤੀ, ਹਿੰਦਸਿਆਂ ਦੇ ਰੂਪ 'ਚ ਇੱਦਾਂ ਦੇਖਦਾ ਕਿ 2012 ਦੇ ਵਿੱਚ ਰਾਹੁਲ ਗਾਂਧੀ ਹੋਰਾਂ ਨੇ ਜੋ ਟੈਕਸ ਦਾ ਜ਼ਿਕਰ ਕੀਤਾ ਸੀ ਗਿੱਦੜਬਾਹਾ 'ਚ, ਜਦੋਂ PPP ਵੱਲੋਂ ਮਨਪ੍ਰੀਤ ਸਿੰਘ ਬਾਦਲ ਹੋਰੀ ਚੋਣ ਲੜ ਰਹੇ ਸੀ। ਅੱਜ ਹੈ ਜੀ 2021,
ਦੂਆ ਜਿਹੜਾ ਉਹ ਅੱਗੇ ਆ ਗਿਆ ਤੇ ਏਕਾ ਜਿਹੜਾ ਉਹਦੇ ਪਿੱਛੇ ਚਲੇ ਗਿਆ। ਚਰਚਾ ਜਿਹੜਾ ਇੰਨੇ ਸਾਲਾਂ ਤੋਂ ਬਾਅਦ ਫੇਰ ਉਹੀ ਸ਼ੁਰੂ ਹੋ ਗਿਆ। ਠੀਕ ਹੈ ਨਾ, ਇਹ ਕਿਉਂ ਹੋ ਰਿਹਾ? ਕੇਜਰੀਵਾਲ ਹੋਣਾ ਨੇ ਕੱਲ ਗੱਲ ਕੀਤੀ ਉੱਥੇ ਆ ਕੇ ਕਿ ਉਹਨਾਂ ਦਾ ਇਹ ਵੀ ਕਹਿਣਾ ਪੰਨੂ ਸਾਹਿਬ ਕਿ 1 ਅਪ੍ਰੈਲ ਤੋਂ ਬਾਅਦ ਜੇ ਸਾਡੀ ਸਰਕਾਰ ਆ ਜਾਂਦੀ ਤੇ ਕੋਈ ਕਿਸਾਨ ਜਿਹੜਾ ਉਹ ਆਤਮ ਹੱਤਿਆ ਨਹੀਂ ਕਰੇਗਾ। ਨਹੀਂ ਵੜੈਚ ਸਾਹਿਬ, ਇਹ ਤਾਂ ਤੁਸੀਂ ਇਹ ਕਹਿ ਲਓ ਕਿ ਇਹ ਇੱਕ ਸਿਆਸੀ ਬਿਆਨ ਆ। ਇਹਨੂੰ ਐਡੇ ਸੌਖੇ ਤਰੀਕੇ ਦੇ ਨਾਲ ਨਹੀਂ ਦੇਖਣਾ ਚਾਹੀਦਾ। 3 ਯੂਨੀਵਰਸਿਟੀਜ਼ ਨੇ, ਮੈਂ 100% ਸ਼ੋਰ ਆ ਕਿ ਤੁਸੀਂ ਉਹ ਜ਼ਰੂਰ ਸਟੱਡੀ ਦੇਖੀ ਹੋਊਗੀ। ਬਹੁਤ ਸਾਰੇ ਲੋਕਾਂ ਦੇ, ਤੁਸੀਂ ਵੀ ਪੜ੍ਹਨ ਵਾਲੇ ਲੋਕਾਂ ਦੇ ਵਿੱਚੋਂ ਤੁਸੀਂ ਪੜ੍ਹੇ ਹੋਣਗੇ ਕਿ ਐਕਚੁਅਲੀ ਇਹਦਾ ਰੀਜ਼ਨ ਕੀ ਆ। ਬਿਲਕੁਲ ਇੱਕ ਸਟੱਡੀ ਜਿਹੜੀ ਨੈਸ਼ਨਲ ਪੱਧਰ ਦੇ ਉੱਤੇ ਆਈ ਆ, ਕਿਸਾਨ ਜਥੇਬੰਦੀਆਂ ਨੇ ਉਸ ਸਟੱਡੀ ਨੂੰ ਕੱਟਿਆ, ਉਹ ਵੀ ਖੁਦਕੁਸ਼ੀਆਂ ਦੇ ਉੱਤੇ ਆ। ਜਿਹੜੀਆਂ ਕਿਸਾਨ ਖੁਦਕੁਸ਼ੀਆਂ ਨੇ ਉਹ ਕਿਸੇ ਬਿਆਨ ਦੇ ਨਾਲ ਨਹੀਂ ਰੁਕਣੀਆਂ, ਉਹਦੇ ਵਾਸਤੇ ਤੁਹਾਨੂੰ ਕੁਝ ਪਾਲਿਸੀਜ਼ ਬਣਾਉਣੀਆਂ ਪੈਣਗੀਆਂ। ਕਿਸੇ ਟਾਈਮ ਇਹ ਇੱਕ ਸਿਹਤਮੰਦ ਬੈਲਟ ਹੁੰਦੀ ਸੀ, ਨਰਮਾ ਬੈਲਟ। ਇਹ ਸਿਹਤਮੰਦ ਬੈਲਟ ਗਿਣੀ ਜਾਂਦੀ ਹੁੰਦੀ ਸੀਗੀ। ਅੱਜ ਇਹ ਬਿਮਾਰ ਬੈਲਟ ਹੈ। ਬਿਮਾਰ ਕਿਉਂ ਹੋਈ ਆ ਉਹ? ਜਦੋਂ ਅਕਾਲੀ ਬੀਜੇਪੀ ਰਾਜ ਦੇ ਵੇਲੇ ਇੱਕ ਸਕਾਰਪੀਓ ਪੈਸਿਆਂ ਨਾਲ ਭਰੀ ਜਾਂਦੀ ਸੀਗੀ, ਮੋਗੇ ਮੰਤਰੀ ਕੋਲੇ ਕਿਸੇ ਕੋ ਜਾਣੀ ਸੀਗੀ, ਉਹਦਾ ਅੱਜ ਤੱਕ ਕੋਈ ਪਤਾ ਨਹੀਂ ਲੱਗਾ। 2000 ਕਰੋੜ ਰੁਪਏ ਦਾ ਇਰੀਗੇਸ਼ਨ ਘੁਟਾਲਾ ਕੀ ਸੀਗਾ, ਨਕਲੀ ਪੈਸਟੀਸਾਈਡ ਘੁਟਾਲਾ ਕੀ ਸੀਗਾ ਜਿਹੜਾ ਅਕਾਲੀ ਭਾਜਪਾ ਰਾਜ ਦੇ ਵੇਲੇ ਹੋਇਆ। ਮੌਜੂਦਾ ਸਰਕਾਰ ਦੇ ਰਾਜ ਦੇ ਵੇਲੇ ਜਿਹੜਾ ਬੀ ਘੁਟਾਲਾ ਹੋਇਆ ਜੀ, ਉਹ ਕੀ ਸੀਗਾ? ਇਹਨਾਂ ਚੀਜ਼ਾਂ ਨੇ ਕਿਸਾਨੀ ਜਿਹੜੀ ਉਹ ਡੋਬੀ, ਕਿਸਾਨੀ ਨੂੰ ਥੱਲੇ ਲਿਆਂਦਾ। ਜਿੰਨੀ ਦੇਰ ਤੱਕ ਤੁਹਾਡੇ ਕੋਲੇ ਫੁੱਲ ਟਾਈਮ ਇੱਕ ਜਿਹੜਾ ਉਹ ਖੇਤੀਬਾੜੀ ਮੰਤਰੀ ਨਹੀਂਗਾ, ਫੁੱਲ ਟਾਈਮ ਤੁਹਾਡੇ ਕੋਲੇ ਖੇਤੀਬਾੜੀ ਦੀ ਪਾਲਿਸੀ ਨਹੀਂਗੀ ਕਿ ਤੁਸੀਂ ਕਰਨਾ ਕੀ ਚਾਹੁੰਦੇ ਹੋ, ਇਹਦੇ ਵਾਸਤੇ ਤੁਹਾਡੇ ਕੋਲੇ ਸਪੈਸ਼ਲ ਬਜਟ ਨਹੀਂਗਾ, ਉਨੀ ਦੇਰ ਤੱਕ ਤੁਸੀਂ ਇਹ ਜਿਹੜੀਆਂ ਖੁਦਕੁਸ਼ੀਆਂ ਉਹਨਾਂ ਨੂੰ ਰੋਕ ਨਹੀਂ ਸਕਦੇ। ਬਿਆਨ ਦੇ ਕੇ ਖੁਦਕੁਸ਼ੀਆਂ ਨਹੀਂ ਰੁਕਣੀਆਂ, ਇਹ ਸਿਆਸੀ ਬਿਆਨ ਹੈ। ਇਹਦੇ ਵਾਸਤੇ ਤੁਹਾਨੂੰ ਉਹਨਾਂ ਦੇ ਅੰਦਰ ਵੜ ਕੇ ਦੇਖਣਾ ਪਊਗਾ। ਮੈਂ ਇੱਕ ਸਮਾਗਮ ਦੇ ਵਿੱਚ ਜਿਹੜਾ ਮਾਨਸਾ 'ਚ ਹੋਇਆ ਸੀਗਾ, ਇੱਕ ਲੜਕੀ ਆ ਜਿਹਦਾ ਪਿਤਾ ਖੁਦਕੁਸ਼ੀ ਕਰ ਗਿਆ ਸੀਗਾ, ਕਿਰਨਜੀਤ ਝਨੀਰ ਦੀ ਆ ਉਹ ਬੱਚੀ ਬਹੁਤ ਕੰਮ ਕਰ ਰਹੀ ਆ, ਉਹ ਪੜ੍ਹ ਵੀ ਰਹੀ ਆ, ਹੁਣੇ ਉਹਨੇ ਜਰਨਲਿਜ਼ਮ ਕੀਤਾ ਇੱਥੇ ਯੂਨੀਵਰਸਿਟੀ 'ਚੋਂ, MA ਉਹਨੇ ਕੀਤੀ ਹੋਈ ਆ। ਉਹ ਇਹਨਾਂ ਪਰਿਵਾਰਾਂ ਨੂੰ ਇਕੱਠਿਆਂ ਕਰ ਰਹੀ ਆ। ਵੜੈਚ ਸਾਹਿਬ, ਉਸ ਸਮਾਗਮ 'ਚ ਜਾ ਕੇ ਮੈਂ ਪਹਿਲੀ ਵਾਰੀ ਇਹ ਚੀਜ਼ ਜਿਹੜੀ ਉਹ ਦੇਖੀ ਸੀ ਕਿ ਉਹਦੇ ਵਿੱਚ ਜਿਹੜੀਆਂ ਵਿਧਵਾ ਔਰਤਾਂ ਨੇ, ਬਹੁਤੀਆਂ ਉਹ ਨੇ, ਮੋਰ ਦੈਨ 80% ਮਾਨਸਾ ਦੇ ਨੇੜੇ ਤੇੜੇ, ਜਿਨ੍ਹਾਂ ਨੂੰ ਇਹ ਨਹੀਂ ਪਤਾ ਡਿਪਟੀ ਕਮਿਸ਼ਨਰ ਕੀ ਹੁੰਦਾ ਤੇ ਉਹਦੇ ਐਪਲੀਕੇਸ਼ਨ ਕਿਵੇਂ ਦੇਈਦੀ ਆ ਜਾ ਕੇ। ਉਹ ਮਤਲਬ ਕਿ ਉਹਨਾਂ ਦੇ ਪਰਿਵਾਰ ਕਿਵੇਂ ਰੁਲਦੇ ਆ ਜਿਹੜੇ ਖੁਦਕੁਸ਼ੀ ਕਰ ਗਏ। ਜਿੰਨੀ ਦੇਰ ਤੱਕ ਇੰਨੀਆਂ ਛੋਟੀਆਂ ਚੀਜ਼ਾਂ ਦੇ ਉੱਤੇ ਤੁਸੀਂ ਵਰਕ ਨਹੀਂ ਕਰਦੇ, ਉਨੀ ਦੇਰ ਤੱਕ ਡੇਟ ਮਿੱਥ ਕੇ ਤੁਸੀਂ ਨਹੀਂ ਕਹਿ ਸਕਦੇ ਕਿ ਇੰਨੀ ਤਰੀਕ ਤੋਂ ਬਾਅਦ ਅਸੀਂ ਖੁਦਕੁਸ਼ੀਆਂ ਨਹੀਂ ਕਰਦੇ। ਇਹਨਾਂ ਦੇ ਪਿੱਛੇ ਦੇਖੋ ਐਗਰੀਕਲਚਰ ਕ੍ਰਾਈਸਿਸ ਤਾਂ ਹੈ ਹੀ ਆ, ਵੱਡਾ ਕਾਰਨ ਤਾਂ ਉਹ ਹੈ ਹੀ ਆ, ਪਰ ਨਾਲ ਦੀ ਨਾਲ ਮੈਂ ਅੱਗੇ ਵੀ ਕਈ ਵਾਰੀ ਕਹਿ ਦਿੰਦਾ ਨਾ, ਸ਼ਾਇਦ ਪੰਨੂ ਸਾਹਿਬ ਕਈ ਮੇਰੇ ਪੰਜਾਬੀ ਵੀਰ ਵੱਡੇ ਬਜ਼ੁਰਗ ਸ਼ਾਇਦ ਗੁੱਸਾ ਕਰ ਲੈਂਦੇ ਹੋਣੇ ਇਸ ਗੱਲ ਦਾ ਕਿ ਅਸੀਂ ਨਾ ਪੰਜਾਬੀ ਫੁਕਰੇ ਬੜੇ ਹੋ ਗਏ। ਅਸੀਂ ਨਾ ਜਿਹੜੀ ਤੜਕ ਫੜਕ ਤੇ ਸ਼ੋਅ ਆਫ ਜਿਹੜਾ ਕਰਦੇ ਆ ਨਾ, ਇਹਨੇ ਸਾਨੂੰ ਮਰਵਾ ਲਿਆ। ਔਰ ਖ਼ਾਸ ਤੌਰ ਤੇ ਜਿਹੜਾ ਸਾਡਾ ਮਿਊਜ਼ਿਕ ਇੰਡਸਟਰੀ ਨੇ ਪੱਠਾ ਬਾਇਆ, ਕਿਉਂਕਿ ਮਿਊਜ਼ਿਕ ਜਿਹੜਾ ਸਾਡਾ ਹਿੱਸਾ ਹੈ ਸਾਡੇ ਸੱਭਿਆਚਾਰ ਦਾ, ਸਾਡੇ ਨੌਜਵਾਨਾਂ 'ਤੇ ਬੜਾ ਅਸਰ ਪਾਉਂਦਾ ਹੈ। ਅਤੇ ਉਹ ਫਿਰ ਜਦੋਂ ਬੰਦੂਕਾਂ, ਕਾਰਾਂ, ਜੀਪਾਂ, ਘੋੜੇ ਇਹ ਵਿਖਾਉਂਦੇ ਆ ਉਹ ਗੀਤਾਂ ਦੇ ਵਿੱਚ, ਅਤੇ ਜਿਹੜੇ 17-18 ਸਾਲਾਂ ਵਾਲੇ ਬੱਚੇ ਆ ਜਿਹੜੇ, ਉਹਨਾਂ 'ਤੇ ਬੜਾ ਅਸਰ ਪੈਂਦਾ। ਘਰਾਂ 'ਚ ਫਿਰ ਉਹ ਮਾਂ ਪਿਓ ਦੇ ਗਲਾਂ 'ਚ ਅੰਗੂਠੇ ਦਿੰਦੇ ਆ। ਇਹੋ ਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਕਿ ਜੀ ਮੈਂ ਤਾਂ ਗੀਤਕਾਰ ਹੀ ਬਣਨਾ ਹੈ, ਜ਼ਮੀਨ ਗਹਿਣੇ ਪਾਉਣੀ ਪਈ ਹੈ, ਮੈਂ ਤਾਂ ਬਾਹਰ ਹੀ ਜਾਣਾ, ਮੈਂ ਤਾਂ ਗੱਡੀ ਲੈਣੀ ਆ ਜ਼ਰੂਰ, ਹੁਣ ਵਿਆਹ ਹੋਣਾ ਅਤੇ ਵਿਆਹ ਤਾਂ ਮੇਰਾ ਵੱਡੇ ਪੈਲੇਸ 'ਚ ਹੀ ਹੋਣਾ ਚਾਹੀਦਾ। ਇਹ ਚੀਜ਼ਾਂ ਨੇ ਸਾਨੂੰ ਮਰਵਾ ਦਿੱਤਾ। ਹਾਲੇ ਕਿ ਉਹ ਮਾਨਸਿਕਤਾ ਕੱਢਣ ਲਈ ਸਾਨੂੰ ਸਮਾਂ ਤਾਂ ਜ਼ਰੂਰ ਲੱਗਣਾ, ਪਰ ਇਹ ਘਟਨਾਵਾਂ ਪੰਨੂ ਸਾਹਿਬ ਤੁਹਾਡੀਆਂ ਗੱਲ ਠੀਕ ਆ ਕਿ ਇਹਦੇ ਉੱਤੇ ਇੱਕ ਸਕੀਮ ਬਣਾਉਣੀ ਪੈਣੀ ਹੈ। ਇਹੋ ਜਿਹੇ ਬਿਆਨ ਨਹੀਂ ਦੇਣੇ ਪੈਣੇ ਸਰਨਾ ਕਿ ਜਿਹੜਾ ਉਹ ਸਾਰਾ ਕਰਜ਼ਾ ਅਸੀਂ ਮਾफ़ ਕਰ ਦਿਆਂਗੇ। ਕੈਪਟਨ ਸਾਹਿਬ ਤੇ ਚਲੇ ਗਏ, ਕਿੱਥੇ ਗਿਆ ਸਾਰਾ ਕਰਜ਼ਾ ਮਾफ़ ਹੋ ਗਿਆ। ਅਤੇ ਜੇ ਕੇਜਰੀਵਾਲ ਸਾਹਿਬ ਇਹ ਬਿਆਨ ਦਿੰਦੇ ਆ ਕਿ 1 ਅਪ੍ਰੈਲ ਤੋਂ ਨਹੀਂ ਹੋਣਗੇ, ਤੇ ਉਹਨਾਂ ਕੋਲ ਗਰੰਟੀ ਕੀ ਹੈ ਇਸ ਗੱਲ ਦੀ? ਜਿਹੜਾ 70,000 ਕਰੋੜ ਰੁਪਈਆ ਕਰਜ਼ਾ ਚੜਿਆ ਹੋਇਆ ਕਿਸਾਨਾਂ ਦਾ, ਉਹ ਕਿੱਥੋਂ ਲਾਓਗੇ? ਆੜਤੀਆਂ ਨੂੰ ਕਦੋਂ ਦਓਗੇ? ਫਾਈਨਾਂਸਰਸ ਨੂੰ ਕਦੋਂ ਦਓਗੇ? ਬੈਂਕਾਂ ਨੂੰ ਕਿੱਥੋਂ ਦਓਗੇ? ਹਾਲਤ ਤੇ ਤੁਹਾਡੇ ਉੱਤੇ 3 ਲੱਖ ਕਰੋੜ ਤੇ ਕਰਜ਼ਾ ਤੁਹਾਡੇ ਉੱਤੇ ਵੈਸੇ ਪੰਜਾਬ ਦੇ ਉੱਤੇ ਵੈਸੇ ਚੜ ਗਿਆ ਹੋਇਆ। ਤੇ ਜਿੱਥੋਂ ਤੱਕ ਗੱਲ ਰਹੀ ਆ, ਜਿਵੇਂ ਹੁਣ ਤੁਸੀਂ ਗੱਲ ਕੀਤੀ ਸੀਗੀ ਮਨਪ੍ਰੀਤ ਬਾਦਲ ਹੋਣਾ ਦੀ, ਆਪਾਂ ਉਹ ਵੀ ਗੱਲ ਕੀਤੀ ਸੀਗੀ ਰੰਧਾਵਾ ਹੋਣ ਵਾਲੀ, ਮੈਨੂੰ ਗੱਲ ਯਾਦ ਆ ਰਹੀ ਹੈ ਕਿ ਸਾਨੂੰ ਨਾ ਬਿਆਨ ਦੇਣੇ, ਮਾਡਲ ਬਣਾਉਣੇ, ਜਿਵੇਂ ਚਰਨਜੀਤ ਚੰਨੀ ਹੋਣਾ ਨੇ ਗੱਲ ਤੁਸੀਂ ਕੀਤੀ ਕਿ ਉਹ ਜੋ ਆਪਾਂ ਜਿਵੇਂ ਗੱਲ ਕਰਦੇ ਹਾਂ ਕਿ ਮਹਾਰਾਜਾ ਰਣਜੀਤ ਸਿੰਘ ਇੰਝ ਨਹੀਂ ਬਣਿਆ ਜਾ ਸਕਦਾ, ਉਹ ਸੱਚਮੁੱਚ ਲੋਕਾਂ 'ਚ ਪਹਿਲਾਂ ਤੁਹਾਨੂੰ ਵੜਨਾ ਪਊਗਾ। ਇੰਝ ਨਹੀਂ ਕਿ ਚਾਹ ਪੀ ਲਈ, ਫੋਟੋ ਖਿਚਾ ਲਈ, ਸੜਕ 'ਤੇ ਜਾਂਦਿਆਂ ਖਲੋ ਕੇ ਤੇ ਜਿਹੜਾ ਉਹ ਸ਼ਗਨ ਦੇਤਾ। ਮੈਨੂੰ ਯਾਦ ਆਇਆ ਪੰਨੂ ਸਾਹਿਬ, ਤੁਹਾਨੂੰ ਸਾਰਿਆਂ ਨੂੰ ਯਾਦ ਹੋਏਗਾ ਕਿ ਮਨਪ੍ਰੀਤ ਬਾਦਲ ਹੋਣੀ ਜਦੋਂ ਪਿਛਲੀ ਵਾਰੀ
ਵਿੱਤ ਮੰਤਰੀ ਸੀਗੀ ਉਦੋਂ ਬਾਦਲ ਸਾਹਿਬ ਵੇਲੇ, ਤੇ ਇਹ ਆਪਣੀ ਗੱਡੀ ਆਪ ਚਲਾ ਕੇ ਜਾਂਦੇ ਹੁੰਦੇ ਸੀ। ਤੇ ਇਹਨਾਂ ਨੂੰ ਜਦੋਂ ਪੱਤਰਕਾਰਾਂ ਨੇ ਪੁੱਛਿਆ ਤੇ ਫਿਰ ਇਹਨਾਂ ਨੇ ਗੱਲ ਕਰਨੀ ਕਿ ਮੈਂ ਤੇ ਆਮ ਆਦਮੀ, ਤੇ ਉਹ ਹੁਣ ਕਿੱਥੇ ਗਿਆ ਸਾਰਾ ਕੁਝ। ਉਹਨਾਂ ਦੇ ਘਰੇ ਸਿਕਿਉਰਿਟੀ ਕਿੰਨੀ ਹੈ? ਕਿੰਨੀ ਹੈ ਉਹਨਾਂ ਦੀ। ਤੇ ਪਿਛਲੇ ਦਿਨਾਂ 'ਚ ਜਦੋਂ ਨਰਮਾ ਪੱਟੀ ਵਾਲਿਆਂ ਨੇ ਉਹਨਾਂ ਦੇ ਘਰੇ ਧਰਨਾ ਦਿੱਤਾ, ਹੁਣ ਉਹ ਦੱਸਣ ਕਿ ਹੁਣ ਉਹ ਗੱਡੀ ਆਪ ਕਿਉਂ ਨਹੀਂ ਚਲਾਉਂਦੇ। ਦੂਸਰੀ ਗੱਲ, ਰੰਧਾਵਾ ਸਾਹਿਬ ਨੇ ਜਿਹੜੇ 4 ਬੰਦੇ ਸਸਪੈਂਡ ਕੀਤੇ ਆ ਉੱਥੇ, 3 ਜਣੇ, ਉਹ ਤਾਂ ਇਸ ਕਰਕੇ ਕਰ ਦਿੱਤੇ ਉਹਨਾਂ ਨੇ ਕਿ ਉਹ ਡਿਊਟੀ ਤੇ ਜਿਹੜਾ ਡਿਊਟੀ ਨਹੀਂ ਸੀ ਦੇ ਰਹੇ। ਹਾਲੇ ਕਿ ਉਹਨਾਂ ਦੀ ਬਾਅਦ ਚ ਵੀਡੀਓ ਆਈ ਹੈ, ਉਹਨਾਂ ਨੇ ਕਹੀ ਆ ਵੀ ਹੁੰਦਿਆਂ ਨੇ ਵੀ ਸਾਡੀ ਤੇ ਜੀ ਡਿਊਟੀ ਆਫ ਹੋ ਗਈ ਸੀਗੀ, ਇੱਕੋ ਹੀ ਬੰਦਾ ਸੀ ਜਿਹੜਾ ਡਿਊਟੀ ਤੇ ਆ ਗਿਆ ਸੀਗਾ। ਉਹਨਾਂ ਨੇ ਡਿਊਟੀ ਪੂਰੀ ਨਹੀਂ ਕੀਤੀ, ਉਹਨਾਂ ਨੂੰ ਤਾਂ ਤੁਸੀਂ ਸਸਪੈਂਡ ਕਰਤਾ ਪੰਨੂ ਸਾਹਿਬ, ਤੇ ਤੁਸੀਂ 4.5 ਸਾਲ ਜਿਹੜਾ ਕੋਈ ਕੰਮ ਨਹੀਂ ਕੀਤਾ, ਤੁਹਾਨੂੰ ਕੌਣ ਸਸਪੈਂਡ ਕਰੇ? ਸਿਪਾਹੀ ਤਾਂ ਸਸਪੈਂਡ ਕਰਨ ਨੂੰ ਰਿਹਾ, ਸਪਾਈ ਤੇ ਤੁਹਾਨੂੰ ਰਿਹਾ, ਤੇ ਤੁਹਾਨੂੰ ਸਸਪੈਂਡ ਤੇ ਫਿਰ ਹੁਣ ਅੱਗੋਂ ਇਲੈਕਸ਼ਨਾਂ ਦੇ ਵਿੱਚ ਜਦੋਂ ਲੋਕ ਹੀ ਤੁਹਾਨੂੰ ਜਵਾਬ ਦੇਣਗੇ। ਗੱਲ ਇਹ ਆ ਕਿ ਉਹ ਕੌਣ ਕਹੇ ਰਾਣੀ ਅੱਗਾ ਢੱਕ, ਤੁਹਾਨੂੰ ਕੌਣ ਸਸਪੈਂਡ ਕਰੇ? ਤੁਹਾਡੇ ਤੋਂ ਲੋਕੀ ਪੁੱਛਦੇ ਆ ਵੀ 4.5 ਸਾਲਾਂ ਦੇ ਵਿੱਚ ਰੰਧਾਵਾ ਸਾਹਿਬ ਤੁਸੀਂ ਪਹਿਲਾਂ ਨਹੀਂ ਕਦੇ ਇਸ ਤਰ੍ਹਾਂ ਕੋਈ ਬੰਦਾ ਸਸਪੈਂਡ ਕੀਤਾ? ਇਸ ਤਰ੍ਹਾਂ ਪਹਿਲਾਂ ਨਹੀਂ ਤੁਸੀਂ ਜਾ ਕੇ ਬਾਰਡਰ ਦੇ ਉੱਤੇ ਚੈਕਿੰਗ ਕੀਤੀ? ਭਾਵੇਂ ਕਿ ਤੁਸੀਂ ਗ੍ਰਹਿ ਮੰਤਰੀ ਹੋਣ, ਉਦੋਂ ਆਫਟਰ ਆਲ ਉਸ ਏਰੀਏ ਦੇ ਐਮਐਲਏ ਤਾਂ ਹੈਗੇ ਸੀ, ਜੇਲ੍ਹਾਂ ਦੇ ਮੰਤਰੀ ਤਾਂ ਸੀ। ਕਿੰਨੀਆਂ ਜੇਲ੍ਹਾਂ ਚੈੱਕ ਕੀਤੀਆਂ? ਤੇ ਜੇਲ੍ਹਾਂ ਦੀ ਹਾਲਤ ਵੇਖ ਲਓ, ਉੱਥੋਂ ਮੋਬਾਈਲ ਫੋਨ ਮਿਲੀ ਜਾਂਦੇ ਆ, ਉੱਥੋਂ ਨਸ਼ੇ ਮਿਲੀ ਜਾਂਦੇ ਆ, ਉੱਥੇ ਲੜਾਈਆਂ ਹੋਈ ਜਾਂਦੀਆਂ ਨੇ। ਤੁਸੀਂ ਤੇ ਉੱਥੇ ਵੀ ਫੇਲ ਹੋ, ਪਰ ਤੁਹਾਡਾ ਵੀ ਸਸਪੈਂਡ ਕਰਨਾ ਤੇ ਤੁਹਾਨੂੰ ਵੀ ਬਣਦਾ। ਗੁੱਸਾ ਨਾ ਕਰਨ, ਜੇ ਕਰ ਵੀ ਲੈਣ ਤੇ ਕੋਈ ਗੱਲ ਨਹੀਂ, ਕਹਿਣਾ ਸਾਡਾ ਬਣਦਾ। ਇਹ ਸਵਾਲ ਸਾਰਿਆਂ ਦੇ ਮਨਾਂ 'ਚ ਆਉਂਦਾ ਹੋਣਾ ਵੀ ਤੁਹਾਨੂੰ ਕੌਣ ਸਸਪੈਂਡ ਕਰੇ। ਦੇਖੋ, ਕੈਪਟਨ ਨੂੰ ਲਾਂਭੇ ਕਰਕੇ ਤੁਸੀਂ ਬਚ ਨਹੀਂ ਸਕਦੇ ਆਪਣੀ ਜ਼ਿੰਮੇਵਾਰੀ ਤੋਂ, ਕਿ ਕੈਪਟਨ ਸਾਹਿਬ ਲਾਂਭੇ, ਇਹ ਤਾਂ ਵਾਅਦੇ ਉਹਨਾਂ ਨੇ ਕੀਤੇ ਸੀ, ਵਾਅਦੇ ਕਾਂਗਰਸ ਨੇ ਕੀਤੇ ਸੀ। ਪੰਨੂ ਸਾਹਿਬ, ਘਟਨਾਵਾਂ ਬੜੀਆਂ ਵਾਪਰੀਆਂ, ਲੇਕਿਨ ਇੱਕ ਬਹੁਤ ਦਿਲਚਸਪ ਗੱਲ ਹੋਈ ਹੈ ਕਿ ਕੈਪਟਨ ਅਮਰਿੰਦਰ ਸਿੰਘ ਬਾਰੇ ਚਰਚਾ ਚੱਲ ਰਿਹਾ ਸੀ ਕਿ ਨਵੀਂ ਪਾਰਟੀ ਲੈ ਕੇ ਆ ਰਹੇ ਆ ਜੀ, ਉਹ ਨਵੀਂ ਪਾਰਟੀ ਦਾ ਐਲਾਨ ਹੋ ਜਾਣਾ, ਲੇਕਿਨ ਉਹ ਪਾਰਟੀ ਤੇ ਹਾਲੇ ਇਹਦਾ ਐਲਾਨ ਨਹੀਂ ਕੀਤਾ। ਲੇਕਿਨ ਉਹਨਾਂ ਨੇ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਲੋਕਾਂ ਨੂੰ ਤਾਂ ਆਸ ਸੀ ਕਿ ਉਹ ਅਨਾਉਂਸ ਕਰਨਗੇ ਪਾਰਟੀ, ਪਰ ਉਹਨਾਂ ਨੇ ਆਪਣਾ ਰਿਪੋਰਟ ਕਾਰਡ ਲੈ ਕੇ ਬਹਿ ਗਏ ਤੇ ਉਹਨਾਂ ਨੇ ਬੜੇ ਮਤਲਬ ਵੱਡੇ ਸਾਰੇ ਪਲੰਦਾ ਰੱਖਿਆ ਕਿ ਮੈਂ ਆਹ ਕਰਤਾ, ਮੈਂ ਆਹ ਕਰਤਾ, ਮੈਂ ਆਹ ਕਰਤਾ, ਮੈਂ ਆਹ ਕਰਤਾ। ਗੱਲ ਇਹ ਆ ਕਿ ਜਿਹੜਾ ਕੁਝ ਤੁਸੀਂ ਕੀਤਾ ਉਹ ਲੋਕਾਂ ਨੂੰ ਕਿਉਂ ਨਹੀਂ ਦਿਸਦਾ? ਲੋਕਾਂ ਨੂੰ ਕਿਉਂ ਲੋਕ ਤਰਾਹ ਕਰਦੇ ਪਏ? ਤੇ ਉਹਨਾਂ ਨੇ ਵਿੱਚ ਕਹਿ ਦਿੱਤਾ ਕਿ ਮੈਂ 117 ਸੀਟਾਂ ਤੇ ਚੋਣ ਲੜੂੰਗਾ, ਤੇ ਨਾਲ ਦੀ ਨਾਲ ਹੁਣ ਪਿਛਲੇ ਦਿਨਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਵੀ ਕਹਿ ਦਿੱਤਾ ਕਿ ਅਸੀਂ 117 ਸੀਟਾਂ ਤੇ ਜਿਹੜੀ ਚੋਣ ਲੜਾਂਗੇ। ਕਿੰਨੀਆਂ ਪਾਰਟੀਆਂ ਬਣ ਗਈਆਂ ਨੇ, ਮੈਨੂੰ ਲੱਗਦਾ ਹੋਰ ਵੀ ਪਾਰਟੀਆਂ ਬਣ ਰਹੀਆਂ ਹੋਣੀਆਂ ਨੇ ਪੰਨੂ ਸਾਹਿਬ, ਸ਼ਾਇਦ ਤੁਹਾਨੂੰ ਜਾਣਕਾਰੀ ਹੋਵੇ, ਜਿਵੇਂ ਤੁਸੀਂ ਜ਼ਿਕਰ ਕਰ ਰਹੇ ਸੀ ਪਹਿਲਾਂ ਪ੍ਰੋਗਰਾਮ ਤੋਂ। ਤੇ ਇਹ 22 ਦਾ ਜਿਹੜਾ ਘਮਾਸਾਨ ਸ਼ੁਰੂ ਹੋ ਰਿਹਾ, ਇਹਦੇ ਵਿੱਚੋਂ ਲੋਕੀ ਵਿਚਾਰੇ ਕਿੱਥੇ ਜਾਣਗੇ? ਇਹ 117 ਇਹਨਾਂ ਦੀਆਂ ਸੀਟਾਂ, 117 ਬੀਜੇਪੀ ਦੀਆਂ ਕੈਪਟਨ ਦੀਆਂ, ਫਿਰ 117 ਸੀਟਾਂ ਕਾਂਗਰਸ ਆਉਣਗੇ, 117 ਸੀਟਾਂ ਤੇ ਅਕਾਲੀ ਆਉਣਗੇ, ਉਹ ਕੇਜਰੀਵਾਲ ਸਾਹਿਬ ਹੋਣਗੇ। ਕਿੰਨੇ ਕੁ ਲੋਕੀ ਲੜਨਗੇ? ਲੋਕੀ ਕਿਵੇਂ ਫੈਸਲਾ ਕਰਨਗੇ? ਇੰਜ ਨਹੀਂ ਲੱਗਦਾ ਕਿ 2022 ਦੇ ਵਿੱਚ ਸਰਕਾਰ ਬਣਨੀ ਨਹੀਂ, ਜਿਹੜੇ ਹਿਸਾਬ ਨਾਲ ਇਹ ਵੰਡ ਹੋਣੀ ਸ਼ੁਰੂ ਹੋਈ ਹੈ? ਮੈਂ ਸੋਚਦਾ ਸੀਗਾ ਵੀ ਪਾਰਟੀ ਆਪਾਂ ਵੀ ਰਜਿਸਟਰ ਕਰਾ ਲਈਏ, ਪੰਜਾਬ ਕੜਮੱਸ, ਠੀਕ ਹੈ ਨਾ? ਪੰਜਾਬ ਕੜਮੱਸ ਪਾਰਟੀ ਹੋ ਸਕਦੀ ਹੈ ਜੀ, ਕਿਉਂਕਿ ਇਹ ਕੜਮੱਸ ਆ, ਕੜਮਾਸੀ ਆ, ਇਹ ਕੜਮੱਸ ਪਿਆ ਹਾਂਜੀ, ਹਾਂ ਕੜਮੱਸ ਪੈ ਗਿਆ ਜਾਂ ਰਹਿੰਦਾ ਖੁੰਦਾ ਪੈ ਜਾਣਾ। ਜਿਹੜੀ ਪ੍ਰੈਸ ਕਾਨਫਰੰਸ ਕਪਤਾਨ ਸਾਹਿਬ ਨੇ ਕੀਤੀ ਆ, ਆਈ ਥਿੰਕ ਉਹਦੇ ਵਿੱਚ ਜੇ ਉਹ ਨਾ ਕਰਦੇ ਤੇ ਮੇਰੀ ਜਾਚੇ ਉਹਨਾਂ ਦਾ ਇੱਕ ਦਬਦਬਾ ਬਣਿਆ ਰਹਿਣਾ ਸੀਗਾ। ਹਾਂ, ਕਹਿੰਦੇ ਉਹ ਉਹਨਾਂ ਦਾ ਡਰ ਪਿਆ ਰਹਿਣਾ ਸੀ, ਉਹਦਾ ਡਰ ਤਾਂ ਨਿਕਲ ਗਿਆ ਨਾ। ਅਗਲੇ ਦਿਨ ਉਹਨਾਂ ਦੀ ਗ੍ਰਹਿ ਮੰਤਰੀ ਨਾਲ ਮੀਟਿੰਗ ਵੀ ਨਹੀਂ ਹੋਈ, ਜਿਹਦਾ ਬੜਾ ਵੱਡਾ ਇੱਕ ਸਿਰਜਾ ਆਇਆ ਸੀਗਾ ਉਹਨਾਂ ਨੇ। ਬੱਚਾ ਉਨੀ ਦੇਰ ਤੱਕ ਮਾਊ ਤੋਂ ਡਰਦਾ ਨਾ, ਜਿੰਨੀ ਦੇਰ ਉਹਨੂੰ ਇਹ ਨਹੀਂ ਪਤਾ ਲੱਗਦਾ ਵੀ ਮਾਊ ਹੈ ਨੀਗਾ, ਠੀਕ ਆ? ਉਹ ਮਾਊ ਤੋਂ ਡਰਾਈ ਜਾਂਦੇ ਸੀ, ਮਾਊ ਆਇਆ, ਮਾਊ ਆਇਆ, ਤੇ ਉਹਦੇ ਵਿੱਚੋਂ ਕੱਖ ਵੀ ਨਹੀਂ ਨਿਕਲਿਆ। ਖਾਸ ਤੌਰ ਦੇ ਉੱਤੇ ਕਪਤਾਨ ਸਾਹਿਬ ਨੇ ਜਿਵੇਂ BSF ਵਾਲੇ ਮੁੱਦੇ ਦੇ ਉੱਤੇ ਬੋਲਿਆ ਜਾਂ ਇਹ ਕਿਹਾ, ਇਉਂ ਲੱਗਦਾ ਸੀਗਾ ਕਿ ਭਾਰਤੀ ਜਨਤਾ ਪਾਰਟੀ ਦਾ ਕੋਈ ਸਪੋਕਸਮੈਨ ਗੱਲ ਕਰ ਰਿਹਾ। ਉਹਨੇ ਫਾਇਰ ਬੈਕ ਕੀਤਾ ਉਹਨਾਂ ਨੂੰ। ਤੁਸੀਂ ਕੋਈ ਉਹਨਾਂ ਦਾ ਸੋਸ਼ਲ ਪੇਜ ਲੈ ਲਓ ਜਾਂ ਜਿਨ੍ਹਾਂ ਨੇ ਲਾਈਵ ਕੀਤਾ ਉਹਨਾਂ ਦਾ ਲੈ ਲਓ, ਹੇਠਾਂ ਪੜ੍ਹ ਲੈਣਾ, ਜੇ 1% ਵੀ ਤੁਸੀਂ ਕੋਈ ਉਹਨਾਂ ਦੇ ਹੱਕ ਦੇ ਵਿੱਚ ਦਿਖਾ ਦਿਓ, ਕੋਈ ਨਹੀਂ ਬੋਲਿਆ ਉਹਨਾਂ ਦੇ ਹੱਕ ਦੇ ਵਿੱਚ। ਪੰਨੂ ਸਾਹਿਬ ਜਦੋਂ ਪਹਿਲਾਂ ਪ੍ਰੈਸ ਕਾਨਫਰੰਸ ਕਰਦੇ ਹੁੰਦੇ ਸੀ, ਉਹਨਾਂ ਦੀ ਫੇਸਬੁੱਕ ਤੇ ਡਿਸਲਾਈਕ ਜ਼ਿਆਦਾ ਆਉਂਦੀਆਂ ਹੁੰਦੀਆਂ ਸੀ। ਪਰ ਇਹ ਆ ਨਾ ਕਿ ਉਹਨਾਂ ਨੂੰ ਜਿਹੜੇ ਦੱਸਣ ਵਾਲੇ ਉਹ ਨਹੀਂ ਦੱਸਦੇ ਸੀਗੇ ਨਾ। ਉਦਣ ਤਾਂ ਇਉਂ ਲੱਗਿਆ ਵੀ 2-3 ਬੰਦੇ ਜਿਹੜੇ ਨੋਨ ਨੇ ਇਸ ਚੀਜ਼ ਦੇ ਵਾਸਤੇ, ਜਿਹੜੇ ਉਹ ਛੋਟੇ ਕਲਿੱਪ ਵੀ ਜਾਰੀ ਕਰਦੇ ਹੁੰਦੇ ਸੀਗੇ, ਉਹ ਖੜਕਾਉਂਦੇ ਗਲਾਸ ਗਲੂਸ ਵੀ, ਉਹ ਤਾਂ ਦਿਸਣਗੇ, ਉਹ ਵੀ ਨਹੀਂ ਦਿਸੇ।
ਉਹਨਾਂ ਦੀਆਂ ਫੋਟੋਆਂ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਤੇ ਰਾਹੁਲ ਗਾਂਧੀ ਨਾਲ ਆਈਆਂ ਪ੍ਰੈਸ ਕਾਨਫਰੰਸ ਤੋਂ ਬਾਅਦ ਵੀ ਸਾਡੀ ਵੀ ਬੜੀ ਵਧੀਆ ਮੀਟਿੰਗ ਰਹੀ ਦਿੱਲੀ ਦੇ ਵਿੱਚ, ਜਿਹਦੇ ਵਿੱਚ ਰਾਣਾ ਸੋਢੀ ਹੁਰੀ ਖਾਸ ਤੌਰ ਦੇ ਉੱਤੇ ਸ਼ਾਮਲ ਨੇ, ਬਲਵੀਰ ਸਿੱਧੂ ਹੁਰੀ ਉਹਦੇ ਵਿੱਚ ਸ਼ਾਮਲ ਨੇ, ਭਰਤਿੰਦਰ ਚਹਿਲ ਨਹੀਂ ਦਿਸੇ, ਕੋਈ ਵੀ ਨਹੀਂ ਉੱਥੇ ਦਿਸਿਆ। ਉਹ ਤਾਂ ਇਉਂ ਲੱਗਦਾ ਸੀਗਾ ਵੀ ਗਲੀਆਂ ਹੋ ਜਾਣ ਸੁੰਨੀਆਂ ਵਿੱਚ ਮਿਰਜ਼ਾ ਯਾਰ ਫਿਰ ਇਕੱਲੇ ਬੈਠੇ ਸੀਗੇ ਉਹ ਸੀਟ ਦੇ ਉੱਤੇ, ਜਾਂ ਤਾਂ ਬਿਠਾਉਂਦੇ ਨਹੀਂ। ਤੁਸੀਂ ਪਾਰਟੀਆਂ ਦੀ ਗੱਲ ਕੀਤੀ ਸੀ, ਮਲਕੀਤ ਸਿੰਘ ਬੀਰਮੀ ਇੱਕ ਵਿਧਾਨਕਾਰ ਹੁੰਦੇ ਸੀ, ਮੇਰਾ ਖਿਆਲ ਸ਼ਾਇਦ ਉਹਨਾਂ ਦੇ ਵਿਧਾਨ ਸਭਾ ਤੋਂ ਬਾਹਰ ਉਹਨਾਂ ਨੂੰ ਕੋਈ ਜਾਣਦਾ ਨਹੀਂ। ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ, ਉਹਨਾਂ ਨੇ ਪਾਰਟੀ ਬਣਾਈ ਨਵੀਂ, ਉਹ ਕਹਿੰਦੇ 117 ਵਿਧਾਨ ਸਭਾ ਸੀਟਾਂ ਤੇ ਮੈਂ ਚੋਣ ਲੜਨੀ ਆ। ਬੀਰਮੀ ਸਾਹਿਬ ਵਿਚਾਲੇ ਬੈਠੇ, 2 ਇੱਧਰ ਬੈਠੇ, 2 ਇੱਧਰ ਬੈਠੇ, 4 ਬੰਦੇ ਉਹ ਵੀ ਲਈ ਬੈਠੇ ਸੀ ਜੀ। ਜੋ ਕਪਤਾਨ ਸਾਹਿਬ ਨੇ 4 ਬੰਦੇ ਵੀ ਨਹੀਂ ਨਾਲ ਬਿਠਾਏ, ਬੈਠੇ ਨਹੀਂ, ਲੱਭੇ ਨਹੀਂ। ਕੀ ਹੋਇਆ ਜਦੋਂ ਕਿ ਕਹਿੰਦੇ ਆ ਕਿ ਮੈਂ ਪਾਰਟੀ ਬਣਾ ਰਿਹਾ, ਮੇਰੇ ਨਾਲ ਇਨ ਟੱਚ ਨੇ। ਉਹ ਇਨ ਟੱਚ ਕਿਹੜੇ ਤਰੀਕੇ ਦੇ ਨੇ? ਜਿਹੜੇ ਲੁਕਵੇਂ ਤੌਰ ਦੇ ਉੱਤੇ ਨੇ, ਜਾਂ ਤਾਂ ਸਾਹਮਣੇ ਆ ਜਾਓ। ਜਿਹੜਾ ਤੁਸੀਂ ਅਗਲਾ ਪੁਆਇੰਟ ਦੱਸ ਦਿੱਤਾ ਕਿ ਭਾਜਪਾ ਦੇ ਜਿਹੜੇ ਆਗੂ ਨੇ ਉਹਨਾਂ ਦੇ ਨਾਲ ਮੀਟਿੰਗ ਨਹੀਂ ਹੋਈ, ਉਹ ਕਹਿੰਦੇ ਕਿ ਮੈਂ ਭਾਜਪਾ ਦੇ ਨੇਤਾਵਾਂ ਨੂੰ ਤਾਂ ਨਹੀਂ ਅਜੇ ਮਿਲਿਆ, ਪਰ ਮੈਂ ਹੁਣ ਮਿਲੂੰਗਾ। ਵੀ ਪੁੱਛਣ ਵਾਲਾ ਹੋਵੇ ਵੀ ਅਮਿਤ ਸ਼ਾਹ ਹੁਰੀ ਕੌਣ ਨੇ, ਨਰਿੰਦਰ ਮੋਦੀ ਹੁਰੀ ਕੌਣ ਨੇ, ਅਜੀਤ ਡੋਵਾਲ ਕੌਣ ਨੇ ਜੀ, ਉਹ ਭਾਜਪਾ ਚੋਂ ਨਹੀਂ ਗਏ, ਜਿਨ੍ਹਾਂ ਨੂੰ ਮਿਲ ਚੁੱਕੇ ਹੋ। ਅੱਛਾ, ਉਹਨਾਂ ਨੂੰ ਟਾਈਮ ਦੇ ਕੇ ਅਮਿਤ ਸ਼ਾਹ ਹੁਰੀ ਗੁਜਰਾਤ ਜਾ ਵੜੇ, ਹੁਣ ਉਹ ਉੱਤਰ ਪ੍ਰਦੇਸ਼ ਚਲੇ ਗਏ ਕਿਉਂਕਿ ਉਹਨਾਂ ਨੇ ਚੋਣ ਕਮਾਂਡ ਸੰਭਾਲ ਲਈ ਉੱਥੇ ਜਾ ਕੇ। ਕੀ ਉਹ ਕੈਪਟਨ ਸਾਹਿਬ ਨੂੰ ਉਚੇਚਾ ਟਾਈਮ ਦੇਣ ਦੇ ਵਾਸਤੇ ਦਿੱਲੀ ਆਉਣਗੇ? ਜਿਹੜੀ ਬੀਜੇਪੀ ਨੇ ਪ੍ਰੈਸ ਕਾਨਫਰੰਸ ਕੀਤੀ ਉਹਦੇ ਵਿੱਚ ਕਿਤੇ ਨਹੀਂ ਇਹ ਦੱਸਿਆ। ਉਹਨਾਂ ਨੂੰ ਪੁੱਛਿਆ ਵੀ ਕਪਤਾਨ ਸਾਹਿਬ ਕਹਿੰਦੇ ਮੇਰਾ ਟਾਈ ਅਪ ਹੋਣਾ ਉਹਨਾਂ ਦੇ ਨਾਲ, ਅਸੀਂ ਸੀਟਾਂ ਦੀ ਵੰਡ ਕਰਨੀ ਆ। ਉਹ ਕਹਿੰਦੇ ਸਾਨੂੰ ਨਹੀਂ ਇਹਦੇ ਬਾਰੇ ਕੁਝ ਵੀ ਪਤਾ, ਅਸੀਂ 117 ਤੇ ਲੜਨਾ, ਅਸੀਂ 117 ਤੇ ਲੜਨਾ। ਠੀਕ ਹੈ ਨਾ, ਇਹ ਉਹਨਾਂ ਨੂੰ ਪਤਾ ਹੋਊਗਾ, ਉਹਨਾਂ ਨੂੰ ਪਤਾ ਹੋਊਗਾ ਵੀ ਉਹਨਾਂ ਨੇ ਕਿੰਨੀਆਂ ਸੀਟਾਂ ਤੇ ਲੜਨਾ। ਉਧਰ ਜਦੋਂ ਉਹਨਾਂ ਨੇ ਸੁਖਦੇਵ ਸਿੰਘ ਢੀਂਡਸਾ ਹੋਰਾਂ ਦਾ ਨਾਮ ਲਿਆ, ਢੀਂਡਸਾ ਸਾਹਿਬ ਨਾਲ ਦੀ ਨਾਲ ਬੈਕਅਪ ਕਰ ਗਏ, ਉਹ ਵੀ ਮੁੱਕਰ ਗਏ। ਉਹ ਕਹਿੰਦੇ 2 ਵਾਰ ਦੇ ਮੁੱਖ ਮੰਤਰੀ ਰਹੇ ਹੋ, ਕੁਝ ਸੋਚ ਸਮਝ ਕੇ ਗੱਲ ਕਰਿਆ ਕਰੋ, ਸਾਡੀ ਤਾਂ ਤੁਹਾਡੀ ਕਦੀ ਮੀਟਿੰਗ ਨਹੀਂ ਹੋਈ ਤੇ ਇਸ ਕਰਕੇ ਸਾਡਾ ਨਾਮ ਵਿੱਚ ਕਿਉਂ ਲਈ ਜਾਂਦੇ ਹੋ। ਮੈਨੂੰ ਲੱਗਦਾ ਹੈ ਕਿ ਹਾਲਾਤ ਇਹ ਬਣ ਜਾਣੇ ਆ ਕਿ ਨੀਟੂ ਸ਼ਟਰਾਂ ਵਾਲਾ ਵੀ ਨਾ ਕਰਦੇ ਵੀ ਮੈਂ ਉਹਨਾਂ ਦੇ ਨਾਲ ਗੱਠਜੋੜ ਨਹੀਂ ਕਰਨਾ, ਜਿਹੋ ਜਿਹੇ ਹਾਲਾਤ ਉਹਨਾਂ ਨੇ ਬਣਾ ਲਏ ਹੋਏ ਆ ਆਪਣੇ। ਮੈਂ ਵੀ ਕੋਈ ਗੱਠਜੋੜ ਨਹੀਂ ਕਰਨਾ। ਨਹੀਂ, ਤੁਹਾਡੀ ਤਾਂ ਖੈਰ ਬਹੁਤ ਰਿਸਪੈਕਟ ਹੈ ਜੀ ਵੜੈਚ ਸਾਹਿਬ, ਤੁਸੀਂ ਉਹਨਾਂ ਨਾਲ ਬੰਦੇ ਨਾਲ ਥੋੜੀ ਜੋੜ ਸਕਦੇ ਹੋ। ਉਹ ਬੰਦੇ ਜਿਹੜੇ ਮਤਲਬ ਕਿ ਸੋਸ਼ਲ ਮੀਡੀਆ ਦੇ ਉੱਤੇ ਕਮਲ ਕੁੱਟਣ 'ਚ ਮਸ਼ਹੂਰ ਨੇ, ਮੈਂ ਤਾਂ ਉਹਨਾਂ ਦੀ ਗੱਲ ਕੀਤੀ ਹੈ। ਉਹ ਵੀ ਸ਼ਾਇਦ ਹੋ ਸਕਦਾ ਗੱਠਜੋੜ ਨਾ ਕਰਨ। ਮੇਰੀ ਜਾਚੇ ਕਪਤਾਨ ਸਾਹਿਬ ਜੇ ਸਿਆਣੇ ਹੁੰਦੇ, ਮੈਨੂੰ ਲੱਗਦਾ ਕਿ ਉਹ ਹਾਲਾਤ ਤੋਂ ਹੈ ਨਹੀਂ ਗੇ ਸਿਆਣੇ, ਜਾਂ ਤਾਂ ਉਹ ਗਲਤ ਹੱਥਾਂ ਦੇ ਵਿੱਚ ਚੜੇ ਹੋਏ। ਤੁਸੀਂ ਜੇਲ੍ਹ ਆਤਾ ਉਹਨਾਂ ਦੇ ਨਾਲ। ਹਾਂ, ਫਿਰ ਹੁਣ ਵੈਸੇ ਇਸ ਉਮਰ ਦੇ ਵਿੱਚ ਬੰਦਾ 72 ਜਾਂਦਾ, ਉਹ ਤਾਂ ਗਾਂਹ ਲੰਘੇ ਹੋਏ ਆ ਬਹੁਤ। ਠੀਕ ਹੈ ਨਾ ਜੀ। ਤੇ ਜੇ ਸਿਆਣੇ ਹੁੰਦੇ ਤੇ ਉਹ ਆਪਣੀ ਉਹ ਜਿਹੜੀ ਉਹਨਾਂ ਦੀ ਬੇਟੀ ਇੱਥੇ ਪਟਿਆਲੇ ਦੇ ਵਿੱਚ ਲੱਗੀ, ਉਹਦੀ ਟਿਕਟ ਦੀ ਮੰਗ ਕਰ ਲੈਂਦੇ। 24 ਦੇ ਵਿੱਚ ਪ੍ਰਨੀਤ ਕੌਰ ਹੋਰਾਂ ਦੀ ਟਿਕਟ ਦੀ ਗੱਲ ਕਰ ਲੈਂਦੇ। ਇੱਕ ਗੱਲ, ਤੁਹਾਡੀ ਗੱਲ ਨੂੰ ਮੈਂ ਨਾਲ ਵੱਡੀ ਕਰਦਾ, ਭਾਰਤੀ ਜਨਤਾ ਪਾਰਟੀ 'ਚ ਇੱਕ ਗੱਲ ਠੀਕ ਹੈ, ਉਹ ਕਹਿੰਦੇ ਵੀ 70 ਸਾਲ ਤੋਂ ਬਾਅਦ ਨਾ ਕਿਸੇ ਨੂੰ ਨੇਤਾ ਨਹੀਂ ਬਣਾਉਣਾ। ਹਾਂ, ਇਹ ਚੰਗੀ ਗੱਲ ਹੈ। ਹਾਂ, ਇਹ ਸਿਆਣੀ ਚੰਗੀ ਗੱਲ ਨੂੰ ਚੰਗੀ ਕਹਿਣਾ ਵੀ ਚਾਹੀਦਾ, ਚੰਗੀ ਕਹਿਣਾ ਚਾਹੀਦਾ। ਪਰ ਉਹਨੂੰ ਤੁਸੀਂ ਵਰਤਦੇ ਕਿਵੇਂ ਹੋ? ਗੱਲ ਇਹ ਹੈਗੀ ਆ ਕਿ ਤੁਸੀਂ ਜਿਹੜਾ ਕਰਨਾਟਕਾ ਵਾਲਾ ਸੀਗਾ ਸੀਐਮ, ਉਹਨੂੰ ਤੁਸੀਂ 74 ਸਾਲਾਂ ਤੱਕ ਬਣਾਈ ਰੱਖਿਆ। ਉੱਥੇ ਸਥਿਤੀਆਂ ਕੁਝ ਹੋਰ ਸੀ, ਪਰ ਉਹਨਾਂ ਨੇ ਯਦੂਰੱਪਾ। ਪਰ ਇਹ ਗੱਲ ਠੀਕ ਹੈ, ਹੋਣਾ ਚਾਹੀਦਾ ਹੈ ਕਿ ਇੱਕ ਏਜ ਤੋਂ ਬਾਅਦ ਜਿਹੜੇ ਸਾਡੇ ਪੋਲੀਟੀਸ਼ੀਅਨ, ਉਹਨਾਂ ਨੂੰ ਆਪਣੇ ਆਪ ਹੀ ਉਹ ਮਾਰਗਦਰਸ਼ਕ ਮੰਡਲ ਦੇ ਵਿੱਚ ਚਲੇ ਜਾਣਾ ਚਾਹੀਦਾ, ਧੱਕੇ ਨਾਲ ਨਹੀਂ ਭੇਜਣਾ ਪੈਣਾ। ਜੇ ਤੁਸੀਂ ਉਦੋਂ ਦੀ ਜਿਹੜੀ ਪ੍ਰੈਸ ਕਾਨਫਰੰਸ ਆ ਉਹ ਦੇਖੀ ਆ, ਤਾਂ ਉਹਨਾਂ ਦੇ ਹੱਥ ਬਹੁਤ ਬੁਰੀ ਤਰੀਕੇ ਨਾਲ ਕੰਬ ਰਹੇ, ਉਹਨਾਂ ਤੋਂ ਮਾਈਕ ਨਹੀਂ ਫੜਿਆ ਜਾ ਰਿਹਾ। ਜਦੋਂ ਇੱਕ ਹਰਿਆਣੇ ਦੇ ਵਿੱਚ ਪਿਛਲੇ ਦਿਨਾਂ 'ਚ ਰੈਲੀ ਹੋਈ ਸੀ, ਜਿਹੜੀ ਓਮ ਪ੍ਰਕਾਸ਼ ਚੌਟਾਲਾ ਨੇ ਕੀਤੀ ਸੀ, ਉੱਥੇ ਵੀ ਗਏ ਹੋਏ ਸੀ। ਨਹੀਂ, ਉੱਥੇ ਬਾਦਲ ਸਾਹਿਬ ਗਏ, ਉੱਥੇ ਹਰਦਨ ਹਾਲੀ, ਡੋਡੇਗੋੜਾ, ਦੇਵਗੋੜਾ ਉਹ ਆਏ। ਉਹਦੇ ਵਿੱਚ ਜਿੰਨੇ ਆਏ ਉਹ 80+ ਵਾਲੇ ਆਏ। ਉਹ ਕਹਿੰਦੇ ਜੀ ਅਸੀਂ ਤੀਜਾ ਫਰੰਟ ਖੜਾ ਕਰਨਾ। ਮੈਂ ਕਿਹਾ ਜੀ ਪਹਿਲਾਂ ਆਪ ਤਾਂ ਖੜੇ ਹੋ ਲਓ। ਠੀਕ ਹੈ ਨਾ ਜੀ। ਸਮੱਸਿਆ ਬਿਲਕੁਲ, ਆਈ ਥਿੰਕ ਕਿਤੇ ਨਾ ਕਿਤੇ ਨੌਜਵਾਨਾਂ ਨੂੰ ਇਸ ਮਾਮਲੇ ਦੇ ਉੱਤੇ ਇਹ ਪੁਆਇੰਟ ਬਹੁਤ ਵੱਡੇ ਤੌਰ ਤੇ ਰੇਜ਼ ਹੋਣਾ ਚਾਹੀਦਾ ਕਿ ਜੇ ਬਾਕੀ ਸਾਰੇ ਜਗ੍ਹਾ ਦੇ ਉੱਤੇ ਏਜ ਦੀ ਲਿਮਿਟ ਹੈ ਰਿਟਾਇਰ ਹੋਣ ਦੀ, ਤੇ ਸਿਆਸਤ ਦੇ ਵਿੱਚ ਕਿਉਂ ਨਹੀਂ? ਔਰ ਦੂਸਰੀ ਗੱਲ ਇਹ ਹੈ ਕਿ ਭਵਿੱਖ ਤੁਸੀਂ ਕਹਿ ਦਿੰਦੇ ਹੋ ਸਟੇਜਾਂ ਦੇ ਉੱਤੇ ਖਲੋ ਕੇ ਕਿ ਸਾਡੇ ਨੌਜਵਾਨਾਂ ਦਾ, ਤੇ ਫਿਰ ਨੌਜਵਾਨਾਂ ਨੂੰ ਉਸ ਭਵਿੱਖ ਨੂੰ ਬਣਾਉਣ ਵਿੱਚ ਹਿੱਸੇਦਾਰ ਵੀ ਤੇ ਬਣਾਓ। ਉਹ ਬਣਾਉਂਦੇ, ਇੱਕ ਪੀੜ੍ਹੀ ਤਿਆਰ ਕਰੋ ਨਾ। ਹੁਣ ਦੇਖੋ ਜਿਵੇਂ ਅਕਾਲੀ ਦਲ ਦੇ ਵਿੱਚ ਹੈ, ਨੌਜਵਾਨ ਪੀੜ੍ਹੀ ਕਿੰਨੀ ਕੁ ਤਿਆਰ ਕੀਤੀ ਇਹਨਾਂ ਨੇ? ਨਹੀਂ ਹੈ। ਇੱਕ ਸੀਟ ਦੇ ਉੱਤੇ 4 ਬੰਦੇ ਲੜਦੇ ਪਏ ਆ। ਕੋਈ ਕਹਿੰਦਾ ਜੀ ਮੈਨੂੰ ਸੀਟ ਦੇ ਦਿਓ, ਫਿਰ ਕਹਿੰਦਾ ਮੇਰੇ ਮੁੰਡੇ ਨੂੰ ਦੇ ਦਿਓ, ਮੇਰੇ ਜਵਾਈ ਨੂੰ ਦੇ ਦਿਓ। ਇਹੀ ਹਾਲ ਕਾਂਗਰਸ ਦੇ ਵਿੱਚ ਹੈ। ਹੁਣ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਜੇ ਦੀ ਤੁਸੀਂ ਜਿਹੜੀ ਕਰ ਚੁੱਕੇ ਹੋਏ ਹੋ, ਗੱਲ ਇਹ ਆ ਕਿ ਉਦੋਂ ਨੂੰ ਜਿਹੜੀ ਪ੍ਰੈਸ ਕਾਨਫਰੰਸ ਹੋਈ ਹੈ ਨਾ ਪੰਨੂ ਸਾਹਿਬ, ਉਹਦੇ ਵਿੱਚ ਗੱਲ ਬਹੁਤੀ ਉੱਠੀ ਨਹੀਂ। ਮੈਂ ਜ਼ਿਕਰ ਇੱਥੇ ਇਸ ਕਰਕੇ ਕਰਨਾ ਚਾਹੁੰਦਾ ਕਿ ਪੱਤਰਕਾਰ ਭਾਈਚਾਰੇ ਨਾਲ ਸੰਬੰਧਿਤ ਹੈ। ਇੱਕ ਪੱਤਰਕਾਰ ਨੇ ਸਵਾਲ ਉੱਥੇ ਪੁੱਛਿਆ ਕਿ ਕੈਪਟਨ ਸਾਹਿਬ ਤੁਸੀਂ ਤੇ ਬਣਾ ਰਹੇ ਹੋ ਨਵੀਂ ਪਾਰਟੀ, ਤੇ ਮਹਾਰਾਣੀ ਪ੍ਰਨੀਤ ਕੌਰ ਜਿਹੜੇ ਤੁਹਾਡੇ ਪਤਨੀ ਨੇ ਉਹ ਕਿੱਥੇ ਜਾਣਗੇ? ਇਹ ਸਵਾਲ ਮੈਂ ਇਸ ਪ੍ਰੈਸ ਕਾਨਫਰੰਸ ਤੋਂ ਇੱਕ ਦਿਨ ਪਹਿਲਾਂ
ਆਪਣੇ ਪਲੇਟਫਾਰਮ ਦੇ ਉੱਤੇ ਸਾਰਿਆਂ ਦੇ ਉਠਾਇਆ ਸੀ ਜੀ। ਕਿ ਪ੍ਰਨੀਤ ਕੌਰ ਹੋਰਾਂ ਦੇ ਬਾਰੇ ਚ ਸਪਸ਼ਟ ਕਰਨਗੇ। ਚੰਗੀ ਗੱਲ ਹੈ ਕਿ ਉਹ ਪੱਤਰਕਾਰ ਨੇ ਬੜਾ ਵੈਲਿਡ ਸਵਾਲ ਪੁੱਛਿਆ, ਪਰ ਜਵਾਬ ਦੇਖੋ। ਮੈਂ ਇਸੇ ਗੱਲ ਤੇ ਲਿਆਉਣਾ ਚਾਹੁੰਦਾ ਕਿ ਏਡੇ ਵੱਡੇ ਪੱਧਰ ਤੇ ਤੁਸੀਂ ਪ੍ਰੈਸ ਕਾਨਫਰੰਸ ਕਰ ਰਹੇ ਹੋ ਔਰ ਜਵਾਬ ਇਹ ਦੇ ਰਹੇ ਹੋ ਕਿ ਇਟ ਇਜ਼ ਅ ਫੁਲਿਸ਼ ਕੁਐਸਚਨ। ਹਾਂ, ਬੇਹੂਦਾ ਅਜੀਬ ਸਵਾਲ ਗੱਲ ਹੈ। ਹੈ, ਬੜੀ ਅਜੀਬ ਗੱਲ ਹੈ ਕਿ ਤੁਸੀਂ ਪੱਤਰਕਾਰਾਂ ਨੂੰ ਇਸ ਤਰ੍ਹਾਂ ਟ੍ਰੀਟ ਕਰਦੇ ਹੋ। ਔਰ ਮੈਨੂੰ ਪੱਤਰਕਾਰ ਭਾਈਚਾਰੇ ਸ਼ਾਇਦ ਉਹ ਗੁੱਸੇ ਨਾ ਹੋ ਜਾਣ, ਉਹਨਾਂ ਨੂੰ ਉਸ ਟਾਈਮ ਇਸ ਸਵਾਲ ਦੇ ਜਵਾਬ ਦੇ ਉੱਤੇ ਜਿਹੜਾ ਜਵਾਬ ਦਿੱਤਾ protest ਫੁਲਿਸ਼ ਕਰਨਾ ਚਾਹੀਦਾ ਆਨਸਰ ਹੈ, ਇਹ ਕਹਿਣਾ ਚਾਹੀਦਾ ਸੀ। ਹਾਂ, ਇਹ ਫੁਲਿਸ਼ ਆਨਸਰ ਹੈ। ਤੇ ਇਹਦਾ ਮਤਲਬ ਇਹ ਹੈ ਕਿ ਉਹਨਾਂ ਨੇ ਪੱਤਰਕਾਰ ਨੂੰ ਹੀ ਫੁਲਿਸ਼ ਕਹਿ ਦਿੱਤਾ ਇਨਡਾਇਰੈਕਟਲੀ, ਕਿਉਂਕਿ ਜਿਹੜਾ ਬੰਦਾ ਸਵਾਲ ਮੂਰਖਾਨਾ ਕਰਦਾ ਤੇ ਉਹ ਆ ਮੂਰਖ ਹੈ। ਇਹ ਸਵਾਲ ਮੈਨੂੰ ਜਿਹੜਾ ਉਹਨਾਂ ਦਾ ਜਵਾਬ ਜਿਹੜਾ ਨਾ ਮੈਨੂੰ ਇੱਕ ਉਹਦੇ ਚ ਹੋਰ ਤੁਸੀਂ ਜਿਹੜੀ ਚੀਜ਼ ਬਹੁਤਿਆਂ ਨੇ ਸ਼ਾਇਦ ਨੋਟਿਸ ਨਾ ਕੀਤੀ ਹੋਵੇ, ਇੱਕ ਪੱਤਰਕਾਰ ਸਾਹਿਬ ਨੇ ਬੜੇ ਤਰੀਕੇ ਸਲੀਕੇ ਨਾਲ ਉਹਨਾਂ ਦੀ ਤਾਰੀਫ ਕਰਕੇ ਫਿਰ ਇਹ ਪੁੱਛਿਆ ਬਈ ਇਤਿਹਾਸ ਇਹ ਦੱਸਦਾ, ਕਹਿੰਦੇ ਤੁਸੀਂ ਵੀ ਇਤਿਹਾਸਕਾਰ ਹੋ, ਵੀ ਜਿਹੜੇ ਇਹ ਰਿਆਸਤ ਹੈ ਇਹ ਦੂਜੇ ਸਾਈਡ ਕਿਉਂ ਰਹੀ ਹੈ ਲੋਕਾਂ ਵਾਲੇ। ਜੀ ਜੀ। ਤੇ ਉਹ ਇਹ ਕਹਿੰਦੇ ਇਹਦੀ ਤਾਂ ਆਪਾਂ ਪ੍ਰੈਸ ਕਾਨਫਰੰਸ ਨਹੀਂ ਕਰ ਰਹੇ, ਆਪਾਂ ਤਾਂ ਪ੍ਰੈਸ ਕਾਨਫਰੰਸ ਅੱਜ ਰਾਜਨੀਤੀ ਦੇ ਉੱਤੇ ਕਰ ਰਹੇ ਆ। ਜਿਵੇਂ ਕਹਿੰਦੇ ਵੀ ਮੈਨੂੰ ਜਿਹੜੇ ਬਰਗਾੜੀ ਕਾਂਡ ਦੇ ਉੱਤੇ ਕਹਿੰਦੇ ਅਦਾਲਤ ਦੇ ਵਿੱਚ ਕੀ ਬਰਗਾੜੀ ਦਾ ਤਾਂ ਉਹਨੇ ਜ਼ਿਕਰ ਹੀ ਨਹੀਂ ਕੀਤਾ, ਕਿ ਕੋਈ ਅਦਾਲਤ ਦਾ ਉਹਨੇ ਬੰਦੇ ਨੇ ਜ਼ਿਕਰ ਨਹੀਂ ਕੀਤਾ। ਉਹਨੇ ਵਧੀਆ ਤਰੀਕੇ ਦਾ ਸਵਾਲ ਜਿਹੜਾ ਪੁੱਛਿਆ ਸੀ, ਮਤਲਬ ਕਿ ਟਾਲਣਾ ਆਉਂਦਾ ਉਹਨਾਂ ਨੂੰ। ਔਰ ਖਾਸ ਤੌਰ ਦੇ ਤੇ ਇਹ ਤੁਹਾਡੀ ਗੱਲ ਠੀਕ ਹੈ, ਅਸਲ 'ਚ ਪੱਤਰਕਾਰਾਂ ਦੀ ਪ੍ਰੋਬਲਮ ਇਹ ਆ ਕਿ ਉਹ ਆਪਸ ਦੇ ਵਿੱਚ ਹੀ ਲੜੀ ਜਾਂਦੇ ਸਵਾਲ ਕਰਨ ਨੂੰ। ਜਿਹੜੇ ਬੰਦੇ ਨੂੰ ਉਹਨਾਂ ਨੇ ਕਿਹਾ ਸੀਗਾ ਕਿ ਫੁਲਿਸ਼ ਇਹ ਕੁਐਸਚਨ ਹੈ, ਉਦੋਂ ਪੱਤਰਕਾਰਾਂ ਨੂੰ ਡਟਣਾ ਚਾਹੀਦਾ ਸੀ। ਸਾਰੇ ਪੱਤਰਕਾਰਾਂ ਨੂੰ ਉੱਥੇ ਪ੍ਰੈਸ ਕਾਨਫਰੰਸ ਰੋਕਣੀ ਚਾਹੀਦੀ ਸੀ ਔਰ ਇਸ ਦੇ ਉੱਤੇ ਪ੍ਰੋਟੈਸਟ ਕਰਨਾ ਚਾਹੀਦਾ ਸੀ। ਔਰ ਬਾਕੀ ਵੀ ਲੋਕਾਂ ਨੂੰ ਹੋ ਜਾਂਦਾ, ਕਿਉਂਕਿ ਅਸੀਂ ਵੇਖਿਆ ਕਈ ਵਾਰੀ ਜਿਹੜੇ ਜਵਾਬ ਦੇ ਜਾਂਦੇ ਆ। ਖੈਰ ਪੰਨੂ ਸਾਹਿਬ, ਭਾਜਪਾ ਨੇ ਪੀਸੀ ਕੀਤੀ ਤੇ ਉਹਦੇ ਵਿੱਚ ਉਹਨਾਂ ਨੇ ਗੱਲ ਕੀਤਾ ਕਿ 117 ਸੀਟਾਂ ਤੇ ਚੋਣ ਲੜਾਂਗੇ ਤੇ ਉਹਨਾਂ ਨੇ ਕਿਹਾ ਕਿ ਨਵਾਂ ਪੰਜਾਬ ਭਾਜਪਾ ਦੇ ਨਾਲ। ਤੇ ਮੈਂ ਵੈਸੇ ਬਹੁਤੀ ਫਰਿਸਤ ਨਹੀਂ ਗਣਾਉਂਦਾ ਨਵੇਂ ਪੰਜਾਬ ਦੀ। ਕਿਸਾਨ 11 ਮਹੀਨਿਆਂ ਤੋਂ ਬੈਠੇ ਹੋਏ ਘਰੋਂ ਨਿਕਲ ਕੇ 700 ਬੰਦਾ ਇਸ ਤੋਂ ਵੱਧ ਸ਼ਹੀਦੀਆਂ ਪਾ ਚੁੱਕਿਆ, ਸਾਡੀਆਂ ਬੀਬੀਆਂ ਸ਼ਹੀਦੀਆਂ ਪਾ ਚੁੱਕੀਆਂ। ਲਖੀਮਪੁਰੀ ਘਟਨਾ ਤੁਸੀਂ ਵੇਖ ਹੀ ਚੁੱਕੇ ਹੋਏ ਹੋ। ਇਸ ਤੋਂ ਇਲਾਵਾ ਨਿਹੰਗ ਕਤਲकांड ਹੋ ਗਿਆ, ਉੱਥੇ ਹਮਲੇ ਹੋ ਚੁੱਕੇ ਆ। 26 ਜਨਵਰੀ ਉੱਥੇ ਹੋ ਚੁੱਕੀ ਹੈ। ਪੰਜਾਬ ਦੇ ਵਿੱਚ ਰੋਜ਼ ਨਸ਼ਿਆਂ ਦੀ ਜਿਹੜੀ ਆ ਉਹ ਬਲੀ ਸਾਡੇ ਨੌਜਵਾਨ ਚੜ੍ਹਦੇ ਪਏ ਆ। ਕ੍ਰਾਈਮ ਤੁਸੀਂ ਦੇਖੋ ਕਿੰਨਾ ਹੋ ਰਿਹਾ ਇੱਥੇ। ਲੋਕੀ ਮਤਲਬ ਲੱਗਦਾ ਪੁਲਿਸ ਨੂੰ ਭੁੱਲ ਹੀ ਗਏ ਹੋਏ ਆ, ਲੋਕ ਸ਼ਰੇਆਮ ਕਤਲ ਹੋਣ ਦੇ। 115 ਰੁਪਏ ਮੈਂ ਹੁਣੇ ਪੈਟਰੋਲ ਪਵਾ ਕੇ ਆਇਆ ਤੇ ਡੀਜ਼ਲ ਪੈਟਰੋਲ ਦੇਖੋ 115 ਹੋ ਗਿਆ ਪਟਿਆਲੇ 'ਚ। ਹਾਂ ਜੀ, ਹਾਂ। ਅੱਛਾ ਜੀ, ਮੈਨੂੰ 35 ਇੱਕ ਹਫਤੇ ਤੋਂ 35 ਪੈਸੇ ਰੋਜ਼ ਵਾਧਾ ਪਿਆ। ਹਾਂਜੀ। ਔਰ ਜੋ ਨੈਸ਼ਨਲ ਅੰਕੜਾ ਹੈ ਸਾਡੇ ਹਿੰਦੁਸਤਾਨ ਦਾ, ਉਹ ਹੈ ਕਿ ਹਰ 35 ਮਿੰਟ ਪਿੱਛੋਂ ਇੱਕ ਕਿਸਾਨ ਸੁਸਾਈਡ ਕਰ ਰਿਹਾ। ਇਹ ਅੰਕੜਾ ਹੈ। ਇਹ ਕੋਈ ਤੁਸੀਂ ਇੰਜ ਨਾ ਸਮਝੋ, ਜਿਹੜਾ ਇਹਨੂੰ ਜੋੜ ਕੇ ਵੇਖੋ ਤੁਸੀਂ ਕਿ ਇੱਕ ਦਿਨ ਵਿੱਚ ਕਿੰਨੇ ਲੋਕ ਮਰ ਰਹੇ ਨੇ ਕਿਸਾਨ। ਉੱਤਰ ਪ੍ਰਦੇਸ਼ ਦੇ ਵਿੱਚ ਖਾਦ ਲਈ ਲਾਠੀ ਚਾਰਜ ਹੋ ਰਿਹਾ ਪੁਲਿਸ ਦਾ। ਹਰਿਆਣੇ ਦੇ ਵਿੱਚ ਹੋ ਚੁੱਕਿਆ ਹੈ। ਹਾਂਜੀ। ਸੋ ਇਹ ਤੇ ਅੱਜ ਦੀ ਸਥਿਤੀ ਤੇ ਪੰਜਾਬ ਦੀ ਇਹ ਹੈ। NRI ਦੀ ਹਾਲਤ ਤੁਸੀਂ ਵੇਖ ਚੁੱਕੇ ਹੋ ਕਿ ਬਾਹਰ ਬੈਠੇ ਆ ਤੇ ਇੱਥੇ ਉਹਨਾਂ ਦੀਆਂ ਜਾਇਦਾਦਾਂ ਦੇ ਉੱਤੇ ਕਬਜ਼ੇ ਹੋਣ ਡਏ ਨੇ। ਉਹ ਵਿਚਾਰੇ ਤਰਲੋ ਮੱਛੀ ਹੋਣ ਡਏ ਨੇ ਇੱਥੇ ਬੈਠੇ ਹੋਏ। ਦੂਸਰੀ ਗੱਲ ਇਹ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੇ NRI ਪੰਜਾਬ ਨੂੰ ਆਉਣਾ ਚਾਹੁੰਦੇ ਸੀ, ਉਹਨਾਂ ਨੂੰ ਆਉਣ ਨਹੀਂ ਦਿੱਤਾ ਗਿਆ। ਇਹ ਤੇ ਹੈਗੀ ਜੀ ਪੰਜਾਬ ਦੀ ਇਸ ਟਾਈਮ ਤਾਜ਼ਾ ਸਥਿਤੀ। ਤੇ ਭਾਜਪਾ ਨਵੇਂ ਪੰਜਾਬ ਦੀ ਕਿਹੜੇ ਦੀ ਗੱਲ ਕਰਦੀ ਹੈ? ਸ਼ਾਇਦ ਕੋਈ ਨਵਾਂ ਹੋਊਗਾ ਜਿਹੜਾ BSF ਦੇ ਅੰਡਰ ਆ ਗਿਆ, ਉਹ ਹੋ ਸਕਦਾ ਜੀ, ਉਹਦੇ ਉੱਤੇ ਉਹ ਕਬਜ਼ਾ ਕਰ ਲੈਣ। ਮਤਲਬ ਅੱਗੇ ਵੀ ਵਧਾ ਸਕਦੇ ਆ। ਹਾਂ ਦੇਖੋ, ਉਹ ਤਾਂ ਕੈਪਟਨ ਸਾਹਿਬ ਉਦੋਂ ਕਹਿ ਗਏ, ਕਹਿੰਦੇ ਕਿ ਜਦੋਂ ਉਹਨਾਂ ਨੂੰ ਪੁੱਛਿਆ, ਮੈਂ ਇਹਦੀ ਵੀ ਸਰਚ ਕੀਤੀ ਕਿ ਡਰੋਨ ਕਿੱਥੋਂ ਤੱਕ ਆ ਸਕਦਾ। ਜਿਹੜਾ ਡਰੋਨ ਅਜੇ ਤੱਕ ਜਿਹੜਾ ਆਪਣੇ ਇਹਦੇ ਨੈਟੋ ਦੇ ਕੋਲੇ ਆ, ਉਹ ਹੈਗਾ ਜਿਹੜਾ ਸਭ ਤੋਂ ਸਟਰੋਂਗ, ਆਮ ਨਹੀਂ ਕਿਸੇ ਕੋਲੇ ਹੋ ਸਕਦਾ ਜੀ। ਉਹ 16 ਕਿਲੋਮੀਟਰ ਤੱਕ 15 ਕਿਲੋਮੀਟਰ ਤੱਕ ਜਾ ਸਕਦਾ। ਕਪਤਾਨ ਸਾਹਿਬ ਕਹਿੰਦੇ 23 ਕਿਲੋਮੀਟਰ ਤੱਕ ਆ ਕੇ ਪਾਕਿਸਤਾਨ ਵਾਲਾ ਤੱਕ, ਉਹਨਾਂ ਕਹਿੰਦੇ 31 ਕਿਲੋਮੀਟਰ ਤੱਕ ਆ ਸਕਦੇ ਆ। ਔਰ ਅਗਲੀ ਗੱਲ ਉਹਨਾਂ ਨੇ ਜਿਹੜੀ ਕਪਤਾਨ ਸਾਹਿਬ ਨੇ ਇਹ ਵੀ ਕਹੀ ਵੀ ਉਹ ਕੱਲ ਨੂੰ ਚੰਡੀਗੜ੍ਹ ਤੱਕ ਵੀ ਆ ਸਕਦਾ। ਇਹਦਾ ਮਤਲਬ ਜਿਹੜਾ 50 ਕਿਲੋਮੀਟਰ ਤੱਕ ਤੁਸੀਂ BSF ਨੂੰ ਦਵਾਇਆ ਕਪਤਾਨ ਸਾਹਿਬ, ਉਹਨੂੰ ਤੁਸੀਂ ਹੁਣ ਚੰਡੀਗੜ੍ਹ ਤੱਕ ਲਿਆਓਗੇ ਤੇ ਫਿਰ ਚੰਡੀਗੜ੍ਹ ਤੇ ਬਾਕੀ ਸਾਰਾ ਉਹਨੂੰ ਕੇਂਦਰੀ ਸ਼ਾਸਿਤ ਪ੍ਰਦੇਸ਼। ਪਰ ਮੈਂ ਵੀ ਮੈਂ ਕਿਉਂਕਿ ਪੁਰਾਣਾ ਰਿਹਾ ਇਸ ਆਲ ਇੰਡੀਆ ਰੇਡੀਓ ਦੇ ਨਾਲ ਜੁੜਿਆ, ਤੇ ਮੈਂ ਇੰਜੀਨੀਅਰਸ ਨਾਲ ਗੱਲ ਕੀਤੀ। ਮੈਂ ਕਿਹਾ ਯਾਰ ਤੁਹਾਨੂੰ ਜ਼ਿਆਦਾ ਪਤਾ ਹੋਣਾ ਇਸ ਬਾਰੇ, ਇਹ ਡਰੋਨ ਵੱਧ ਤੋਂ ਵੱਧ ਕਿੰਨੀ ਕੁ ਦੂਰ ਤੱਕ ਜਾ ਸਕਦਾ? ਮਤਲਬ ਉਹਦਾ ਜਿਹੜਾ ਰਿਮੋਟ ਕੰਟਰੋਲ ਹੈ ਉਹਦੀ ਇੱਕ ਲਿਮਿਟ ਹੋਊਗੀ ਕਰਨ ਦੀ। ਤੇ ਉਹ ਕਹਿੰਦੇ ਜੀ ਅੱਜ ਤੱਕ 4 ਕਿਲੋਮੀਟਰ ਤੋਂ ਵੱਧ ਵਾਲਾ 4 4.5 ਤੋਂ ਵੱਧ ਨਹੀਂ ਬਣਿਆ। ਚੀਨ ਕੋਲੇ ਵੀ ਨਹੀਂ ਹੈਗੇ ਇਹੋ ਜਿਹੇ। ਨੈਟੋ ਕੋਲੇ ਆ, ਮੈਂ ਤੁਹਾਨੂੰ ਦੱਸਿਆ ਤੁਸੀਂ ਇਹ ਨੈਟੋ ਦੀ ਗੱਲ ਕੀਤੀ, ਕਿਉਂਕਿ ਉਹ ਬਹੁਤ ਵੱਡੀ ਸੰਸਥਾ ਹੈ ਜਿਨ੍ਹਾਂ ਕੋਲੇ ਟੈਕਨੋਲੋਜੀ ਬੜੀ ਐਡਵਾਂਸ ਹੈਗੀ ਆ।
ਤੇ ਪਾਕਿਸਤਾਨ ਕੋਲੇ ਤੇ ਆਪਣੇ ਸੜਕਾਂ ਬਣਾਉਣ ਵਾਸਤੇ ਪੈਸਾ ਨਹੀਂ ਹੈਗਾ। ਉਹਨਾਂ ਨੇ ਡੀਜ਼ਲ ਇੰਜਨ ਰਿਪੇਅਰ ਕਰਨ ਦੇ ਵਾਸਤੇ ਹਿੰਦੁਸਤਾਨ ਦੀ ਸਰਕਾਰ ਨੂੰ ਇੱਕ ਵਾਰੀ ਲਿਖਿਆ ਸੀ ਵੀ ਕੋਈ ਮਕੈਨਿਕ ਹੈਗੇ ਤੇ ਸਾਨੂੰ ਭੇਜ ਦਿਓ 4। ਤੇ ਉਹ 30-35 ਕਿਲੋਮੀਟਰ ਵਾਲੇ ਡਰੋਨ ਜਿਹੜੇ ਆ ਉਹ ਕਿੱਥੋਂ ਲੈ ਆਉਣਗੇ? ਦੂਸਰੀ ਗੱਲ ਇਹ ਆ ਕਿ ਇਹ ਕੈਪਟਨ ਸਾਹਿਬ ਕੱਲ ਇੱਕ ਦਿਨ ਤੇ ਗੱਲ ਹੋ ਨਹੀਂ ਗਈ ਹੈ। ਇਹਦਾ ਮਤਲਬ ਤੁਸੀਂ ਬਹੁਤ ਲੰਮੇ ਸਮੇਂ ਤੋਂ 4.5 ਸਾਲਾਂ ਤੋਂ ਤੇ ਤੁਸੀਂ ਮੁੱਖ ਮੰਤਰੀ ਰਹੇ ਹੋ, ਗ੍ਰਹਿ ਵਿਭਾਗ ਤੁਹਾਡੇ ਕੋਲੇ ਸੀ, ਇਹਦਾ ਮਤਲਬ ਤੁਹਾਡੇ ਕੋਲੇ ਜਾਣਕਾਰੀ ਸੀ ਕਿ ਡਰੋਨ ਜਿਹੜੇ ਉਹ ਦੂਰ ਵੀ ਜਾ ਸਕਦੇ ਆ। ਪਹਿਲਾਂ ਕਿਉਂ ਨਹੀਂ ਬੋਲੇ ਤੁਸੀਂ? ਕਿਉਂਕਿ ਡਰੋਨ 18 ਸਤੰਬਰ ਤੋਂ ਜਦੋਂ ਇਹਨਾਂ ਨੇ ਰਿਜ਼ਾਈਨ ਕੀਤਾ ਉਸ ਤੋਂ ਬਾਅਦ ਤੇ ਨਹੀਂ ਡਿਵੈਲਪ ਹੋਏ ਕਿ ਇਹਨਾਂ ਨੂੰ ਉਸ ਤੋਂ ਬਾਅਦ ਪਤਾ ਲੱਗਿਆ ਕਿ ਇਸ ਸਮੇਂ ਦੇ ਦਰਮਿਆਨ ਜਿਹੜੇ ਆ ਡਿਵੈਲਪ ਹੋ ਗਏ ਆ ਤੇ ਇਹੋ ਜਿਹੇ ਆ ਸਕਦੇ ਆ, ਤੇ ਪਹਿਲਾਂ ਕਿਉਂ ਨਹੀਂ ਤੁਸੀਂ ਬੋਲੇ ਹੈਗੇ? ਉਹ ਫੋਟੋ ਲੈ ਕੇ ਬੈਠੇ ਸੀਗੇ ਉਦੋਂ ਡਰੋਨ ਦੀਆਂ। ਹੁਣ ਸਾਨੂੰ ਕੀ ਪਤਾ ਵੀ ਇਹ ਪਾਕਿਸਤਾਨ ਵਾਲੇ ਕਿਸੇ ਵਿਆਹ 'ਚ ਨਹੀਂ ਖਿੱਚੇ ਫੋਟੋ ਜਿਹੜੇ ਉਹ ਕੈਮਰੇ ਲਾ ਕੇ। ਉਹ ਤੁਹਾਡੀ ਗੱਲ ਠੀਕ ਆ, ਰਿਮੋਟ ਵਾਲਾ ਉਹ ਵਿਚਾਰਾ ਇੱਕ ਮੁੰਡਾ ਤਾਂ ਮਗਰ ਭੱਜਾ ਫਿਰਦਾ ਹੁੰਦਾ ਉਹਦੇ ਵੀ ਇਹਦੀ ਕਿਤੇ ਰੇਂਜ ਨਾ ਦੂਜੇ ਪਾਸੇ ਚੱਲ ਜਾਓ, ਤਾਂ ਹੀ ਭੱਜਿਆ ਫਿਰਦਾ ਹੁੰਦਾ ਨਾ ਜੀ। ਨੇੜੇ ਹੋਣਾ ਪੈਂਦਾ। ਹਾਂ, ਨੇੜੇ ਹੋਣਾ ਪੈਂਦਾ। ਤੇ ਇਦਾਂ ਦਾ ਤਾਂ ਡਰੋਨ ਕੋਈ ਆਇਆ ਹੀ ਨਹੀਂਗਾ। ਜਿਵੇਂ ਉਦਣ ਵੀ ਜੇ ਤੁਸੀਂ ਦੇਖਿਆ ਥੱਲੇ ਲੋਕਾਂ ਦੇ ਆ ਰਹੇ ਸੀ ਵੀ ਪਾਰਟੀ ਦਾ ਨਾਂ ਰੱਖੋ ਚੀਕੂ ਸੀਤਾਫਲ ਤੇ ਉਹਦਾ ਚੋਣ ਨਿਸ਼ਾਨ ਰੱਖੋ ਡਰੋਨ, ਠੀਕ ਹੈ ਨਾ। ਹੁਣ ਕਿਉਂਕਿ ਹੁਣ ਤਾਂ ਇਹ ਕਲੀਅਰ ਹੋ ਗਿਆ ਜੀ, ਹੁਣ ਤਾਂ ਇਹਦੇ ਤੇ ਗੱਲ ਕੀਤੀ ਜਾ ਸਕਦੀ ਹੈ ਨਾ। ਵੜੈਚ ਸਾਹਿਬ ਉਹਨਾਂ ਨੇ ਆਪ ਮੰਨ ਲਿਆ ਵੀ 16.5 ਸਾਲ ਤੋਂ ਆ ਰਹੀ ਆ ਰੂਸਾ ਆਲਮ, ਉਦੋਂ ਤਾਂ ਕੋਈ ਬੋਲਿਆ ਨਹੀਂ। ਵੈਸੇ ਰੂਸਾ ਦੀ ਗੱਲ ਇੱਕ ਹੋਰ ਹੈ ਕਿ ਰੂਸਾ ਦੀ ਇੱਕ ਆਡੀਓ ਜਿਹੜੀ ਆ ਉਹ ਘੁੰਮ ਰਹੀ ਹੈ, ਕਿਸੇ ਚੈਨਲ ਨੇ ਕੀਤੀ ਹੈ। ਉਹਦੇ 'ਚ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਦੀ ਬੜੀ ਜਿਹੜੀ ਆ ਉਹ ਕੀਤੀ ਤਾਰੀਫ। ਉਹ 'ਚੋਂ ਕਹਿੰਦੇ ਆ ਕਿ ਮੈਂ ਉਹਨਾਂ ਦੀ ਇਸ ਕਰਕੇ ਤਾਰੀਫ ਕਰਦੀ ਹਾਂ ਕਿ ਉਹਨਾਂ ਨੇ ਆਪਣੀ ਪਾਰਟੀ ਨੂੰ ਕਿਹਾ, ਕਿਉਂਕਿ ਕਹਿੰਦੇ ਜਿੰਨੀ ਵੀ ਇਲਜ਼ਾਮ ਲੱਗੇ ਮੇਰੀ ਪਾਰਟੀ ਮਤਲਬ ਕਾਂਗਰਸ ਪਾਰਟੀ ਨੇ ਲਾਏ ਆ ਇੱਕ ਦੂਜੇ ਦੇ ਖਿਲਾਫ। ਮੇਰੇ ਖਿਲਾਫ ਜੋ ਕੁਝ ਕੱਢਿਆ, ਪਹਿਲਾਂ ਨਵਜੋਤ ਕੌਰ ਸਿੱਧੂ ਹੋਣਾ ਨੇ ਕਹਿਤਾ, ਫਿਰ ਸਿੱਧੂ ਨੇ ਕਹਿਤਾ, ਫਿਰ ਉਹਨੇ ਆਪਣੇ ਨੇ ਰੰਧਾਵਾ ਸਾਹਿਬ ਨੇ ਵੀ ਕੋਈ ਕਹਿਤਾ। ਕਹਿੰਦੇ ਵੀ ਉਹਨਾਂ ਨੇ ਕਿਹਾ ਆਪਣੀ ਪਾਰਟੀ ਨੂੰ ਵੀ ਰੂਸਾ ਦੇ ਖਿਲਾਫ ਕੁਝ ਨਹੀਂ ਬੋਲਣਾ, ਵੀ ਔਰਤ ਦੀ ਇੰਨੀ ਇੱਜ਼ਤ ਉਹ ਕਰਦੇ ਆ। ਚਲੋ ਇਹ ਗੱਲ ਨਾ ਇੱਕ ਤਾਂ ਇਹ ਕਲੀਅਰ ਨਾ ਵੀ 75-25 ਵਾਲਾ ਮਾਮਲਾ ਉਹਨੂੰ ਵੀ ਪਤਾ ਵੀ ਇਹ ਪੱਕੀ ਗੱਲ ਹੈ, ਇਹ ਪੱਕੀ ਗੱਲ ਹੈ। ਔਰ ਉਹਨੇ ਕਹਿ ਦਿੱਤਾ ਕਿ ਮੈਂ ਆਉਂਗੀ ਪੰਜਾਬ। ਹਾਂ, ਪੰਜਾਬ ਹੁਣ ਨਹੀਂ ਆਉਂਦੀ। ਹਾਂਜੀ, ਨਹੀਂ ਉਹਨੇ ਉਹ ਗੱਲ ਕਹੀ ਕਪਤਾਨ ਸਾਹਿਬ ਦੀ ਸਰਕਾਰ ਜਾਂ ਫਿਰ ਬਾਦਲ ਸਾਹਿਬ ਦੀ ਸਰਕਾਰ ਅਜੇ ਫੇਰ ਆਊਗੀ। 25 ਵਾਲੇ ਪਾਸੇ ਜਾ ਸਕਦੀ ਹੋ। ਹਾਂ, ਹੁਣ ਤਾਂ ਕੁਝ ਵੀ 25 ਵਾਲੇ 75 ਕਰਕੇ ਆ ਜਾਣਗੇ, ਪੋਸੀਬਲ ਹੋ ਸਕਦਾ ਹੈ, ਐਨੀਥਿੰਗ ਪੋਸੀਬਲ। ਪਰ ਮੈਨੂੰ ਲੱਗਦਾ ਕਿ ਉਹਨੇ ਇਹ ਵੀ ਬਿਆਨ ਦਿੱਤਾ ਜੀ ਕਿ ਹੁਣ ਨਹੀਂ ਮੈਂ ਇੱਥੇ ਆਉਣਾ ਵੀ ਨਹੀਂ। ਹਾਂ, ਉੱਥੇ ਸਵਾਲ ਕਰਨਾ ਇਹ ਬਣਦਾ ਸੀਗਾ ਕਿ ਕਪਤਾਨ ਸਾਹਿਬ ਤੁਸੀਂ 16.5 ਸਾਲ ਦੀ ਗੱਲ ਤਾਂ ਕਰ ਰਹੇ ਹੋ, ਹੁਣ ਇਹ ਵੀ ਦੱਸ ਦਿਓ ਕਿ ਰਿਸ਼ਤਾ ਕੀ ਹੈ ਤੁਹਾਡਾ। ਪੰਨੂ ਸਾਹਿਬ 8 ਨੂੰ ਮੀਟਿੰਗ ਹੋ ਰਹੀ ਹੈ, ਸੈਸ਼ਨ ਹੋ ਰਿਹਾ ਸਪੈਸ਼ਲ ਵਿਧਾਨ ਸਭਾ ਦਾ। ਕਹਿੰਦੇ ਜੀ ਉਹਦੇ ਵਿੱਚ ਅਸੀਂ BSF ਦਾ ਮਤਾ ਹੀ ਪਾਸ ਕਰ ਸਕਦੇ ਆ। ਇਹ ਉਹੀ ਕਰ ਸਕਦੇ ਆ। ਕੋਈ ਐਗਜ਼ੀਕਿਊਟਿਵ ਪਾਵਰਸ ਤੇ ਹੈ ਨਹੀਂ ਇਹਨਾਂ ਕੋਲੇ ਕਿ ਉਹਨੂੰ ਰੱਦ ਕਰ ਦੇਣ ਸੀ ਉਹ ਆਰਡੀਨੈਂਸ ਨੂੰ। ਔਰ ਦੂਸਰੀ ਗੱਲ ਇਹਨਾਂ ਕਿਹਾ ਕਿ ਅਸੀਂ ਖੇਤੀ ਕਾਨੂੰਨਾਂ ਦੇ ਖਿਲਾਫ ਜਿਹੜਾ ਮਤਾ ਲਿਆਵਾਂਗੇ, ਵੀ ਜਿਹੜਾ ਪਹਿਲਾਂ ਤੁਸੀਂ ਅਮੈਂਡਮੈਂਟ ਕਰਕੇ ਦਿੱਤਾ ਉਹ ਤੇ ਹਾਲੇ ਸਰਕਾਰ ਕੋਲੇ ਪਹੁੰਚਿਆ ਨਹੀਂ, ਇਹ ਪਹੁੰਚ ਜੂਗਾ ਤੁਹਾਡਾ ਜਿਹੜਾ ਤੁਸੀਂ ਹੁਣ ਸੈਸ਼ਨ ਕਰਕੇ ਕਰੋਗੇ। ਇਹ ਕੀ ਕਾਰਵਾਈ ਦਾ ਕੀ ਮਤਲਬ ਹੈ? ਵੀ ਸੈਸ਼ਨ ਬੁਲਾ ਲਓ। ਤੇ ਦੂਸਰੀ ਗੱਲ ਕਿ ਆ ਜਿਹੜੀਆਂ ਫ੍ਰੀ ਬਾਈਜ਼ ਜਿਹੜੇ ਐਲਾਨ ਕੀਤੇ ਜਾ ਰਹੇ ਆ 3 ਮਹੀਨੇ ਦੀ, ਪਤਾ ਸਾਡੇ ਕੋਲੇ 3 ਮਹੀਨੇ ਆ, 3 ਮਹੀਨੇ 'ਚ ਅਸੀਂ ਕੀ ਕਰ ਸਕਦੇ ਹਾਂ ਇਹ ਸ਼ਾਇਦ ਇਹਨਾਂ ਨੂੰ ਨਹੀਂ ਪਤਾ ਇਸ ਚੀਜ਼ ਦਾ। ਇਸ ਮਾਮਲੇ ਦੇ ਉੱਤੇ ਕਾਂਗਰਸ ਵੀ ਤੇ ਆਮ ਆਦਮੀ ਪਾਰਟੀ ਵੀ ਪਹਿਲਾਂ ਤਾਂ ਜਵਾਬਦੇਹੀ ਉਹਦੀ ਚਾਹੀਦੀ ਹੈ। ਜਿਹੜੇ ਉਦੋਂ ਤੁਸੀਂ ਅਮੈਂਡਮੈਂਟ ਕੀਤੀ ਸੀਗੀ, ਤੁਸੀਂ ਪੜ੍ਹਿਆ ਨਹੀਂ? ਆਮ ਆਦਮੀ ਪਾਰਟੀ ਨੇ ਖਾਸ ਤੌਰ ਦੇ ਉੱਤੇ, ਕਿਉਂਕਿ ਉਹ ਵਿਰੋਧੀ ਧਿਰ ਜੀ, ਉਹਨਾਂ ਨੇ ਬਿਨਾਂ ਵੇਖਿਆ ਸਾਈਨ ਕਰਤੇ। ਫਿਰ ਕਾਰਾਂ ਭਜਾ ਕੇ ਰਾਜਪਾਲ ਦੇ ਘਰੇ ਵੀ ਚਲੇ ਗਏ, ਫੋਟੋਆਂ ਖਿਚਾਉਣ ਦੇ ਵਾਸਤੇ ਵੀ ਪ੍ਰੈਸ ਕਾਨਫਰੰਸ ਉੱਥੇ ਹੋਣੀ ਹੈ, ਉੱਥੇ ਹੋ ਗਏ ਹੈ ਨੀ। ਹੁਣ ਕਹਿੰਦੇ ਆ ਕਿ ਉਹ ਧੋਖਾ ਹੋ ਗਿਆ ਜੀ, ਤੁਸੀਂ ਬਿਨਾਂ ਪੜ੍ਹੇ ਤੋਂ ਕਿਉਂ ਕਰਤੇ? ਅਜੇ ਵੀ ਮੈਂ ਸਮਝਦਾ ਕਿ ਚਾਹੇ BSF ਵਾਲਾ ਮਾਮਲਾ ਹੈ, ਚਾਹੇ ਖੇਤੀ ਕਾਨੂੰਨ ਰੱਦ ਕਰਨ ਵਾਲਾ, ਇਹ ਵਿਰੋਧੀ ਧਿਰਾਂ ਨੂੰ ਤੇ ਸਾਰੇ MLAs ਨੂੰ ਪਹਿਲਾਂ ਮਿਲਣੇ ਚਾਹੀਦੇ ਆ, ਇਹ ਜਨਤਕ ਕਰਨੇ ਚਾਹੀਦੇ ਆ ਪਹਿਲਾਂ। ਇਹ ਸੈਸ਼ਨ ਬੁਲਾਉਣ ਤੋਂ ਪਹਿਲਾਂ ਕਿ ਅਸੀਂ ਆਹ ਕਰਨ ਜਾ ਰਹੇ ਹਾਂ, ਪੰਜਾਬ ਦੇ ਲੋਕਾਂ ਨੂੰ ਪਤਾ ਹੋਵੇ। ਸਾਨੂੰ ਕੀ ਪਤਾ ਲੱਗੇ ਵੀ 3 ਮਹੀਨਿਆਂ ਬਾਅਦ ਤੁਸੀਂ ਫੇਰ ਕਹਿ ਦਿਓ ਵੀ ਆਹ ਗਲਤੀ ਉੱਥੇ ਹੋ ਗਈ, ਗਲਤੀ ਹੋ ਗਈ ਉੱਥੋਂ, ਫਿਰ ਤੁਸੀਂ ਜਿਵੇਂ UPSC ਦੀ ਲਿਸਟ ਵਾਪਸ ਆ ਗਈ। ਠੀਕ ਹੈ ਨਾ ਜੀ, ਬੜੀ ਅਜੀਬ ਗੱਲ। ਹਾਂ, ਤੁਸੀਂ ਦੇਖੋ ਕਿ ਕਿਆ ਤੁਸੀਂ ਕਮਲੇ ਲੋਕ ਬਿਠਾਏ ਆ ਉੱਥੇ। ਇੱਕ DGP ਦੇ ਨਾਮ ਤੁਸੀਂ ਰეკਮੈਂਡ ਕਰਦੇ ਪਏ ਹੋ, ਸਪੈਲਿੰਗ ਗਲਤ ਲਿਖ ਰਹੇ ਆ, ਔਰ ਉਹਦੇ ਵਿੱਚ ਕਹਿ ਰਹੇ ਹੋ ਕਲੈਰੀਕਲ ਮਿਸਟੇਕ ਹੈ। ਇਹ ਕੋਈ ਕਿਸੇ ਛੋਟੇ ਦਫ਼ਤਰ ਦੀ ਚਿੱਠੀ ਹੈ? DGP ਸਰਕਾਰ ਵੱਲੋਂ ਚਿੱਠੀ ਗਈ ਹੈ ਕਿ ਤੁਸੀਂ ਉਹਦੇ ਵਿੱਚ ਕਰਦੇ ਜੀ ਉੱਥੇ ਨਾਮ ਗਲਤ ਹੋ ਗਏ, ਇਹਦਾ ਮਤਲਬ ਜਾਣ ਕੇ ਭੇਜੇ ਗਏ ਆ ਤਾਂ ਕਿ ਡਿਲੇ ਕੀਤੀ ਜਾਵੇ। ਇਹ ਵੀ ਮੈਨੂੰ ਲੱਗਦਾ ਉਸੇ ਤਰ੍ਹਾਂ ਦੇ ਬਿਲਕੁਲ ਬਿਲਕੁਲ ਏਡੀ ਸਰਕਾਰ ਵੱਲੋਂ ਚਿੱਠੀ 'ਚ ਕਲੈਰੀਕਲ ਗਲਤੀ ਦਾ ਜਿਹੜਾ ਇਲਜ਼ਾਮ ਲਾਉਣਾ, ਇਹ ਕਦੇ ਵੀ ਐਕਸੈਪਟ ਨਹੀਂ ਕੀਤਾ ਜਾ ਸਕਦਾ। ਪੰਨੂ ਸਾਹਿਬ ਤੁਹਾਨੂੰ ਯਾਦ ਹੈ ਜਿਵੇਂ ਹੁਣ ਮੀਟਿੰਗ ਹੋਈ ਉਦੋਂ ਕੈਬਨਿਟ ਮੀਟਿੰਗ ਹੋਈ ਇਹਨਾਂ ਦੀ, ਮਾਫ ਕਰਨਾ ਸਰਬ ਪਾਰਟੀ ਮੀਟਿੰਗ ਬੁਲਾਈ ਸੀ ਪੰਜਾਬ ਸਰਕਾਰ ਨੇ, ਕਾਂਗਰਸ ਨੇ ਨਹੀਂ ਸੀ ਬੁਲਾਈ। ਲੇਕਿਨ ਜਿਹੜੀ ਬਾਅਦ ਦੇ ਵਿੱਚ ਪ੍ਰੈਸ ਕਾਨਫਰੰਸ ਹੋਈ ਉਹਦੇ ਵਿੱਚ ਕਿਸੇ ਪਾਰਟੀ ਦਾ ਬੰਦਾ ਕੋਈ ਨਹੀਂ ਬੈਠਾ, ਨਵਜੋਤ ਸਿੰਘ ਸਿੱਧੂ ਨਾਲ ਬੈਠੇ ਹੋਏ, ਤੇ ਨਵਜੋਤ ਸਿੰਘ ਉਸ ਤੋਂ ਵੱਧ ਬੋਲੇ ਚੰਨੀ ਸਾਹਿਬ ਤੋਂ। ਇੱਕ ਹੋਰ ਨਵਜੋਤ ਸਿੰਘ ਸਿੱਧੂ ਹੋਰੀ ਅੰਦਰ ਬੋਲੇ,
ਉੱਥੇ ਵੀ ਉਹਨਾਂ ਦਾ ਬੋਲਣਾ ਨਹੀਂ ਸੀ ਬਣਦਾ ਜੀ। ਅੱਛਾ, ਜਿਹੜਾ ਲੋਕ ਸੰਪਰਕ ਵਿਭਾਗ ਹੈ ਉਹਦੀਆਂ ਵੀਡੀਓ ਸੀਗੀਆਂ, ਕਿਸੇ ਨੂੰ ਨਹੀਂ ਦਿੱਤੀਆਂ ਇਹਨਾਂ ਨੇ, ਸਿਰਫ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਅੰਦਰਲੀ ਵੀਡੀਓ ਕਢਾ ਕੇ ਸ਼ੇਅਰ ਕੀਤੀ ਜੀ। ਇਹਦਾ ਕੀ ਮਤਲਬ ਹੈ? ਇਹਦਾ ਕੀ ਮਤਲਬ ਹੈ? ਤੁਸੀਂ ਕੀ ਦੱਸਣਾ ਚਾਹੁੰਦੇ ਹੋ? ਜਿਹੜਾ ਪ੍ਰੋਟੋਕਾਲ ਹੈ, ਪ੍ਰੋਟੋਕਾਲ ਦੇ ਮੁਤਾਬਕ ਇਹ ਪ੍ਰੈਸ ਕਾਨਫਰੰਸ ਸਿਰਫ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਕਰਨੀ ਚਾਹੀਦੀ ਸੀ, ਕਿਉਂਕਿ ਮੀਟਿੰਗ ਉਹਨਾਂ ਨੇ ਬੁਲਾਈ ਸੀ। ਉਹਨਾਂ ਨੇ ਬੁਲਾਈ ਹੈ ਮੁੱਖ ਮੰਤਰੀ ਦੇ ਤੌਰ ਤੇ। ਉਹ ਕਾਂਗਰਸ ਦੇ ਮੁੱਖ ਮੰਤਰੀ ਨਹੀਂ, ਪੰਜਾਬ ਦੇ ਮੁੱਖ ਮੰਤਰੀ ਆ। ਨਵਜੋਤ ਸਿੰਘ ਸਿੱਧੂ ਹੋਰੀ ਕਾਂਗਰਸ ਦੇ ਪ੍ਰਧਾਨ ਨੇ, ਪੰਜਾਬ ਦੇ ਪ੍ਰਧਾਨ ਨਹੀਂ। ਔਰ ਜੇਕਰ ਉਹਨਾਂ ਨੇ ਠੀਕ ਹੈ ਕਿਸੇ ਨੇ ਹੋਰ ਬੋਲਣਾ ਸੀ ਤੇ ਬਾਕੀ ਪਾਰਟੀਆਂ ਦੇ ਨੁਮਾਇੰਦੇ ਨਾਲ ਬੈਠਣੇ ਚਾਹੀਦੇ ਸੀ, ਨਾਲ ਬੈਠਣੇ ਚਾਹੀਦੇ। ਤੇ ਨਵਜੋਤ ਸਿੰਘ ਸਿੱਧੂ 2 ਨੰਬਰ ਤੇ ਬੈਠੇ ਸੀ, ਰੰਧਾਵਾ ਸਾਹਿਬ ਉਸ ਤੋਂ ਅੱਗੇ, ਸੋਨੀ ਸਾਹਿਬ ਉਸ ਤੋਂ ਅੱਗੇ ਬੈਠੇ ਹੋਏ। ਇਹ ਪ੍ਰੋਟੋਕੋਲ ਜਿਹੜੇ ਤੋੜੇ ਜਾ ਰਹੇ ਨੇ ਸਰਕਾਰ ਦੇ, ਇਹਦੇ ਲਈ ਚੰਨੀ ਸਾਹਿਬ ਵੀ ਜ਼ਿੰਮੇਵਾਰ ਹੈ ਕਿ ਉਹਨਾਂ ਨੂੰ ਇਹ ਫੈਸਲਾ ਪਹਿਲਾਂ ਲੈਣਾ ਚਾਹੀਦਾ ਸੀਗਾ। ਖੈਰ ਇਸ ਤਰ੍ਹਾਂ ਦੀਆਂ ਪਹਿਲਾਂ ਵੀ ਘਟਨਾਵਾਂ ਜਿਹੜੀਆਂ ਵੈਸੇ ਉਹਨਾਂ ਨੂੰ ਤਾਂ ਕੂਣੀਆਂ ਹੀ ਇੰਨੀਆਂ ਵੱਜ ਗਈਆਂ ਹੋਣੀਆਂ ਜੋ ਸਿੱਧੂ ਸਾਹਿਬ ਬੋਲ ਰਹੇ ਸੀਗੇ, ਚੰਨੀ ਹੋਰ ਉਹਨਾਂ ਦੇ ਮੂਹਰੇ ਕਰ ਕਰਕੇ ਤਾਂ ਉਹ ਇਦਾਂ ਸਾਰੀ ਜਿਹੜੀ ਗੱਲ ਤੁਸੀਂ ਨੋਟ ਕੀਤਾ ਹੋਣਾ ਕਿ ਜਦੋਂ ਨਵਜੋਤ ਸਿੰਘ ਸਿੱਧੂ ਹੋਣਾ ਨੇ ਬੋਲਣਾ ਸ਼ੁਰੂ ਕਰਤਾ ਤੇ ਚੰਨੀ ਸਾਹਿਬ ਜਦੋਂ, ਕਿਉਂਕਿ ਬੋਡੀ ਲੈਂਗੁਏਜ ਜਿਹੜੀ ਉਹਦੇ ਤੇ ਬੜੇ ਅਰਥ ਕੱਢਣੇ ਪੈਂਦੇ ਆ, ਨਿਕਲਦੇ ਵੀ ਆ ਆਪਣੇ ਆਪ ਹੀ ਕਈ ਵਾਰੀ, ਯੂਰ ਬਾਡੀ ਸਪੀਕ ਯੂਰ ਲੈਂਗੁਏਜ। ਯੈਸ, ਜਦੋਂ ਚਰਨਜੀਤ ਚੰਨੀ ਹੋਣੀ ਨਵਜੋਤ ਸਿੰਘ ਸਿੱਧੂ ਹੋਣਾ ਨੂੰ ਬੋਲਦਿਆਂ ਨੂੰ ਵੇਖਦੇ ਸੀ ਨਾ ਇੰਜ ਕਰਕੇ, ਤੇ ਉਹਦੇ ਅਰਥ ਜਿਹੜੇ ਮੈਂ ਪੰਜਾਬੀ ਚ ਨਹੀਂ ਸਮਝਾ ਸਕਦਾ ਤੁਹਾਨੂੰ। ਕੜਮਾਸ, ਹਾਂਜੀ, ਕੜਮਾਸ ਇਹਨਾਂ ਨੇ ਪਹਿਲਾਂ ਕਹਿੰਦੇ ਕੜਮਾਸ ਪਾਰਟੀ ਜਿਹੜੀ ਆ ਉਹ ਅਸੀਂ ਬਣਾਉਣੀ ਆ। ਔਰ ਉਸ ਤੋਂ ਬਾਅਦ ਚਰਨਜੀਤ ਚੰਨੀ ਹੋਣਾ ਨੇ ਉਹਨਾਂ ਦੇ ਅੱਗੋਂ ਮਾਈਕ ਆਪਣੇ ਵੱਲ ਖਿੱਚ ਗਏ, ਹਾਲਾਂਕਿ ਕਰਨੇ ਨਵਜੋਤ ਸਿੰਘ ਸਿੱਧੂ ਹੋਣਾ ਨੂੰ ਚਾਹੀਦਾ ਸੀ ਕਿ ਲਓ ਜੀ ਚੰਨੀ ਸਾਹਿਬ ਤੁਸੀਂ ਬੋਲੋ। ਸੋ ਇਹ ਛੋਟੀਆਂ ਗੱਲਾਂ ਹੁੰਦੀਆਂ, ਪਰ ਆਪਾਂ ਚੱਲਦੇ ਇੱਕ ਇਹ ਵੀ ਗੱਲ ਆਪਾਂ ਕਰ ਲਈਏ ਕਿ ਪਿਛਲੇ ਦਿਨਾਂ ਦੇ ਵਿੱਚ ਸਾਡੇ ਕੋਲ ਸਮਾਂ ਜਿਹੜਾ ਉਹ ਥੋੜਾ ਬਚਿਆ। ਹੁਣ ਸਾਹਿਬ ਡੇਰਾ ਰਾਮ ਰਹੀਮ ਵਾਲਿਆਂ ਨੂੰ ਜਿਹੜਾ ਉਹ ਪ੍ਰੋਡਕਸ਼ਨ ਵਾਰੰਟ ਦੀ ਗੱਲ ਹੋਈ ਆ, ਤੇ ਹੁਣ ਪਤਾ ਲੱਗਿਆ ਕਿ ਉੱਥੇ ਜਿਹੜੇ ਪੋਸਟਰ ਸੀਗੇ ਉਹਨਾਂ ਦੀ ਲਿਖਾਈ ਹੁਣ ਮਿਲ ਗਈ ਹੈ ਤੇ ਪਹਿਲੀ ਸੀਬੀਆਈ ਵੇਲੇ ਮਿਲੀ ਨਹੀਂ। ਇਹ ਕੀ ਰਫੜਾ, ਸਮਾਂ ਬੜਾ ਥੋੜਾ। ਆਪਾਂ ਚੱਲਦੇ ਇੱਕ ਵਿਸ਼ਾ ਹੋਰ ਵੀ ਲੈਣਾ ਹਲੇ। ਸੀਬੀਆਈ ਨੇ ਉਦੋਂ ਉਹਨਾਂ ਨੇ ਤਾਂ ਕਲੋਜ਼ਰ ਰਿਪੋਰਟ ਲਾਤੀ ਸੀ। ਹੁਣ ਇਹ ਫੋਰੈਂਸਿਕ ਜਾਂਚ ਦੇ ਵਿੱਚ ਪਤਾ ਲੱਗ ਗਿਆ ਕਿ ਉਹਨਾਂ ਦਾ ਇਹਨੇ ਬੜੇ ਸਾਰੇ ਸਵਾਲ ਹੋਰ ਨਵੇਂ ਖੜੇ ਕਰ ਦਿੱਤੇ ਆ। ਪਰ ਕੀ ਸੀਬੀਆਈ ਠੀਕ ਸੀ ਜਿਹੜੀ ਵੱਡੀ ਏਜੰਸੀ ਹੈ, ਜਾਂ ਇਹ ਪੰਜਾਬ ਗਵਰਨਮੈਂਟ ਠੀਕ ਹੈ? ਨਹੀਂ, ਉਹ ਪੋਸਟਰ ਤਾਂ ਮੈਂ ਵੀ ਦੇਖੇ ਆ, ਇੱਕ ਆਫੀਸਰ ਦੇ ਕੋਲੇ ਉਹਨਾਂ ਦੇ ਫੋਨ ਦੇ ਵਿੱਚ ਬਹੁਤ ਭੱਦੀ ਸ਼ਬਦਾਵਲੀ ਉਹਨਾਂ ਦੇ ਵਿੱਚ ਲਿਖੀ ਹੋਈ ਆ। ਇਹ ਜਿਹੜੇ ਡੇਰਾ ਪ੍ਰੇਮੀ ਫੜੇ ਸੀ, ਇਹਨਾਂ ਦੀ ਲਿਖਾ ਕੇ ਮਲਾਈ ਗਈ ਆ ਜੀ, ਉਹ ਮੇਲ ਕਰ ਗਈ ਆ ਉਹਦੇ। ਸੀਬੀਆਈ ਨੂੰ ਦਿੱਤਾ ਹੀ ਇਸ ਕਰਕੇ ਗਿਆ ਸੀਗਾ ਜੀ। ਦਿੱਤਾ ਕਿਹਨਾਂ ਨੇ ਸੀਗਾ? ਜਿਨ੍ਹਾਂ ਦੀ ਪਿਛਲੀ ਸਰਕਾਰ, ਆਪਣੀ ਸਰਕਾਰ, ਉਹਨਾਂ ਦੀ। ਇਸ ਕਰਕੇ ਸਵਾਲ ਖੜੇ ਹੁੰਦੇ ਆ ਹਾਂ ਵੀ ਇਹ ਸਾਰਾ ਕੁਝ ਜਿਹੜਾ ਜੀ ਉਹ ਚੱਲੇ ਜੇ, ਉੱਥੋਂ ਹੀ ਨਿਕਲਿਆ ਹੋਇਆ ਸੀਗਾ। ਹੁਣ ਜਿਹੜੇ ਪ੍ਰੋਡਕਸ਼ਨ ਵਾਰੰਟ ਤਾਂ ਰੱਦ ਹੋ ਗਿਆ, ਪਰ ਇਸ ਚੀਜ਼ ਦੀ ਪਰਮਿਸ਼ਨ ਦੇਤੀ ਆ ਹਾਈ ਕੋਰਟ ਨੇ, ਕਿਹਾ ਕਿ ਤਿਆਰੀ ਕਰੋ, ਉੱਥੇ ਜਾ ਕੇ ਉਤੋਂ ਪੁੱਛਗਿੱਛ ਕਰੋ। ਉਮੀਦ ਕੀਤੀ ਜਾਣੀ ਚਾਹੀਦੀ ਆ, ਮੈਂ ਸਵਾਲ ਜਿਹੜੇ ਜੀ ਉਹ ਜ਼ਰੂਰ ਰੇਜ਼ ਕਰਨੇ ਚਾਹੁੰਦਾ ਕਿ ਪੁੱਛਿਆ ਜਾਵੇ ਕਿ ਤੂੰ ਅਪਲਾਈ ਕੀਤਾ ਸੀਗਾ ਅਕਾਲ ਤਖਤ ਤੋਂ ਮਾਫੀ ਲੈਣ ਵਾਸਤੇ ਜਾਂ ਨਹੀਂ ਕੀਤਾ ਸੀ? ਜੇ ਨਹੀਂ ਕੀਤਾ ਸੀ ਤੇ ਤੇਰੀ ਉਹ ਚਿੱਠੀ ਕਿਹਨੇ ਲਿਖੀ, ਕੌਣ ਲੈ ਕੇ ਗਿਆ ਤੈਨੂੰ ਮਾਫੀ, ਕਿਹਨੇ ਦਿੱਤੀ, ਕਿਹਨੇ ਦਵਾਈ? ਕਿਤੇ ਕੜਮਾਸ ਨਾ ਪੈ ਜੇ। ਹਾਂ, ਨਹੀਂ ਉਹ ਕੜਮਾਸਤਾ ਰਹੂਗਾ ਜੀ। ਚੱਲਦੇ ਕ੍ਰਿਕਟ ਦਾ ਮੈਚ ਹੋਇਆ ਦੁਬਈ ਦੇ ਵਿੱਚ T20, ਪਾਕਿਸਤਾਨ ਜਿੱਤਿਆ। ਖੇਡ ਬਾਰੇ ਕਿਹਾ ਜਾਂਦਾ ਹੈ ਕਿ ਖੇਡ ਦੇ ਵਿੱਚ ਖੇਡ ਦੀ ਭਾਵਨਾ ਨਾਲ ਖੇਡਣਾ ਚਾਹੀਦਾ, ਖੇਡੇ। ਲੇਕਿਨ ਉੱਥੇ ਇੱਕ ਘਟਨਾ ਵੀ ਹੋਈ ਕਿ ਉਹ ਜਿਹੜੇ ਗੋਡਿਆਂ ਭਾਰ ਸਾਡੇ ਖਿਡਾਰੀ ਉਹਦੇ ਉੱਤੇ ਬੜੀ ਚਰਚਾ ਹੋਈ। ਪਰ ਅਸੀਂ ਇਹ ਗੱਲ ਕਰ ਜਾਵਾਂਗੇ ਕਿ ਜਿੱਤਣ ਦੇ ਉੱਤੇ ਕੁਝ ਲੋਕਾਂ ਨੇ ਇੱਥੇ ਕਹਿੰਦੇ ਵੀ ਖੁਸ਼ੀ ਮਨਾਈ ਕਿ ਪਾਕਿਸਤਾਨ ਜਿੱਤ ਗਿਆ। ਚਲੋ ਸਿੰਪਥੀ ਹੋ ਸਕਦੀ ਹੈ, ਪਰ ਉਹਨਾਂ ਦੇ ਉੱਤੇ ਦੇਸ਼ ਧਰੋਹੀ ਦਾ ਕੇਸ ਲਾਉਣਾ, ਜਿਵੇਂ ਯੋਗੀ ਸਾਹਿਬ ਨੇ ਟਵੀਟ ਕਰਕੇ ਕਿਹਾ, ਪਰ ਸਾਹਿਬ ਇਹ ਕਿੱਥੋਂ ਲੱਗਦਾ ਕਿ ਦੋ ਦੇਸ਼ਾਂ ਦੇ ਵਿੱਚ ਸੰਬੰਧ ਘਟਣਗੇ, ਟੁੱਟਣਗੇ, ਵਿਗੜਨਗੇ ਕਿ ਜੁੜਨਗੇ? ਦੇਖੋ, ਉਹਨਾਂ ਨੂੰ ਵੋਟਾਂ ਦਿਸ ਰਹੀਆਂ ਨੇ ਉੱਤਰ ਪ੍ਰਦੇਸ਼ ਦੀਆਂ, ਉਹ ਇੱਕ ਫਿਰਕੇ ਦੀਆਂ ਵੋਟਾਂ ਦੇ ਵਾਸਤੇ ਇਹ ਸਾਰਾ ਕੁਝ ਕਰ ਰਹੇ ਆ। ਖੇਡਾਂ ਨੂੰ ਖੇਡਾਂ ਤੱਕ ਸੀਮਤ ਕਰਨਾ ਚਾਹੀਦਾ। ਜਿਹੜੇ ਪਾਕਿਸਤਾਨ ਦੀ ਕ੍ਰਿਕਟ ਟੀਮ ਦੇ ਵਿੱਚ ਖੇਡ ਰਹੇ ਕੁਝ ਖਿਡਾਰੀ ਨੇ, ਬਾਬਰ ਆਜ਼ਮ ਉਹਦੇ ਵਿੱਚ ਸ਼ਾਮਲ ਹੈ, ਉਹਦੇ ਵਿੱਚ ਅਫਰੀਦੀ ਬੋਲਰ ਸ਼ਾਮਲ ਹੈ। ਮੈਂ ਸਮਝਦਾ ਕਿ ਉਹ ਇੰਟਰਨੈਸ਼ਨਲ ਲੈਵਲ ਦੇ ਬਹੁਤ ਵਧੀਆ ਪਲੇਅਰ ਨੇ। ਜਿਹੜੀ ਚੰਗੀ ਚੀਜ਼ ਹੈ, ਦੇਖੋ ਅੱਜ ਵੀ ਉਸਦੀ ਪ੍ਰੇਜ਼ ਕਰਨੀ ਚਾਹੀਦੀ ਹੈ। ਕ੍ਰਿਕਟ ਹੋ ਗਈ, ਭਾਰਤ ਤੇ ਪਾਕਿਸਤਾਨ ਦੀ ਹਾਕੀ ਹੋ ਗਈ, ਸਭ ਤੋਂ ਵੱਧ ਕਮਾਈ ਕੰਪਨੀਆਂ ਇਹਦੇ ਵਿੱਚੋਂ ਕਰਦੀਆਂ ਨੇ। ਲੋਕ ਕਿਉਂ ਦੇਖਣ ਜਾਂਦੇ ਆ? ਤੁਸੀਂ ਸਾਰਿਆਂ ਦੇ ਉੱਤੇ, ਉਹ ਸਾਰੇ ਕੋਈ ਭਾਰਤ ਨੂੰ ਦੇਖਣ ਥੋੜੀ ਜਾਂਦੇ ਆ। ਉਹਦੇ ਚ ਬਹੁਤ ਸਾਰੇ ਨੇ, ਨਾ ਭਾਰਤ ਨੂੰ ਦੇਖਣ ਜਾਂਦੇ ਆ, ਨਾ ਪਾਕਿਸਤਾਨ ਨੂੰ ਦੇਖਣ ਜਾਂਦੇ ਆ, ਉਹ ਚੰਗੀ ਖੇਡ ਨੂੰ ਵੇਖਣ ਜਾਂਦੇ ਆ। ਔਰ ਇਸ ਦਾ ਮੁਜ਼ਾਹਰਾ ਸਾਡੀ ਲੀਡਰਸ਼ਿਪ ਨੂੰ ਵੀ ਕਰਨਾ ਚਾਹੀਦਾ। ਚੱਲਦੇ ਟਿੱਪਣੀ ਪੰਨੂ ਸਾਹਿਬ, ਪੈਗਾਸਸ ਦੇ ਉੱਤੇ ਸੁਪਰੀਮ ਕੋਰਟ ਨੇ ਕਮੇਟੀ ਬਣਾ ਦਿੱਤੀ ਹੈ, ਔਰ ਉਧਰੋਂ ਇਜ਼ਰਾਈਲ ਨੇ ਵੀ ਇਹ ਗੱਲ ਕਲੀਅਰ ਕਰ ਦਿੱਤੀ ਆ ਕਿ ਅਸੀਂ ਉਸ ਕੰਪਨੀ ਨੂੰ, ਜਿਹੜੀ ਉਹ ਕੰਪਨੀ ਹੈ, ਉਹਨੂੰ ਇਹ ਕਿਹਾ ਹੋਇਆ, ਉਹਦੇ ਉੱਤੇ ਪਾਬੰਦੀ ਹੈ ਕਿ ਉਹ ਸਿਰਫ ਸੌਫਟਵੇਅਰ ਸਰਕਾਰ ਨੂੰ ਹੀ ਵੇਚ ਸਕਦੀ ਹੈ। ਉਹ ਮਤਲਬ ਕਿ ਜੇ ਤੁਸੀਂ ਪੰਜਾਬ ਕੜਮਾਸ ਪਾਰਟੀ ਬਣਾ ਲਈ ਤਾਂ ਉਹਨੂੰ ਨਹੀਂ ਵੇਚਣਾ ਉਹਨਾਂ ਨੇ ਨਾ।
ਉਹ ਆਪਣੇ ਕੋਲ ਕੋਈ ਸਰਕਾਰ ਨਹੀਂ ਹੈ, ਜੇ ਸਰਕਾਰ ਬਣ ਗਈ ਫਿਰ ਫਿਰ ਆਪਾਂ ਲੈ ਸਕਦੇ ਫਿਰ ਲੈ ਸਕਦੇ, ਉਦਾਂ ਨਹੀਂ ਲੈ ਸਕਦੇ। ਇਹ ਜਿਹੜਾ ਪੈਗਾਸਸ ਹੈ, ਇਸ ਮਾਮਲੇ ਦੇ ਉੱਤੇ ਸੁਪਰੀਮ ਕੋਰਟ ਦਾ ਫੈਸਲਾ ਇਹ ਸਿੱਧ ਕਰਦਾ ਜੀ ਸਰਕਾਰ ਫਸ ਗਈ, ਸਰਕਾਰ ਝੂਠ ਬੋਲ ਰਹੀ ਆ, 100% ਉਹ ਝੂਠ ਬੋਲ ਰਹੀ ਆ। ਉਹ ਇਹ ਪਤਾ ਕਰੂਗੀ, ਕਿਉਂਕਿ ਸੁਪਰੀਮ ਕੋਰਟ ਅਜੇ ਤਾਂ ਇਹੀ ਪੁੱਛਦੀ ਸੀ ਨਾ ਤੁਸੀਂ ਖਰੀਦਿਆ ਜਾਂ ਨਹੀਂ, ਅਗਲੀ ਗੱਲ ਬਾਅਦ ਚ ਕਰਾਂਗੇ। ਹੁਣ ਜਿਹੜੀ ਇਹ ਕਮੇਟੀ ਬਣੀ ਆ ਇਹਦੇ ਵਿੱਚ ਮਾਹਰ ਨੇ, ਮੇਰਾ ਖਿਆਲ ਇਹ ਤੋਂ ਅਗਲੀ ਗੱਲ ਵੀ ਲਿਆਉਣਗੇ ਕੱਢ ਕੇ। ਸੋ ਪੰਨੂ ਸਾਹਿਬ ਬਹੁਤ ਬਹੁਤ ਸ਼ੁਕਰੀਆ। ਅਗਲੇ ਹਫਤੇ ਫਿਰ ਅਸੀਂ ਮਿਲਾਂਗੇ, ਘਟਨਾਵਾਂ ਦੀ ਜ਼ਿਕਰ ਕਰਦਿਆਂ। ਹਰ ਵਾਰੀ ਇਹ ਆਸ ਕਰਦੇ ਹਾਂ ਔਰ ਆਸਵੰਦ ਹੁੰਦੇ ਰਹਿਣਾ ਚਾਹੀਦਾ ਹੈ ਕਿ ਸਾਡੀਆਂ ਸਮੱਸਿਆਵਾਂ ਦਾ ਜਲਦੀ ਹੱਲ ਹੋ ਜਾਵੇ, ਕਿਸਾਨ ਜਿਹੜੇ ਆ ਉਹ ਜਲਦੀ ਵਾਪਸ ਆ ਜਾਣ। ਜਿਵੇਂ ਕਿ ਇੱਕ ਪਿਛਲੇ ਦਿਨਾਂ ਦੇ ਵਿੱਚ ਰਿਊਮਰ ਸੀ, ਖਬਰ ਉੱਡਦੀ ਫਿਰਦੀ ਸੀ ਕਿ ਸ਼ਾਇਦ ਕੇਂਦਰ ਸਰਕਾਰ ਦੀਵਾਲੀ ਤੋਂ ਪਹਿਲਾਂ ਕਾਨੂੰਨਾਂ ਬਾਰੇ ਫੈਸਲਾ ਕੋਈ ਨਾ ਕੋਈ ਕਰ ਲਵੇ। ਅਸੀਂ ਵੀ ਇਹ ਦੁਆ ਕਰਦੇ ਹਾਂ ਕਿ ਪਰਮਾਤਮਾ ਇੰਜ ਕਰੇ। ਰੱਬ ਰਾਖਾ। ਪੰਨੂ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੇ ਮੈਨੂੰ ਦਿਓ ਇਜਾਜ਼ਤ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।